ਸਤਿ ਸ਼੍ਰੀ ਅਕਾਲ। ਪੰਜਾਬ ਟੁਡੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਕੀ ਹਾਲ ਹੈ? ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਸਰਵੇਖਣ ਕਰਦੇ ਹਾਂ, ਇੱਕ ਵਿਆਖਿਆ ਕਰਦੇ ਹਾਂ ਕਿਸੇ ਵੀ ਟੌਪਿਕ ਦੇ ਉੱਤੇ, ਖਾਸ ਕਰਕੇ ਸੂਬੇ ਦੀ ਰਾਜਨੀਤੀ ਦੇ ਉੱਤੇ। ਪਰੰਤੂ ਹੁਣ ਜੋ ਰਾਜਨੀਤੀ ਦਾ ਟਿੱਪਣੀ ਅਸੀਂ ਚੁਣੀ ਹੈ ਉਹ ਇੱਕ ਕੇਂਦਰਤ ਹੈ, ਅਗਨੀਪਥ ਯੋਜਨਾ। ਕੇਂਦਰ ਸਰਕਾਰ ਵੱਲੋਂ ਅਗਨੀਪਥ ਯੋਜਨਾ ਲਾਗੂ ਕਰਦਿਆਂ ਹੀ ਪੂਰੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਭੜਥੂ ਜਿਹਾ ਪੈ ਗਿਆ। ਵਿਰੋਧੀ ਧਿਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ, ਭਾਵੇਂ ਐਕਸ ਆਰਮੀ ਸਰਵਿਸ ਹੋਣ, ਉਹਨਾਂ ਵੱਲੋਂ ਵੀ ਧਰਨੇ ਮੁਜ਼ਾਹਰੇ ਜਾਰੀ ਨੇ। ਤੇ ਜਿਹੜੇ ਨਵਾਂ ਯੂਥ ਹੈ ਜਿਨ੍ਹਾਂ ਨੇ ਫੌਜ ਦੇ ਵਿੱਚ ਭਰਤੀ ਹੋਣਾ ਸੀ, ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਸਰਕਾਰ ਦੀ ਇਸ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ। ਇਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਵੱਖੋ-ਵੱਖ ਪਾਰਟੀਆਂ ਦੇ ਬੁਲਾਰੇ ਜੁੜ ਚੁੱਕੇ ਨੇ। ਉਹਨਾਂ ਦੇ ਨਾਲ ਪਹਿਲਾਂ ਸਰਵੇਖਣ ਕਰਾ ਦੇਣਾ, ਉਹਨਾਂ ਦੀ ਇੰਟਰੋਡਕਸ਼ਨ ਕਰਾ ਦਿੰਦੇ ਆ ਕਿ ਕਿਹੜੇ ਜਿਹੜੇ ਵੱਖੋ-ਵੱਖ ਪਾਰਟੀਆਂ ਦੇ ਬੁਲਾਰੇ ਨੇ ਸਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਇੰਦਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ, ਜੈਬੰਤ ਸਿੰਘ ਜੀ ਬੀਜੇਪੀ ਤੋਂ, ਵਿਕਰਮਜੀਤ ਸਿੰਘ ਜੀ ਡਿਫੈਂਸ ਜਰਨਲਿਸਟ ਨੇ, ਉਹਨਾਂ ਦਾ ਬਹੁਤ-ਬਹੁਤ ਸਵਾਗਤ। ਵਿਨੋਦ ਭਾਰਤੀ ਜੀ ਕਾਂਗਰਸ ਤੋਂ ਤੇ ਸਤਿੰਦਰ ਗਿੱਲ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਥੋੜੇ ਸਮੇਂ ਤੱਕ ਜੁੜ ਜਾਣਗੇ। ਸਭ ਤੋਂ ਪਹਿਲਾਂ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਪੱਖ ਮੈਂ ਜੈਬੰਤ ਸਿੰਘ ਤੁਹਾਡਾ ਲੈਣਾ ਚਾਹਾਂਗਾ ਕਿ ਜਿਹੜੀ ਇਹ ਯੋਜਨਾ ਲਾਗੂ ਕੀਤੀ ਗਈ ਹੈ, ਇਸ ਦੀ ਆਖਰਕਾਰ ਲੋੜ ਕੀ ਸੀ? ਤੇ ਨਾਲ ਹੀ ਮੈਂ ਇਹ ਸਵਾਲ ਵੀ ਐਡ ਕਰ ਦੇਣਾ ਚਾਹੁੰਦਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ, ਉਦੋਂ ਤੋਂ ਜਦੋਂ ਵੀ ਕੋਈ ਵੀ ਰਣਨੀਤੀ ਨਵੀਂ ਘੜਦੇ ਹੈ, ਨਵੀਂ ਰਣਨੀਤੀ ਨੂੰ ਲਾਗੂ ਕੀਤਾ ਜਾਂਦਾ ਹੈ, ਭਾਵੇਂ GST ਹੋਵੇ, ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਵਿਰੋਧ ਹੋਇਆ। ਉਸ ਤੋਂ ਬਾਅਦ ਕਿਸਾਨ ਅੰਦੋਲਨ ਹੋਇਆ, ਕਿਸਾਨ ਬਿੱਲ ਲਾਗੂ ਕਰਨਾ ਪਿਆ ਪਰੰਤੂ ਵਾਪਸ ਲੈਣਾ ਪਿਆ, ਉਸ ਤੇ ਵੀ ਕਿਤੇ ਨਾ ਕਿਤੇ ਕਿੰਤੂ ਪਰੰਤੂ ਹੋਇਆ। ਤੇ ਹੁਣ ਫਿਰ ਅਗਨੀਪਥ ਯੋਜਨਾ ਲਾਗੂ ਤਾਂ ਕਰ ਦਿੱਤੀ ਗਈ ਹੈ, ਪਰੰਤੂ ਪੂਰੇ ਦੇਸ਼ ਦੇ ਵਿੱਚ ਸਵਾਲ ਜਵਾਬ ਸ਼ੁਰੂ ਹੋ ਚੁੱਕੇ ਨੇ। ਆਖਰ ਅਗਨੀਪਥ ਦੀ ਲੋੜ ਕੀ ਸੀ? ਤੇ ਹੁਣ ਜਿਸ ਤਰ੍ਹਾਂ ਦੀ ਸਿਆਸਤ ਪੂਰੀ ਦੇਸ਼ ਦੀ ਹੋ ਚੁੱਕੀ ਹੈ, ਉਸ ਬਾਰੇ ਤੁਸੀਂ ਕਿਵੇਂ ਵੇਖਦੇ ਹੋ? ਥੈਂਕ ਯੂ ਚਰਨਜੀਤ ਜੀ। ਜਿਹੜੀ ਅਗਨੀਪਥ ਦੀ ਲੋੜ ਹੈ, ਮੇਰੇ ਖਿਆਲ ਇਹ ਤੇ ਪਿਛਲੇ 4 ਦਿਨ ਤੋਂ ਬਹੁਤ ਇਹਦੇ ਉੱਤੇ ਚਰਚਾ ਹੋ ਗਈ ਹੈ। ਬਾਰ-ਬਾਰ ਉਸੇ ਟਿੱਪਣੀ ਨੂੰ ਦੁਹਰਾਉਣਾ ਟਾਈਮ ਨੂੰ ਵੀ ਖਰਾਬ ਕਰਦਾ ਹੈ। ਪਰ ਮੈਂ ਛੋਟੀ ਜਿਹੀ ਗੱਲ ਕਰ ਦਿੰਦਾ ਕਿ ਜਿਹੜੇ ਨਵੇਂ ਤਰੀਕੇ ਦੀ ਆਰਮੀ ਹੈਗੀ ਹੈ, ਜਿਹੜੀ ਇੰਟੈਂਸਿਵ ਹੈਗੀ ਹੈ ਆਰਮੀ, ਟੈਕਨੋਲੋਜੀ ਇੰਟੈਂਸਿਵ ਆਰਮੀ ਹੈ, ਤੇ ਜਿਹੜੀਆਂ ਬੈਸਟ ਪ੍ਰੈਕਟਿਸਿਸ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ 4 ਸਾਲ ਪਹਿਲੇ 5 ਸਾਲ ਪਹਿਲੇ ਆਰਮੀ ਨੇ ਇੱਕ ਸਟੱਡੀ ਗਰੁੱਪ ਬਿਠਾਇਆ ਸੀਗਾ ਇਹ ਦੇਖਣ ਵਾਸਤੇ ਕਿ ਸਾਡੀ ਨਵੀਂ ਹਿਊਮਨ ਰਿਸੋਰਸ ਔਰ ਕਾਡਰ ਦੀ ਪਾਲਿਸੀ ਕੀ ਹੋਣੀ ਚਾਹੀਦੀ ਹੈ। ਉਹ ਜਿਹੜਾ ਸਟੱਡੀ ਗਰੁੱਪ ਹੈ, ਉਹ ਆਰਮੀ ਦੀ ਜਿਹੜੀ ਸਟੱਡੀ ਟੀਮ ਹੈਗੀ ਆ ਆਰਟਰੈਕ, ਉੱਥੇ ਬੈਠਿਆ ਸੀਗਾ। ਉਹਨੇ ਇੱਕ ਪੇਪਰ ਤਿਆਰ ਕੀਤਾ। ਪੇਪਰ ਨੂੰ ਇਹਨਾਂ ਨੇ ਉਹਦੇ ਉੱਤੇ ਪ੍ਰੈਜੈਂਟੇਸ਼ਨਸ ਹੋਈਆਂ। ਸਾਰੇ ਚੀਫ ਜਿੰਨੇ ਹੈਗੇ ਨੇ, ਤੁਸੀਂ ਦੇਖ ਲਓ ਕਿ ਜਨਰਲ ਬਿਕਰਮ ਰਾਵਤ ਜਦੋਂ ਚੀਫ ਸੇ ਉਹ CDS ਬਣੇ, ਉਹਦੇ ਬਾਅਦ 3 ਚੀਫ ਹੋ ਰਹੇ, ਹੁਣ 3 ਮਤਲਬ 7-8 ਚੀਫ ਜਿਹੜੇ ਨੇ ਉਹ ਇਸ ਚੀਜ਼ ਦੇ ਵਿੱਚ ਇਨਵੋਲਵਡ ਰਹੇ। ਬੜਾ ਸੋਚ ਸਮਝ ਕੇ ਬੜੇ ਗੰਭੀਰ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਅਗਨੀਵੀਰ ਨੂੰ ਲੈਣ ਦੀ ਪਾਲਿਸੀ ਜਿਹੜੀ ਹੈ ਉਹਨੂੰ ਇਹਨਾਂ ਨੇ ਫਾਰਮੂਲੇਟ ਕੀਤਾ, ਜਿਹਦੇ ਨਾਲ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੀਆਂ ਜਿਹੜੀਆਂ ਕਾਡਰ ਬੇਸਡ ਐਸਪਾਇਰੇਸ਼ਨਸ ਨੇ ਉਹ ਪੂਰੀਆਂ ਹੋ ਜਾਣਗੀਆਂ। ਮਿਲਟਰੀ ਦੀ ਜਿਹੜੀ ਏਜ 32 ਤੇ ਉਹ 26 ਤੇ ਆ ਜਾਏਗੀ। ਨੈਸ਼ਨਲਿਜ਼ਮ ਦੇ ਵੱਲ ਜਿਹੜੀ ਆਰਮੀ ਨੂੰ ਕੰਟਰੀਬਿਊਸ਼ਨ ਕਰਨੀ ਚਾਹੀਦੀ ਹੈ ਉਹ ਵੀ ਹੋ ਜਾਏਗੀ, ਤੇ ਸਾਡੀ ਜਿਹੜੀ ਓਵਰਆਲ ਸਟਰੈਂਥ ਹੈ ਸਾਡੇ ਜਵਾਨਾਂ ਦੀ ਤੇ ਉਹਨਾਂ ਦੀ ਟੈਕਨੋਲੋਜੀਕਲ ਜਿਹੜਾ ਬੇਸ ਹੈ ਉਹ ਵੱਧ ਜਾਏਗਾ। ਸੋ ਇਹ ਇੱਕ ਆਰਮੀ ਦੀ ਇੱਕ ਬੜੀ ਨਾਰਮਲ ਕੀ ਕਹਿੰਦੇ ਨੇ ਇੱਕ ਸਟੱਡੀ ਟੀਮ ਸੀਗੀ। ਉਹਨਾਂ ਨੂੰ ਇਹ ਠੀਕ ਲੱਗਿਆ, ਉਹਨਾਂ ਨੇ ਗਵਰਨਮੈਂਟ ਨੂੰ ਦੱਸਿਆ, ਗਵਰਨਮੈਂਟ ਨੇ ਇਹਨੂੰ ਅਪਰੂਵ ਕਰ ਦਿੱਤਾ ਤੇ ਇਹ ਅਪਲਾਈ ਹੋ ਗਈ। 14 ਤਰੀਕ ਨੂੰ ਇਹਦੀ ਐਪਲੀਕੇਸ਼ਨ ਦੇ ਬਾਰੇ ਦੱਸ ਦਿੱਤਾ। ਸਾਰਿਆਂ ਨੂੰ ਪਤਾ ਸੀਗਾ 4 ਸਾਲ ਪਹਿਲੇ ਤੋਂ ਕਿ ਇਹ ਅਗਨੀਪਥ ਦੀ ਜਿਹੜੀ ਇਹ ਚੱਲ ਰਹੀ ਹੈ, ਐਟਲੀਸਟ ਫੌਜ ਦੇ ਵਿੱਚ ਤੇ ਪਤਾ ਸੀਗਾ। ਸ਼ਾਇਦ ਅੱਛਾ ਇਹ ਹੁੰਦਾ ਕਿ ਅਗਰ ਅਸੀਂ ਇਹਦੇ ਬਾਰੇ ਪਹਿਲੇ ਮੀਡੀਆ ਦੇ ਵਿੱਚ ਗੱਲ ਕਰ ਦਿੰਦੇ ਜਾਂ ਇਹਦੀਆਂ ਨੋਟੀਫਿਕੇਸ਼ਨਸ ਆਪਣੇ ਰਿਕਰੂਟਿੰਗ ਡਾਇਰੈਕਟੋਰੇਟ ਨੂੰ ਦੇ ਦਿੰਦੇ। ਪਰ ਫੌਜ ਇਹਦਾ ਕੰਮ ਨਹੀਂ ਕਰਦੀ। ਫੌਜ ਨਾਰਮਲੀ ਜਦੋਂ ਪਾਲਿਸੀ ਲੈ ਕੇ ਆ ਜਾਂਦੀ ਹੈ ਤੇ ਉਹ ਪਾਲਿਸੀ ਦੇ ਉੱਤੇ ਉਹਨੂੰ ਸਾਰੇ ਉਹਦੇ ਇੰਟਰਨਲ ਚਿੰਤਨ ਹੁੰਦਾ ਹੈ। ਦੇਖੋ ਫੌਜ ਦਾ ਕੋਈ ਚਿੰਤਨ ਜਿਹੜਾ ਹੁਣ ਸਾਰੇ ਕਹਿ ਰਹੇ ਨੇ ਕਿ ਇਹਦੀ ਗੱਲ ਪਾਰਲੀਮੈਂਟ 'ਚ ਹੋਣੀ ਚਾਹੀਦੀ ਹੈ। ਇੰਟਰਨਲ HR ਪਾਲਿਸੀ ਹੈਗੀ ਹੈ ਆਰਮਡ ਫੋਰਸਿਸ ਦੀ। ਇਹ ਕੋਈ ਲੈਜਿਸਲੇਸ਼ਨ ਤੇ ਹੈ ਨਹੀਂ ਨਾ ਜਿਹਦੇ ਉੱਤੇ ਚਰਚਾ ਹੋਏਗੀ ਪਾਰਲੀਮੈਂਟ ਦੇ ਵਿੱਚ ਜਾਂ ਜਿਹਦੇ ਉੱਤੇ ਡਿਬੇਟ ਹੋਏਗੀ। ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਮੁੱਦਾ ਪੂਰੇ ਦੇਸ਼ ਦਾ ਬਣ ਚੁੱਕਾ ਹੈ। ਮੁੱਦਾ ਬਾਰਡਰਾਂ ਦਾ ਨਹੀਂ, ਪੂਰਾ ਸਮਾਜਿਕ ਤਾਣੇ ਬਾਣੇ ਦਾ, ਜਿਸ ਦੀ ਤੁਸੀਂ ਅਗਨੀਪਥ ਦੀ ਗੱਲ ਕਰਦੇ ਹੋ। ਵਿਰੋਧੀ ਧਿਰਾਂ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜੋ ਪੰਜਾਬ ਦੇ ਨਾਲ ਪੂਰੇ ਸੂਬੇ ਦੇ ਕੋਈ ਵੀ ਸੈਨਾ ਤੋਂ ਰਿਟਾਇਰ ਅਫਸਰ ਨੇ, ਉਹਨਾਂ ਦੇ ਨਾਲ ਵੀ ਕੋਈ ਤਾਲਮੇਲ ਨਹੀਂ ਬਿਠਾਇਆ ਗਿਆ। ਉਹਨਾਂ ਤੋਂ ਵੀ ਕੋਈ ਇਸ ਗੱਲ ਦੇ ਉੱਤੇ ਚਰਚਾ, ਕੋਈ ਕਿੰਤੂ ਪਰੰਤੂ ਉਹ ਨਹੀਂ ਲਿਆ ਗਿਆ, ਨਾ ਹੀ ਸੰਸਦ ਦੇ ਵਿੱਚ ਇਸ ਤੇ ਟਿੱਪਣੀ ਹੋਈ। ਫਿਰ ਆਖਰਕਾਰ ਸਿੱਧੇ ਤੌਰ ਤੇ ਇਹਨੂੰ ਲਾਗੂ ਕਰ ਦੇਣਾ ਕਿਤੇ ਨਾ ਕਿਤੇ ਸਵਾਲਾਂ ਦਾ ਘੇਰਾ ਤਾਂ ਹੈ ਹੀ ਹੈ ਨਾ।
ਇਹ ਤੁਸੀਂ ਬਿਲਕੁਲ ਠੀਕ ਕਿਹਾ ਤੇ ਮੇਰਾ ਜਵਾਬ ਪਹਿਲੇ ਵਰਗਾ ਹੀ ਹੈ। ਦੇਖੋ, ਮੈਂ ਜਵਾਬ ਆਪਣੇ ਵੱਲੋਂ ਨਹੀਂ ਦੇ ਰਿਹਾ, ਮੈਂ ਜਵਾਬ ਉਹ ਦੇ ਰਿਹਾ ਜੋ ਆਰਮੀ ਕਹਿੰਦੀ ਹੈ ਜਵਾਬ ਨੂੰ, ਜੋ ਆਰਮੀ ਦੇ ਜਵਾਬ ਨੇ। ਬੇਸਿਕਲੀ ਕੋਈ ਐਸਾ ਸਿਸਟਮ ਨਹੀਂ ਹੈ। ਦੇਖੋ, ਜਿਹੜੇ ਵੈਟਰਨਸ ਹੁੰਦੇ ਨੇ ਉਹਨਾਂ ਕੋਲੋਂ ਇਨਫੋਰਮਲੀ ਉਹਨਾਂ ਦੀ ਇਨਪੁਟ ਜ਼ਰੂਰ ਲਈ ਜਾਂਦੀ ਹੈ। ਪੱਕਾ ਯਕੀਨ ਹੋਏਗਾ ਮੈਨੂੰ ਕਿ ਜਦੋਂ ਇਹ ਬਣ ਰਿਹਾ ਸੀਗਾ ਤੇ ਪੁਰਾਣੇ ਵੈਟਰਨਸ ਕੋਲੋਂ ਵੀ ਲਿਆ ਗਿਆ ਸੀਗਾ। ਇਨਫੈਕਟ ਕਈ ਆਦਮੀ ਜਿਨ੍ਹਾਂ ਨੇ ਇਹਨੂੰ ਬਣਾਉਣ ਦੇ ਵਿੱਚ ਯੋਗਦਾਨ ਦਿੱਤਾ ਹੈ, ਉਹ ਹੁਣ ਵੈਟਰਨ ਹੋ ਗਏ ਨੇ। ਉਹ ਇਹਦੇ ਸਪੋਰਟ ਦੇ ਵਿੱਚ ਕਈ ਆਰਟੀਕਲਸ ਲਿਖ ਰਹੇ ਨੇ। ਜਿਹੜਾ ਪੁਰਾਣਾ ਐਡਜੂਟੈਂਟ ਜਨਰਲ ਜਿਹਨੇ ਇਹ ਬਣਾਇਆ, ਫਾਰਮੂਲੇਟ ਕੀਤਾ ਸੀਗਾ, ਉਹ ਰਿਟਾਇਰ ਹੋ ਗਿਆ, ਸੇਵਾ ਨਿਯੁਕਤ ਹੋ ਗਿਆ ਹੋਇਆ ਹੈ। ਤੇ ਬਾਕੀ ਰਹਿ ਗਈ ਗੱਲ ਕਿ ਪੂਰੇ ਇਹ ਜਿਹੜੀ ਅੱਗ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਅੱਗ ਕਾਹਦੇ ਵਾਸਤੇ। ਆਫਟਰ ਆਲ ਆਰਮੀ ਦੀ ਕਿੰਨੀ ਕੁ ਰਿਕਰੂਟਮੈਂਟ ਹੈਗੀ ਹੈ। ਸਾਡੇ ਇੱਥੇ ਜਿਹੜਾ ਯੂਥ ਦਾ ਪ੍ਰੋਬਲਮ ਹੈ, 10-20 ਲੱਖ ਦਾ ਹੈ। ਅਸੀਂ ਤੇ ਸਾਲ ਦੇ ਵਿੱਚ 45-50,000 ਹੀ ਬੰਦੇ ਲੈਣੇ ਆ। ਤੇ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਵਾਂ ਚਰਨਜੀਤ ਜੀ, ਸਾਡਾ ਪਹਿਲੇ 8 ਸਾਲ ਦੇ ਵਿੱਚ ਜਿਹੜਾ ਵੇਸਟੇਜ ਰੇਟ ਹੁੰਦਾ ਹੈ ਉਹ ਐਟਲੀਸਟ 17% ਹੁੰਦਾ ਹੈ। ਤੇ ਕਾਫੀ ਲੋਕ ਜਿਹੜੇ ਨੇ ਏਦਾਂ ਵੀ ਉਹਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ। ਤੇ ਇਹ ਜਿਹੜੀ ਅੱਗ ਲੱਗੀ ਹੋਈ ਹੈ, ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਮੋਟਿਵਸ ਹੈਗੇ ਨੇ। ਸਭ ਤੋਂ ਪਹਿਲੇ ਤੇ ਪਤਾ ਲੱਗਦਾ ਹੈ ਕਿ ਕਹਿੰਦੇ ਨੇ ਕਿ ਕੋਚਿੰਗ ਮਾਫੀਆ ਨੇ ਇਸ ਚੀਜ਼ ਨੂੰ ਜ਼ਿਆਦਾ ਭੜਕਾਇਆ ਬਿਹਾਰ ਵਗੈਰਾ ਦੇ ਵਿੱਚ। ਮੈਂ ਇਹ ਵੀ ਕਹਿਣ ਤੋਂ ਝਿਜਕਾਵਾਂਗਾ ਨਹੀਂ ਕਿ ਫੋਰਨ ਫੋਰਸਿਸ ਆਪਣੇ ਪੋਲੀਟੀਕਲ ਗੇਨਸ ਦੇ ਵਾਸਤੇ ਇਹਦੇ ਵਿੱਚ ਆ ਰਹੇ ਨੇ, ਤੇ ਪੋਲੀਟੀਕਲ ਫੋਰਸਿਸ ਵੀ ਇਹਦੇ ਵਿੱਚੋਂ ਕੁਝ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਇਹ ਅਪੀਲ ਕਰਾਂਗਾ ਸਭ ਨੂੰ ਕਿ ਇਹ ਅੱਗ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਆਰਮੀ ਨੂੰ ਜਿੰਨੇ ਕੁ ਬੰਦੇ ਚਾਹੀਦੇ ਨੇ ਇੱਕ ਸਾਲ ਦੇ ਵਿੱਚ, ਆਰਮੀ ਨੇ 100% ਲੈ ਰਹੇ ਨੇ, ਕਿਉਂਕਿ ਆਰਮੀ ਦੀ ਕਾਡਰ ਸਟਰੈਂਥ ਘੱਟ ਨਹੀਂ ਹੋ ਸਕਦੀ। ਤੁਸੀਂ ਬਿਹਾਰ ਦੀ ਗੱਲ ਕੀਤੀ ਹੈ, ਮੈਂ ਰੋਕਣਾ ਚਾਹਾਂਗਾ। ਤੁਸੀਂ ਬਿਹਾਰ ਦੀ ਗੱਲ ਕੀਤੀ ਹੈ। ਬਿਹਾਰ ਦੇ ਵਿੱਚ ਤੇਜਸਵੀ ਯਾਦਵ ਦਾ ਬਿਆਨ ਹੈ, ਉਹਨਾਂ ਵੱਲੋਂ ਕਿਹਾ ਗਿਆ ਕਿ ਕਿਤੇ ਨਾ ਕਿਤੇ ਪੋਲੀਟੀਕਲ ਮੋਟਿਵ ਦੇ ਨਾਲ ਆਰਐਸਐਸ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ। ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਦੇਖੋ, ਮੈਂ ਆਰਐਸਐਸ ਦਾ ਤੇ ਨਾ ਮੈਂ ਉਹ ਆਰਐਸਐਸ ਦਾ ਕਾਡਰ ਆ, ਨਾ ਮੈਨੂੰ ਪਤਾ ਹੈ ਕਿ ਆਰਐਸਐਸ ਕਿੱਦਾਂ ਇਹਦਾ ਫਾਇਦਾ ਚੁੱਕ ਸਕਦੀ ਹੈ ਤੇ ਕੀ ਉਹ ਕਰਨਾ ਚਾਹੁੰਦੀ ਹੈ। ਆਰਮੀ ਦੇ ਵਿੱਚ ਇਸ ਤਰੀਕੇ ਕਿਸੇ ਦੇ ਵੀ ਕਾਡਰ ਦੇ ਬੰਦੇ ਨਹੀਂ ਜਾਂਦੇ। ਆਰਮੀ ਦੇ ਵਿੱਚ ਕੋਈ ਸਰਟੀਫਿਕੇਟ ਨਹੀਂ ਲੈ ਕੇ ਕਿਸੇ ਨੂੰ ਭੇਜਦਾ ਕਿ ਤੂੰ ਆਰਐਸਐਸ ਦਾ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲਿਆ ਹੋਇਆ ਹੈ ਜਾਂ ਤੂੰ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਨਾਲ ਮਿਲਿਆ। ਆਰਮੀ ਦੇ ਵਿੱਚ ਜਿਹੜੀ ਰਿਕਰੂਟਮੈਂਟ ਹੁੰਦੀ ਹੈ ਉਹ ਬਿਲਕੁਲ ਸਾਫ਼ ਹੁੰਦੀ ਹੈ ਤੇ ਆਲ ਇੰਡੀਆ ਆਲ ਕਲਾਸ AIAC ਦੇ ਤਹਿਤ ਹੁੰਦੀ ਹੈ। ਸੋ ਇਹ ਜਿਹੜੀ ਬੜੀ ਪੋਲੀਟੀਕਲ ਟਿੱਪਣੀ ਹੈ, ਇਹਦੇ ਉੱਤੇ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ। ਠੀਕ ਹੈ, ਕਾਂਗਰਸ ਤੋਂ ਜੁੜੇ ਆ ਸਾਡੇ ਨਾਲ ਵਿਨੋਦ ਭਾਰਤੀ ਜੀ। ਵਿਨੋਦ ਭਾਰਤੀ ਜੀ, ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਜਦੋਂ ਵੀ ਮੋਦੀ ਸਰਕਾਰ ਵੱਲੋਂ ਕੋਈ ਵੀ ਬਿੱਲ ਨਵਾਂ ਲਾਗੂ ਕੀਤਾ ਜਾਂਦਾ, ਨਵੀਂ ਨੀਤੀ ਲਾਗੂ ਕੀਤੀ ਜਾਂਦੀ ਹੈ, ਕਾਂਗਰਸ ਕਿਤੇ ਨਾ ਕਿਤੇ ਅੰਦਰੂਨੀ ਤੌਰ ਤੇ ਜ਼ਰੂਰ ਵਿਰੋਧ ਕਰਦੀ ਹੈ, ਖੁੱਲ ਕੇ ਵਿਰੋਧ ਨਹੀਂ ਕਰਦੀ। ਆਖਿਰ ਕਾਰਨ ਕੀ ਹੈ ਕਿ ਕਾਂਗਰਸ ਖੁੱਲ ਕੇ ਵਿਰੋਧ ਕਿਉਂ ਨਹੀਂ ਕਰ ਰਹੀ? देखो, गल है मेरी आवाज आ रही है जी? आवाज आ रही है सर? जी जी बिल्कुल विनोद भारती जी, आवाज आ रही है। चरणजीत जी, गल है भी कांग्रेस पार्टी ही एक ऐसी देश की पार्टी है जिन्हें डेमोक्रेसी दी जड़ा हिंदुस्तान च मजबूत की और उन्हें विरोध करना है, डेमोक्रेटिकली करना है। डिक्टेटोरियल सरकारां दे खिलाफ जो भी असी ਉਹਨਾਂ ਦੇ ਡਿਕਟੇਟੋਰੀਅਲ ਜੋ ਉਹਨਾਂ ਦੇ ਆਦੇਸ਼ ਹੈ, ਉਹਨਾਂ ਦੇ ਆਰਡਰਸ ਹੈ, ਉਹਨਾਂ ਦਾ ਅਸੀਂ ਵਿਰੋਧ ਡੈਮੋਕ੍ਰੈਟਿਕ ਢੰਗ ਨਾਲ ਕਰਨਾ ਹੁੰਦਾ ਹੈ ਤੇ ਡੈਮੋਕ੍ਰੈਟਿਕ ਢੰਗ ਨਾਲ ਹੀ ਕਰਾਂਗੇ। ਉਹਨੂੰ ਤੁਸੀਂ ਚਾਹੇ ਅੰਦਰੂਨੀ ਕਹੋ ਚਾਹੇ ਬਾਹਰੀ ਕਹੋ। ਜਿਹੜੀ ਅੱਜ ਵਾਲਾ ਮੁੱਦਾ ਹੈਗਾ, ਐਕਚੁਅਲੀ ਸਰਕਾਰ ਨੇ ਬੜੀ ਹੁਸ਼ਿਆਰੀ ਦੇ ਨਾਲ ਆਪਣਾ ਇੱਕ ਬਰਡਨ ਆਪਣੇ ਸਿਰ ਤੋਂ ਲਾਹ ਕੇ ਦੂਸਰਿਆਂ ਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ। ਸਾਡਾ ਜਿਹੜਾ 5.25 ਲੱਖ ਕਰੋੜ ਦਾ ਡਿਫੈਂਸ ਬਜਟ ਹੈ ਜੀ, ਉਹਦੇ ਵਿੱਚ 22% ਜਿਹੜਾ ਉਹ ਪੈਨਸ਼ਨ ਦੇ ਰੂਪ ਚ ਚਲਾ ਜਾਂਦਾ ਹੈ, ਲਗਭਗ 1.19 ਲੱਖ ਕਰੋੜ। ਔਰ 52 ਸਾਡੇ ਕੋਲ 6 ਲੱਖ ਡਿਫੈਂਸ ਵਿਡੋਜ਼ ਹੈ ਜਿਨ੍ਹਾਂ ਨੂੰ ਪੈਨਸ਼ਨ ਜਾਂਦੀ ਹੈ, 20 ਲੱਖ ਵੈਟਰਨ ਡਿਫੈਂਸ ਹੈ, 52 ਲੱਖ ਸੈਂਟਰਲ ਸਿਵਲੀਅਨ ਪੈਨਸ਼ਨਸ ਹੈ। ਸਰਕਾਰ ਨੇ ਬੜੀ ਹੁਸ਼ਿਆਰੀ ਦੇ ਨਾਲ ਇਹ ਜਿਹੜਾ ਅਗਨੀ ਪਥ ਦਾ ਔਰ ਅਗਨੀ ਵੀਰ ਦਾ ਜਿਹੜਾ ਇਹ ਲੈ ਕੇ ਆਂਦਾ ਨਵਾਂ ਸ਼ੋਸ਼ਾ, ਉਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੀ ਸ਼ਰਤ ਇਹ ਰੱਖੀ ਕਿ ਇਹਨਾਂ ਨੂੰ ਕੋਈ ਪੈਨਸ਼ਨ ਨਹੀਂ, ਇਹਨਾਂ ਨੂੰ ਕੋਈ ਹੈਲਥ ਫੈਸਿਲਿਟੀ ਨਹੀਂ, ਇਹਨਾਂ ਨੂੰ ਕੋਈ ਕੈਂਟੀਨ ਫੈਸਿਲਿਟੀ ਨਹੀਂ, ਉਹਨਾਂ ਨੂੰ 30 ਤੋਂ 40 ਹਜ਼ਾਰ ਤਨਖਾਹ ਮਿਲੇਗੀ, ਜਿਹਦਾ 30% ਜਾਂ 33% ਉਹਨਾਂ ਦਾ ਕੱਟਿਆ ਜਾਏਗਾ ਔਰ 4 ਸਾਲ ਬਾਅਦ ਉਹਨਾਂ ਨੂੰ ਇਕੱਠਾ ਮਿਲੇਗਾ। ਜਿੰਨਾ ਉਹਨਾਂ ਦੀ ਕਲੈਕਸ਼ਨ ਹੋਏਗੀ ਉਹਨਾਂ ਸਰਕਾਰ ਪਾਏਗੀ। ਉਹਦੇ ਬਾਅਦ ਸਰਕਾਰ ਸੁਰਖਰੂ ਸਰਕਾਰ ਨੇ 4 ਸਾਲ ਕੰਮ ਲੈ ਲਿਆ ਉਹਨਾਂ ਕੋਲੋਂ, ਉਹ ਰਿਟਾਇਰ।
ਜਿਹੜੀ ਬੱਚੇ ਦੀ ਉਮਰ 24-25 ਸਾਲ ਉਹਨੇ ਆਪਣੀ ਜ਼ਿੰਦਗੀ ਸ਼ੁਰੂ ਕਰਨ ਵਾਲੀ ਹੈ, ਉੱਥੇ ਤਾਂ ਆ ਕੇ ਖਤਮ ਹੋ ਗਈ। ਸੋ ਸਰਕਾਰ ਸਾਡੀ ਉਹਨਾਂ ਨੌਜਵਾਨਾਂ ਦੇ ਨਾਲ ਇੱਕ ਬੜਾ ਵੱਡਾ ਧੋਖਾ ਕਰਨ ਜਾ ਰਹੀ ਹੈ। ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਜੀ, ਕਿਉਂਕਿ ਜਿਹੜੀਆਂ ਵੇਰੀਐਂਟ ਪਾਰਲੀਮੈਂਟਰੀ ਕਮੇਟੀਜ਼ ਹੈ ਉਹਨਾਂ ਨੇ ਵੱਖ-ਵੱਖ ਟਾਈਮ ਤੇ ਜਿਹੜੀਆਂ ਉਹਨਾਂ ਦੀਆਂ ਮੀਟਿੰਗਸ ਹੋਈਆਂ, ਉੱਥੇ ਉਹਨਾਂ ਨੇ ਕਿਹਾ ਵੀ GDP ਦਾ 3% ਜੋ ਹੈ ਉਹ ਡਿਫੈਂਸ ਦੇ ਉੱਪਰ ਖਰਚ ਹੋਣਾ ਚਾਹੀਦਾ, ਜਦ ਕਿ ਅਸੀਂ 2% ਤੋਂ ਉੱਪਰ ਨਹੀਂ ਟੱਪੇ। ਠੀਕ ਹੈ। ਸਰਕਾਰ ਇਕਨੋਮਿਕਲੀ ਜਿਹੜੀ ਹੈ ਉਹ ਸਿਰਫ 2-3 ਘਰਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ, ਬਾਕੀ ਉਹ ਕਿਸੇ ਨੂੰ ਫਾਇਦਾ ਨਹੀਂ ਪਹੁੰਚਾਉਣਾ ਚਾਹੁੰਦੀ। ਕਿਹੜੇ ਘਰਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ? ਉਹਨਾਂ ਦੇ ਨਾਂ ਵੀ ਨਸ਼ਰ ਕਰ ਦਿਓ। ਆਹੀ ਨੇ ਜਿਹੜੇ ਸਾਡੇ ਜਿਨ੍ਹਾਂ ਦਾ ਸਾਰੀ ਦੁਨੀਆ ਨਾ ਜਾਣਦੀ ਹੈ, ਅਡਾਨੀ ਅੰਬਾਨੀ। ਉਹਨਾਂ ਦੀਆਂ ਦੇਖੋ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਦਿਨ ਬਾ ਦਿਨ ਵਧੀ ਜਾਂਦੀਆਂ ਨੇ। 2014 ਚ 50,000 ਕਰੋੜ ਸੀ ਅਡਾਨੀ ਸਾਹਿਬ, ਅੱਜ 2021 ਚ 4,84,000 ਕਰੋੜ ਤੇ ਆ ਗਏ। ਅੰਬਾਨੀ ਸਾਹਿਬ 26 ਬਿਲੀਅਨ ਤੋਂ 76 ਬਿਲੀਅਨ ਤੇ ਚਲੇ ਗਏ ਕਿ ਹੋਰ ਕਿਹਦੀ ਕੈਪੀਟਲ ਵਧੀ ਹੈ। ਸਾਰਿਆਂ ਬਾਰੇ ਹੀ ਸੋਚੇ ਨਾ ਸਰਕਾਰ, ਤਾਂ ਸਾਨੂੰ ਕਦੀ ਇਤਰਾਜ਼ ਨਾ ਹੋਵੇ। ਪਰੰਤੂ ਫਿਰ ਹੁਣ ਕਾਂਗਰਸ ਖੁੱਲ ਕੇ ਵਿਰੋਧ ਕਿਉਂ ਨਹੀਂ ਕਰ ਰਹੀ? ਸਵਾਲ ਤਾਂ ਇਹੀ ਹੈ ਨਾ, ਸਵਾਲ ਇਹੀ ਖੜਾ ਹੋ ਰਿਹਾ ਕਿ ਕਾਂਗਰਸ ਖੁੱਲ ਕੇ ਵਿਰੋਧ ਕਿਉਂ ਨਹੀਂ ਕਰ ਰਹੀ? ਨਾ ਤਾਂ ਕਿਸਾਨ ਅੰਦੋਲਨ ਦੇ ਟਾਈਮ ਖੁੱਲ ਕੇ ਵਿਰੋਧ ਕੀਤਾ, ਜਦੋਂ ਕਿਸਾਨ ਬਾਹਰ ਆਏ ਉਦੋਂ ਹੀ ਬਾਹਰ ਆਏ, ਨਾ GST ਦੇ ਟਾਈਮ ਵਿਰੋਧ ਕੀਤਾ, ਵਪਾਰੀਆਂ ਵੱਲੋਂ ਵਿਰੋਧੀਕਰਨ ਜ਼ਰੂਰ ਕੀਤਾ ਗਿਆ ਪਰੰਤੂ ਕਾਂਗਰਸ ਨੇ ਕੋਈ ਵੀ ਹੁਲਾਰਾ ਨਹੀਂ ਦਿੱਤਾ। ਆਖਿਰ ਕਾਰਨ ਕੀ ਹੈ? ਕਿੱਥੇ ਡਰਦੇ ਹੋ? ਕਿ ਕਿਤੇ ਇਹ ਡਰ ਤਾਂ ਨਹੀਂ ਲੱਗਦਾ ਕਿ ਰਾਹੁਲ ਗਾਂਧੀ ਨੂੰ ਪਹਿਲਾਂ ਜਿਸ ਤਰ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿਨ ਬਰ ਦਿਨ ਬੁਲਾਇਆ ਗਿਆ, ਉਸ ਨੂੰ ਦੇਖ ਕੇ ਕਾਂਗਰਸ ਪੈਰ ਪਿੱਛੇ ਖਿੱਚ ਰਹੀ ਹੈ? ਨਹੀਂ, ਜੇਕਰ ਕਾਂਗਰਸ ਡਰਦੀ ਹੁੰਦੀ ਤਾਂ ਕਾਂਗਰਸ ਇਹਨਾਂ ਦਾ ਵਿਰੋਧ ਨਾ ਕਰਦੀ। ਕਾਂਗਰਸ ਤਾਂ ਕਿਸਾਨਾਂ ਨਾਲ ਡਟ ਕੇ ਖੜੀ ਰਹੀ ਔਰ ਬਾਰ-ਬਾਰ ਸਰਕਾਰ ਨੂੰ ਕਾਂਗਰਸ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੀਆਂ ਮੰਗਾਂ ਮੰਨੋ, ਕਿਸਾਨਾਂ ਨਾਲ ਤੁਸੀਂ ਧੱਕਾ ਕਰ ਰਹੇ ਹੋ, ਕਿਸਾਨਾਂ ਨਾਲ ਨਜਾਇਜ਼ ਕਰ ਰਹੇ ਹੋ। ਔਰ ਜੇਕਰ ਅੱਜ ਦੀ ਗੱਲ ਹੈ ਤਾਂ ਅਸੀਂ ਨੌਜਵਾਨਾਂ ਦੇ ਨਾਲ ਖੜੇ ਹਾਂ, ਕਿਉਂਕਿ ਨੌਜਵਾਨ, ਲੇਕਿਨ ਅਸੀਂ ਉਹਦੇ ਨਾਲ ਨਹੀਂ ਖੜੇ ਜਿਹੜੀ ਹਿੰਸਾ ਹੋ ਰਹੀ ਹੈ। ਠੀਕ ਹੈ। ਹਿੰਸਾ ਜਿਹੜੀ ਹੈ ਉਹਦੇ ਨਾਲ ਅਸੀਂ ਨਹੀਂ ਖੜੇ, ਲੇਕਿਨ ਅਹਿੰਸਾਵਾਦੀ ਅਸੀਂ ਹਾਂ। ਸਾਡੀ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਆਈਡੀਓਲੋਜੀ ਹੈ ਕਿ ਅਸੀਂ ਅਹਿੰਸਾਵਾਦੀ ਹਾਂ। ਅਸੀਂ ਅਹਿੰਸਾ ਰੂਪ ਚ ਹੀ ਉਹਨਾਂ ਦੀ ਮਦਦ ਕਰਾਂਗੇ ਔਰ ਸਰਕਾਰ ਨੂੰ ਇਹ ਰਿਕੁਐਸਟ ਕਰਾਂਗੇ ਕਿ ਉਹ ਜੋ ਵੀ ਕਦਮ ਉਠਾਉਣ ਉਹ ਸੋਚ ਸਮਝ ਕੇ ਉਠਾਉਣ। ਮੈਨੂੰ ਇਹ ਲੱਗਦਾ ਵੀ ਜਿਹੜੇ ਸਰਕਾਰ ਦੇ ਐਡਵਾਈਜ਼ਰ ਨੇ ਉਹ ਸਰਕਾਰ ਨੂੰ ਕਦੇ ਵੀ ਚੰਗੀ ਐਡਵਾਈਸ ਨਹੀਂ ਦਿੰਦੇ, ਚਾਹੇ ਉਹ 15 ਲੱਖ ਵਾਲੀ ਲੋਕਾਂ ਦੇ ਖਾਤੇ ਜਾਣ ਵਾਲੀ ਹੋਵੇ, ਚਾਹੇ GST ਹੋਵੇ, ਚਾਹੇ ਨੋਟਬੰਦੀ ਹੋਵੇ, ਚਾਹੇ ਧਾਰਾ 370 ਤੋੜਨੀ ਹੋਵੇ। ਇਹਨਾਂ ਨੂੰ ਮਤਲਬ ਮੌਕੇ ਦਾ ਪਤਾ ਹੀ ਨਹੀਂ ਕਿ ਕਿਸ ਮੌਕੇ ਤੇ ਕਿਹੜਾ ਸਟੈਪ ਲੈਣਾ। ਦੇਖੋ ਜਿਹੜੀ ਸਾਡੀ ਮਿਲਟਰੀ ਹੈ ਇਹਦੇ ਉੱਪਰ ਦੇਸ਼ ਦੀ ਸੁਰੱਖਿਆ ਦਾ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ। ਪਰ ਵਿਨੋਦ ਜੀ, ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਮਨਮੋਹਨ ਸਿੰਘ ਦੀਆਂ ਜੋ ਨੀਤੀਆਂ ਸੀ ਉਹਨਾਂ ਨੂੰ ਕਿਤੇ ਨਾ ਕਿਤੇ BJP ਲਾਗੂ ਕਰ ਰਹੀ ਹੈ, ਭਾਵੇਂ GST ਲਾਗੂ ਹੋਇਆ, ਭਾਵੇਂ ਕਿਸਾਨ ਅੰਦੋਲਨ ਦੇ ਟਾਈਮ ਕਿਸਾਨ ਬਿੱਲ ਲੈ ਕੇ ਆਏ ਸੀ, ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਸਵਾਲ ਇਹੀ ਖੜਾ ਹੁੰਦਾ ਸੀ ਕਿ ਕਾਂਗਰਸ ਦੀ ਦੇਣ ਹੈ। ਤੇ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਕਿ ਪ੍ਰਧਾਨ ਮੰਤਰੀ ਸਾਬਕਾ ਹੋ ਚੁੱਕੇ ਨੇ ਜੋ, ਉਹਨਾਂ ਦੇ ਵੱਲੋਂ ਇਹ ਕਿਤੇ ਨਾ ਕਿਤੇ ਕਾਰਗੁਜ਼ਾਰੀ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਹੀ ਕਾਂਗਰਸ ਕਿਤੇ ਨਾ ਕਿਤੇ ਆਪਣਾ ਪਿੱਛਾ ਛੁਡਾਉਂਦੀ ਦਿਖਾਈ ਦੇ ਰਹੀ ਹੈ। ਨਹੀਂ ਚਰਨਜੀਤ ਜੀ, ਮੈਂ ਬੜੇ ਅਦਬ ਨਾਲ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦਾ ਕਿ ਜਿਹੜੀ ਸੀਗੀ ਨਾ ਇਹਦੀ GST ਦੀ, GST ਜੋ ਕਾਂਗਰਸ ਸਰਕਾਰ ਲਿਆਉਣਾ ਚਾਹੁੰਦੀ ਸੀ, ਇਹਨਾਂ ਨੇ ਬਿਲਕੁਲ ਉਹਦੀ ਰੂਪਰੇਖਾ ਬਦਲਤੀ, ਬਿਲਕੁਲ ਐਂਟਾਇਰਲੀ। ਨਹੀਂ, ਤੁਸੀਂ ਇਸ ਸਵਾਲ ਨਾਲ ਸਹਿਮਤ ਹੋ ਕਿ ਇਹ ਪਾਲਿਸੀ ਪਹਿਲਾਂ ਜੋ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਲਾਗੂ ਕਰਨ ਦੀ ਤਿਆਰੀ ਸੀ, ਕਾਂਗਰਸ ਤਿਆਰੀ ਦੇ ਵਿੱਚ ਸੀ ਇਸ ਪਾਲਿਸੀ ਨੂੰ, ਜਿਹੜੀ ਹੁਣ ਨਰਿੰਦਰ ਮੋਦੀ ਨੇ ਲਾਗੂ ਕੀਤੀ ਹੈ? ਜਿਹੜੀ ਸਾਡੀ ਬਣਾਈ ਹੋਈ ਪਾਲਿਸੀ ਹੈ, ਅੱਜ ਦੀ ਸਰਕਾਰ ਨੇ GST ਦਾ ਇੱਕ ਫੱਟਾ ਰੱਖਿਆ, ਬਾਕੀ ਸਾਰਾ ਕੁਝ ਉਹਦਾ ਬਦਲਤਾ। ਸਟੇਟਾਂ ਦਾ ਜਿਹੜਾ ਹੱਕ ਸੀ, ਉਹ ਸਟੇਟਾਂ ਦਾ ਹੱਕ ਜੋ ਕਾਂਗਰਸ ਪਾਰਟੀ ਨੇ ਦਿੱਤਾ ਸੀ ਉਹ ਇਹਨਾਂ ਨੇ ਖੋਲਿਆ ਔਰ ਉਹ ਸਟੇਟਾਂ ਨੂੰ ਇੱਕ ਪਾਸੇ ਕਰਤਾ। ਅੱਜ ਸਟੇਟਾਂ ਨੂੰ ਹੱਥ ਅੱਡਣਾ ਪੈ ਰਿਹਾ ਸੈਂਟਰ ਗਵਰਨਮੈਂਟ ਦੇ ਅੱਗੇ, ਔਰ ਇਹ ਥੋੜਾ ਕਰਕੇ ਉਹਨੂੰ ਭੋਰ ਕੇ ਦਿੰਦੇ ਨੇ ਤਾਂ ਕਿ ਸਟੇਟਾਂ ਕਿਤੇ ਖੜੀਆਂ ਨਾ ਹੋ ਜਾਣ ਇਹਨਾਂ ਦੇ ਖਿਲਾਫ। ਔਰ ਇਹ ਜਿਹੜੀ ਇਹਨਾਂ ਦਾ ਮਨ ਸਾਫ਼ ਨਹੀਂ ਹੈ। ਠੀਕ ਹੈ, ਸਵਾਲ ਲੈ ਲੈਣੇ ਆ। ਮੈਂ ਅਕਾਲੀ ਦਲ ਦੇ ਸਤਿੰਦਰ ਗਿੱਲ ਜੀ ਕੋਲ ਜਾਣਾ ਚਾਹਾਂਗਾ। ਸਤਿੰਦਰ ਗਿੱਲ ਜੀ, ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਹੈ ਆਖਿਰਕਾਰ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਚੁੱਪ ਕਿਉਂ ਹੈ? ਅਗਨੀਪਥ ਦੇ ਚੁੱਪ ਕਿਉਂ ਹੈ? ਨਾ ਤਾਂ ਵਿਰੋਧ ਕਰ ਰਿਹਾ ਹੈ ਤੇ ਨਾ ਹੀ ਖੁੱਲ ਕੇ ਬੋਲ ਰਿਹਾ। ਕਿਤੇ ਨਾ ਕਿਤੇ ਦੁਬਾਰਾ ਆਸ ਤਾਂ ਨਹੀਂ ਵੱਜ ਰਹੀ ਕਿ ਦੁਬਾਰਾ BJP ਦੇ ਨਾਲ ਗੱਠਜੋੜ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਆਪਣੇ ਪੈਰ ਪਿੱਛੇ ਖਿੱਚ ਰਿਹਾ ਹੈ ਅਕਾਲੀ ਦਲ? ਕੀ ਲੱਗਦਾ ਹੈ ਇਹੀ ਸਥਿਤੀ ਹੈ ਇਸ ਸਮੇਂ?
ਚਰਨਜੀਤ ਜੀ, ਜਿੱਥੇ ਸਟੇਟ ਦੇ ਹਿੱਤ ਦੀ ਗੱਲ ਹੈ ਉੱਥੇ ਅਸੀਂ ਸਟੇਟ ਦੇ ਨਾਲ ਹੈ, ਜਿੱਥੇ ਦੇਸ਼ ਵਾਸੀਆਂ ਦੇ ਹਿੱਤ ਦੀ ਗੱਲ ਹੈ ਉੱਥੇ ਦੇਸ਼ ਵਾਸੀਆਂ ਦੇ ਨਾਲ ਹੈ। ਇਹਦੇ 'ਚ ਕੋਈ ਰਾਜਨੀਤੀ ਨਹੀਂ। ਫਿਰ ਖੁੱਲ ਕੇ ਕਿਉਂ ਨਹੀਂ ਆ ਰਿਹਾ ਅਕਾਲੀ ਦਲ? ਨਾ ਤਾਂ ਸੁਖਬੀਰ ਸਿੰਘ ਬਾਦਲ ਖੁੱਲ ਕੇ ਬੋਲ ਰਹੇ ਨੇ, ਨਾ ਹੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਈ ਬਿਆਨ ਦਿੱਤਾ ਗਿਆ ਖੁੱਲ ਕੇ, ਨਾ ਹੀ ਹਰਸਿਮਰਤ ਕੌਰ ਬਾਦਲ। जी गिल साहब, सतेंद्र गिल जी आवाज सुन रहे हो मेरी? सतेंद्र गिल जी जेकर तुसी म्यूट किया है ना तो अनम्यूट कर लो, मेरे को आवाज नहीं आ रही थोड़ी। गिल साहब कनेक्शन कट के लगता है, उन्होंने फोटो भी नहीं हिल रही। ठीक है, मैं इंद्रजीत संधू जे कोल पहुंचना चाहांगा। आम आदमी पार्टी के बुलारे साडे नाल जुड़े ने। इंद्रजीत जी किवें वेखदे हो इस मसले नूं, जिहड़ी हिंसा होनी शुरू हो गई है? आखिर मोदी सरकार वालों कोई भी फैसला लिया जाता है किते ना किते लोक विरोधी साबित होता दिखाई दिंदा है, ते हुण इस मुद्दे नूं किवें वेख रहे हो? भगवंत मान वालों एक इशारा तो जरूर दिता गया है कि वो मिलणगे, परंतु उन्होंने वालों कोई खास प्रतिक्रिया नहीं दी गई। खास तौर पर जिस तरह की प्रतिक्रिया एक मुख मंत्री वालों दी जानी चाहिए है, सूबे के तौर पर उन्होंने वालों कोई इस तरह की प्रतिक्रिया नहीं दी गई। देखो, इस मसले ते दो तीन तरह की चर्चा है जी। एक तो ये कि लोगों को ये सारी प्रक्रिया बारे दसिया नहीं गया, उन्होंने क्लीयर नहीं किया गया भी ये सारा कुछ है की। और एकदम जिवें मोदी सरकार हर मसले नूं लागू कर देंदी है बिना किसी नूं पूछे, बिना किसी नाल राय करे और बिना कोई चर्चा करे। एक तो इस गल का विरोध है जी। दूजी गल ये है कि ਜਿਹੜੇ ਨੌਜਵਾਨ ਭਰਤੀ ਕੀਤੇ ਜਾਣਗੇ, ਜਿਹੜੇ 75% ਨੌਜਵਾਨ ਜਿਹੜੇ 4 ਸਾਲਾਂ ਬਾਅਦ ਫਰਕ ਕਰ ਦਿੱਤੇ ਜਾਣਗੇ, ਉਹ ਨੌਜਵਾਨਾਂ ਦਾ ਕੀ ਬਣੇਗਾ? ਕੋਈ ਆਈਲੈਟਸ ਕਰਨ ਨੂੰ ਸੋਚ ਰਿਹਾ ਹੁੰਦਾ, ਕੋਈ ਆਪਣੇ ਕਿਸੇ ਹੋਰ ਖੇਤਰ ਵਿੱਚ ਅੱਗੇ ਵਧਣਾ ਚਾਹੁੰਦਾ, ਔਰ ਉਹ ਇਸ ਤੋਂ ਬਾਅਦ ਆਪਣੀ ਕੋਈ ਲਾਈਨ ਨਹੀਂ ਤੈਅ ਕਰ ਪਾਏਗਾ। ਇਹ ਬੜੀ ਫਿਕਰਮੰਦੀ ਵਾਲੀ ਗੱਲ ਹੈ ਜੀ। ਔਰ ਜਿਹੜੀ ਮੈਂ ਅਗਲੀ ਗੱਲ ਆਪਣੇ ਵੱਲੋਂ ਕਹਿਣਾ ਚਾਹੁੰਦਾ ਉਹ ਇਹ ਆ ਕਿ ਜਿਹੜੇ ਨੌਜਵਾਨ 4 ਸਾਲਾਂ ਚ ਟ੍ਰੇਨਿੰਗ ਲੈ ਕੇ ਆਉਣਗੇ, ਰੁਜ਼ਗਾਰ ਤਾਂ ਉਹਨਾਂ ਕੋਲ ਕੋਈ ਹੋਣਾ ਨਹੀਂ। ਮੇਰੇ ਖਿਆਲ ਤਾਂ ਗੈਂਗਵਾਰ ਵਧੇਗਾ। ਇਹ ਵੀ ਇੱਕ ਚਿੰਤਾ ਵਾਲੀ ਗੱਲ ਹੈ ਜੀ। ਮੈਂ ਇਹਨੂੰ ਬਸ 2-3 ਗੱਲਾਂ ਦੇ ਵਿੱਚ अपनी गल जिहड़ी वो रखी है। ठीक है, सारा जी सारा निचोड़ कढ़ लैंदे आ। बिक्रम जी साडे नाल जुड़े ने, डिफेंस जर्नलिस्ट ने। बिक्रम जी देखो, मुद्दा बहुत सेंसिटिव है, जे देखा जाए बॉर्डरां दा मुद्दा है। किते ना किते जिस तरह हुण दस्सिया जा रहा है कि 4 साल की ट्रेनिंग दी जाएगी, जदों एक व्यक्ति नूं ट्रेनिंग दे दी जाती है वो एज इस तरह की होंदी है, खास करके एक नौजवान लई जिहड़ी विगड़न दी ते सिमरन दी एज होंदी है वो यही होंदी है 17.5 तो लैके 23-24 साल तक। परंतु 23-24 साल तक जदों तुसी ट्रेनिंग पूरी करके आ रहे हो, उस तो बाद तुसी मनदे हो कि तुहानूं 11-12 लाख 15 लाख चलो मिल भी जाता है, फिर वो पैसे दे नाल की कर सकदा है? क्योंकि उसदे कोल कोई रोजगार वास्ते दा कोई खास मुद्दा नहीं होवेगा, कोई इदां दी प्रैक्टिस तां है नहीं कि तुसी फौज दी ट्रेनिंग लैके आओ तुहानूं बाहर नौकरी अवेलेबल है। तुसी किवें वेखदे हो? जिस तरह इंद्रजीत संधू ਵੱਲੋਂ ਕਿਹਾ ਗਿਆ है कि गैंगवार भी वध सकदा है ਤੇ ਦੂਜਾ ਦੁਸ਼ਮਣ ਭਾਵੇਂ ਉਹ ਕਿਸੇ ਵੀ ਖੇਤਰ 'ਚ ਬੈਠਾ ਹੈ, ਪਾਕਿਸਤਾਨ ਹੈ ਭਾਵੇਂ ਚਾਈਨਾ ਹੈ, ਉਹ ਕਿਤੇ ਨਾ ਕਿਤੇ ਇਸ ਚੀਜ਼ ਦੀ ਉਡੀਕ ਤਾਂ ਨਹੀਂ ਕਰ ਰਿਹਾ। ਤੇ ਤੀਜਾ ਸਵਾਲ ਮੇਰਾ ਇਹ ਵੀ ਹੈ ਕਿ ਕਿਤੇ ਨਾ ਕਿਤੇ ਇਹ WTO ਦੀ ਜਿਹੜੀ ਪਾਲਿਸੀਆਂ ਉਹਨਾਂ ਦੀ ਸ਼ੁਰੂਆਤ ਤਾਂ ਨਹੀਂ ਹੋ ਚੁੱਕੀ? ਚਰਨਜੀਤ ਜੀ, ਆਈ ਥਿੰਕ ਜਿਹੜਾ ਗਵਰਨਮੈਂਟ ਦੀ ਓਵਰਆਲ ਐਮਫੈਸਿਸ ਹੈਗਾ ਕਿ ਸਾਡੀ ਆਰਮੀ ਨੂੰ ਡਾਊਨਸਾਈਜ਼ਿੰਗ ਮੈਨ ਪਾਵਰ ਦੀ ਕਰਨੀ ਹੈਗੀ ਹੈ। ਟੈਕਨੋਲੋਜੀਕਲੀ ਸਾਡੇ ਜਿਹੜੇ ਜਵਾਨਸ ਨੇ ਅੰਡਰ ਦ ਰੈਂਕ ਆਫ ਆਫਸਰ, ਜਿਹੜੇ ਆਫਸਰ ਤੋਂ ਹੇਠਾਂ ਹੁੰਦੇ ਉਹਨਾਂ ਨੂੰ ਜ਼ਿਆਦਾ ਅਸੀਂ ਟੈਕਨੋਲੋਜੀ ਨਾਲ ਲਰਨਿੰਗ ਸਕਿੱਲ ਜ਼ਿਆਦਾ ਦੇਣੀ ਹੈ। ਉਹ ਬਿਲਕੁਲ ਉਹਨਾਂ ਦਾ ਗਵਰਨਮੈਂਟ ਦਾ ਇੱਕ ਠੀਕ ਐਮਫੈਸਿਸ ਔਰ ਸਟ੍ਰੈਟੇਜਿਕ ਐਮਫੈਸਿਸ ਐਜ਼ ਫਾਰ ਐਜ਼ ਦੀ ਆਰਮਡ ਫੋਰਸਿਸ ਆਰ ਕੰਸਰਨਡ। ਲੇਕਿਨ ਮੈਨੂੰ ਇਹ ਲੱਗਦਾ ਹੈਗਾ ਕਿਉਂਕਿ ਇੰਨੀ ਜ਼ਿਆਦਾ ਇਹਦੀ ਕ੍ਰਿਟਿਸਿਜ਼ਮ ਹੋਈ ਹੈ, ਨਾਟ ਜਸਟ ਫਰੋਮ ਦ ਰਿਕਰੂਟਸ ਬਟ ਫਰੋਮ ਵੈਰੀ ਵੈਰੀ ਸੀਨੀਅਰ ਰਿਟਾਇਰਡ ਡੈਕੋਰੇਟਡ ਆਫਸਰਸ, ਜਿਸ ਤਰ੍ਹਾਂ ਐਡਮਿਰਲ ਅਰੁਣ ਪ੍ਰਕਾਸ਼ ਨੇ, ਵੀਰ ਚੱਕਰ ਨੇ, ਜੀ ਜਨਰਲ ਪ੍ਰਕਾਸ਼ ਕਟੋਚ ਨੇ। ਹੀ ਇਜ਼ ਅ ਵੈਰੀ ਡੈਕੋਰੇਟਡ ਆਫਸਰ ਜਿਨ੍ਹਾਂ ਨੇ ਸਿਆਚਿਨ ਨੂੰ ਕਮਾਂਡ ਕੀਤਾ ਹੈਗਾ। ਸੋ ਵੀ ਕਾਂਟ ਸੇ ਕਿ ਕੋਈ ਫੋਰਨ ਫੋਰਸਿਸ ਸਾਨੂੰ ਕ੍ਰਿਟਿਸਾਈਜ਼ ਕਰ ਰਹੀਆਂ ਨੇ, ਔਰ ਜਿਹੜੇ ਰਿਕਰੂਟਸ ਪ੍ਰੋਟੈਸਟ ਕਰ ਰਹੇ ਨੇ ਔਰ ਅੱਗ ਲਗਾ ਰਹੇ ਨੇ ਉਹ ਬਿਲਕੁਲ ਗਲਤ ਕਰ ਰਹੇ ਨੇ। ਔਰ ਉਹਨਾਂ ਨੂੰ ਨਾਟ ਜਸਟ ਆਰਮੀ, ਕਿਸੇ ਵੀ ਗਵਰਨਮੈਂਟ ਐਮਪਲੋਇਮੈਂਟ ਤੋਂ ਡੀਬਾਰ ਕਰ ਦੇਣਾ ਚਾਹੀਦਾ।
ਲੇਕਿਨ ਰਿਕਰੂਟ ਜਿਹੜਾ ਹੈ ਜੋ ਚਾਹਣਾ ਚਾਹੁੰਦਾ ਆਰਮੀ ਜਾਂ ਫੇਅਰ ਫੋਰਸ ਵਿੱਚ, ਉਹ ਬਿਲਕੁਲ ਹਰ ਚੀਜ਼ ਨੂੰ ਸਮਝਦਾ ਹੈ ਕਿ ਮੈਨੂੰ ਹਰ ਸਕੀਮ ਦੇ ਵਿੱਚ ਕੀ ਬੈਨੀਫਿਟਸ ਮਿਲਣਗੇ। ਉਹਨੂੰ ਬਿਲਕੁਲ ਸਾਫ਼ ਦਿਸ ਰਿਹਾ ਹੈਗਾ ਕਿ ਐਸ ਕੰਪੇਅਰ ਟੂ ਦੀ ਅਰਲੀਅਰ ਸਰਵਿਸ ਜਿਹੜੀ 17 ਤੋਂ 35 ਸਾਲ ਤੱਕ ਚੱਲ ਸਕਦੀ ਸੀ, ਅੱਜ ਮੈਨੂੰ 4 ਸਾਲ ਮਿਲਣੀ ਹੈ। ਦੇਖੋ ਸਰਕਾਰ ਨੇ 4 ਸਾਲ ਕਿਉਂ ਰੱਖਿਆ? ਕਿਉਂਕਿ ਅਗਰ 5 ਸਾਲ ਦੀ ਸਰਵਿਸ ਕਰਦੇ ਅਗਨੀਵੀਰ ਤੇ ਗ੍ਰੈਚੁਇਟੀ ਦੇਣੀ ਪੈਣੀ ਸੀ ਇਹਨਾਂ ਨੂੰ। 5 ਸਾਲ ਦੀ ਸਰਵਿਸ ਰੱਖਦੇ ਤੇ ਇਹਨਾਂ ਨੂੰ ਐਕਸ ਸਰਵਿਸਮੈਨ ਦਾ ਬੈਨੀਫਿਟਸ ਦੇਣੇ ਪੈਣੇ ਸੀ ਜੀ। ਉਹਦੇ ਨਾਲ EMPLOYE ਕੰਟਰੀਬਿਊਟ ਟੂ ਹੈਲਥ ਸਕੀਮ ਦੇ ਇੰਟਾਈਟਲਮੈਂਟ ਹੋਣੀ ਸੀ ਉਹਨਾਂ ਨੂੰ। ਕੈਂਟੀਨ ਸਰਵਿਸ ਦੀ ਇੰਟਾਈਟਲਮੈਂਟ ਆਫਟਰ ਅਗਨੀਵੀਰ ਨੂੰ ਰਿਟਾਇਰ ਕੀਤਾ ਜਾਂਦਾ ਆਫਟਰ 4 ਇਅਰਸ। ਸੋ ਸਰਕਾਰ ਗੱਲਾਂ ਤੇ ਕਰ ਰਹੀ ਹੈ ਕਿ ਅਸੀਂ ਬੜੀ ਫੌਜ ਦੀ ਗੱਲ ਆਉਂਦੀ ਹੈ ਜਾਂ 에ਅਰ ਫੋਰਸ ਦੀ ਗੱਲ ਆਉਂਦੀ ਹੈ, ਅਸੀਂ ਪੈਸੇ ਬਾਰੇ ਨਹੀਂ ਸੋਚਦੇ, ਪਰ ਐਕਚੁਅਲੀ ਇਹਨਾਂ ਦਾ ਮੋਟਿਵ ਹੈਗਾ ਪੈਸਾ। ਔਰ ਇਹ ਬਿਲਕੁਲ ਐਵੀਡੈਂਟ ਹੈ ਕਿ ਇਹਨਾਂ ਨੇ ਜਿਹੜੀ 4 ਸਾਲ ਤੱਕ ਰਿਸਟ੍ਰਿਕਟ ਕੀਤੀ ਹੈ ਔਰ 5 ਸਾਲ ਤੱਕ ਨਹੀਂ ਲੈ ਕੇ ਆਏ ਕਿ ਗ੍ਰੈਚੁਇਟੀ ਤੋਂ ਅਸੀਂ ਬਚ ਜਾਈਏ। ਸੋ ਇੱਕ ਤਾਂ ਸਰਕਾਰ ਦੀ ਇਹ ਪ੍ਰੋਬਲਮ ਹੈ। ਦੂਜੀ ਪ੍ਰੋਬਲਮ ਸਰਕਾਰ ਦੀ ਹੈ ਕਿ ਇਹ ਇਹਨੂੰ ਕਿਤੇ ਨਾ ਕਿਤੇ ਇੱਕ ਪੋਲੀਟੀਕਲੀ ਇੱਕ EMPLOYMENT ਪੈਕੇਜ ਦੇਣ ਦੀ ਕੋਸ਼ਿਸ਼, ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਇਨਡਾਇਰੈਕਟਲੀ। ਤੁਸੀਂ ਦੇਖਿਆ ਹੋਣਾ ਇਹ ਅਗਨੀਵੀਰ ਅਨਾਉਂਸਮੈਂਟ ਤੋਂ ਕੁਝ ਦੇਰ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਸੀ ਮੈਂ 10 ਲੱਖ ਜੌਬਸ ਮੈਂ ਹੋਰ ਗਵਰਨਮੈਂਟ ਸੈਕਟਰ ਤੋਂ ਤੁਹਾਨੂੰ ਦਵਾਂਗਾ ਲੋਕਾਂ ਨੂੰ। ਸੋ ਕਿਤੇ ਨਾ ਕਿਤੇ ਇਹ ਟਾਈ ਅਪ ਹੋ ਰਿਹਾ ਹੋਗਾ। ਬਟ ਆਈ ਸੇ ਵਨ ਥਿੰਗ ਕਿ ਅਗਰ ਅਸੀਂ ਅਗਨੀਵੀਰ ਸਕੀਮ ਨੂੰ ਲੈ ਕੇ ਆਣਾ, ਉਸ ਅਸੀਂ ਜ਼ਰੂਰ ਲੈ ਕੇ ਆਈਏ। ਅਸੀਂ ਇਹਦਾ ਇੱਕ ਪਾਇਲਟ ਪ੍ਰੋਜੈਕਟ ਪਹਿਲਾਂ ਇੰਪਲੀਮੈਂਟ ਕਰੀਏ। ਅਸੀਂ 4 ਸਾਲ ਤੱਕ ਦੇਖੀਏ ਕਿ ਇਸ ਸਕੀਮ ਵਿੱਚ ਕੀ ਲਿਟੀਗੇਸ਼ਨ ਆਉਂਦੀ ਹੈ, ਕਿ ਇਹਦੇ ਵਿੱਚ ਲਿਟੀਗੇਸ਼ਨ ਬਹੁਤ ਆ ਸਕਦੀ ਹੈ, ਕੀ ਬੈਨੀਫਿਟਸ ਆਉਂਦੇ ਨੇ ਟੂ ਦੀ 에ਅਰ ਫੋਰਸ, ਆਰਮੀ ਐਂਡ ਨੇਵੀ, ਇਹਦੇ ਡਰਾਬੈਕਸ ਕੀ ਨੇ। ਜਦ ਅਸੀਂ 4 ਸਾਲ ਬਾਅਦ ਇੰਟਰਨਲੀ ਅਸੈਸਮੈਂਟ ਹੋਏਗੀ ਹਰ ਸਰਵਿਸ ਹੈਡਕੁਆਟਰ ਜਿਹੜੇ ਆਰਮੀ, 에ਅਰ ਫੋਰਸ ਔਰ ਨੇਵੀ ਦੇ ਹੈਡਕੁਆਟਰਸ ਆਉਂਦੇ ਨੇ, ਉਹਦੇ ਬਾਅਦ ਵੀ ਕੈਨ ਡਿਸਾਈਡ ਕਿ ਅਸੀਂ ਇਸ ਸਕੀਮ ਨੂੰ ਅੱਗੇ ਲੈ ਕੇ ਜਾਣਾ ਹੈ ਫॉर द ਫਿਊਚਰ ਕਿ ਨਹੀਂ ਲੈ ਕੇ ਜਾਣਾ। ਔਰ ਇਹ ਇੱਕ ਬੜੀ ਸੈਂਸਿਬਲ ਗੱਲ ਹੈ ਕਿਉਂਕਿ ਦੇਖੋ ਇਫ ਯੂ ਟੇਕ ਦੀ ਆਰਮੀ ਦਾ ਰੈਜੀਮੈਂਟਲ ਸਿਸਟਮ 227 ਸਾਲਾਂ ਤੋਂ ਚੱਲ ਰਿਹਾ। 227 ਸਾਲਾਂ ਤੋਂ ਤੁਸੀਂ ਓਵਰਨਾਈਟ ਉਹਨੂੰ ਖਤਮ ਕਰਕੇ ਇੱਕ ਨਿਊ ਸਿਸਟਮ ਤੇ ਤਰਫ ਚੱਲ ਰਹੇ ਹੋ। ਇਹਦਾ ਬਹੁਤ ਡਰੈਸਟਿਕ ਇੱਕ ਸਟੈਪ ਲੈਤਾ। ਸੋ ਇਹਦੇ ਲਈ ਮੈਂ ਫਿਰ ਬਾਰ-ਬਾਰ ਕਹਾਂਗਾ ਕਿ ਯੈਸ ਵੀ ਸ਼ੁਡ ਗੋ ਇਨ ਫॉर ਨਿਊ ਸਕੀਮਸ, ਨਿਊ ਆਈਡੀਆਜ਼। ਇੰਡੀਅਨ ਆਰਮੀ ਐਂਡ ਦ ਫੋਰਸਸ ਨੀਡ ਇਟ ਕਿਉਂਕਿ ਹਰ ਆਰਮੀ ਡਾਊਨਸਾਈਜ਼ ਕਰ ਰਹੀ ਹੈ, ਟੈਕਨੋਲੋਜੀਕਲੀ ਵੱਧ ਰਹੀ ਹੈ। ਸੋ ਕਿਉਂਕਿ ਨਿਊ ਏਜ ਵਾਰਫੇਅਰ ਆ ਰਿਹਾ, ਤੁਹਾਡਾ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਹੈ, ਸਪੇਸ ਡੋਮੇਨ ਹੈ, ਸਾਈਬਰ ਵਾਰਫੇਅਰ ਹੈਗਾ, information warfare ਹੈਗਾ। So ਉਹਦੇ ਲਈ we need to change, but we cannot do change at such a ਇੰਨੀ ਤੇਜ਼ ਕਿ ਸਾਨੂੰ ਕਿਤੇ ਉਤੇ ਨੁਕਸਾਨ ਨਾ ਪਹੁੰਚ ਜਾਏ। Now I will give you 2 examples। 4 ਸਾਲ ਦੀ ਅਗਨੀਵੀਰ ਦੀ ਇਹਨਾਂ ਨੇ ਕਹਿਤਾ ਜੀ ਅਸੀਂ ਟੈਨਿਓਰ ਰੱਖਾਂਗੇ, ਇਹਦੇ ਵਿੱਚ 6 ਮਹੀਨੇ ਦੀ ਟ੍ਰੇਨਿੰਗ ਹੈ ਸਰ। ਔਰ ਤੁਸੀਂ ਆਹ ਦੇਖੋ ਕਿ ਨੇਵੀ ਵਿੱਚ ਜਿਹੜੇ ਸੇਲਰਸ ਨੇ they are highly technically qualified people ਔਰ ਉਹਨਾਂ ਦੀ ਟ੍ਰੇਨਿੰਗ ਬੜੇ ਸਾਲ ਚੱਲਦੀ ਹੈ, for many years। ਇਹ 6 ਮਹੀਨੇ ਦੀ ਟ੍ਰੇਨਿੰਗ ਨਾਲ ਕੀ ਨੇਵੀ ਦੇ ਜਿਹੜੇ ਬੰਦੇ ਜਾਣਗੇ ਨੇਵੀ ਵਿੱਚ, ਉਹ will they be fit to be equal to the ਜਿਹੜੇ ਰੈਗੂਲਰ ਕਾਡਰ ਦੇ ਨੇਵੀ ਦੇ ਸੇਲਰਸ ਹੈਗੇ ਨੇ ਔਰ ਉਹਨਾਂ ਦੇ ਜਿਹੜੇ ਟੈਕਨੀਕਲ ਪੀਪਲ ਔਨ ਦ ਸ਼ਿਪਸ ਨੇ। ਆਰਮੀ ਵਿੱਚ ਤੁਸੀਂ ਦੇਖੋ ਕਿ ਜਿਹੜੀ ਆਦਮੀ ਆਪਣੀ ਜੰਗ ਵਿੱਚ ਜਾਂਦਾ, ਮੈਂ ਤਾਂ ਜੰਗ ਬੜੀ ਕਲੋਜ਼ਲੀ ਦੇਖਿਆ, ਉਹਦੇ ਵਿੱਚ ਮੈਂ ਇਹ ਦੇਖਿਆ ਹੈ ਕਿ ਜਦ ਲਾਸ਼ਾਂ ਆਉਂਦੀਆਂ ਨੇ, ਜਦ ਤੁਹਾਡੇ ਸਾਥ ਜਿਹੜੇ ਵੀਰ ਨੇ ਉਹ ਵੂੰਡਡ ਨੇ, ਇੰਨੀ ਬੁਰੀ ਤਰ੍ਹਾਂ ਸਿਰ ਫਟੇ ਹੁੰਦੇ ਨੇ, ਇੱਕ ਬੜਾ ਹਾਈ ਲੈਵਲ ਆਫ ਮੋਟੀਵੇਸ਼ਨ ਚਾਹੀਦਾ ਟੂ ਗੋ ਇਨਟੂ ਬੈਟਲ। ਮੇਰਾ ਸਵਾਲ ਇਹ ਹੈਗਾ ਕਿ ਅਗਰ ਅਗਨੀਵੀਰ ਨੂੰ ਪਤਾ ਹੈ ਕਿ ਉਹਦੀ ਜਿਹੜੀ ਸਰਵਿਸ ਹੈਗੀ ਆ ਉਹ 3 ਸਾਲ ਤੋਂ ਘੱਟ ਹੈਗੀ ਇਫੈਕਟਿਵ, ਉਹਦੇ ਬਾਅਦ ਉਹਨੂੰ ਇੱਕ ਗਾਰੰਟੀਡ ਜਾਂ ਕੋਟਾ ਮਿਲ ਜਾਣਾ ਹੈ ਸੈਂਟਰਲ CRPF ਜਾਂ ਪਬਲਿਕ ਸੈਕਟਰ ਵਿੱਚ ਜਾਂ ਕਾਰਪੋਰੇਟ ਸੈਕਟਰ ਵਿੱਚ, ਤੇ ਉਹਦਾ ਮੋਟੀਵੇਸ਼ਨ ਟੂ ਫਾਈਟ ਬੈਟਲਸ ਬਹੁਤ ਘੱਟ ਹੋ ਜਾਂਦਾ। ਕਿਉਂਕਿ ਇੱਕ ਸੋਲਜਰ ਜਦ ਫਾਈਟ ਕਰਦਾ ਬੈਟਲ ਤਾਂ ਉਹ ਆਪਣੇ ਕਹਿੰਦਾ ਮੇਰੇ ਪਿੰਡਾਂ ਤੋਂ ਪੁਸ਼ਤਾਂ ਤੋਂ ਆ ਰਹੇ ਨੇ ਉਸ ਬਟਾਲੀਅਨ ਵਿੱਚ ਜਾਂ ਰੈਜੀਮੈਂਟ ਵਿੱਚ ਜੀ। ਉਹ ਜਦ ਆਪਣੇ ਸੀਨੀਅਰਸ ਨਾਲ ਬੈਠਦਾ ਉੱਠਦਾ ਬੈਠਦਾ ਫॉर ਮੈਨੀ ਇਅਰਸ, ਉਹਨੂੰ ਕਹਾਣੀਆਂ ਸੁਣਾਉਂਦੇ ਨੇ ਕਿ ਅਸੀਂ ਕਿਸ ਤਰ੍ਹਾਂ ਜੰਗ ਲੜੇ, ਕਿਸ ਤਰ੍ਹਾਂ ਇਹ ਕੀਤਾ, ਕਿਸ ਤਰ੍ਹਾਂ, ਉਹਦੇ ਨਾਲ ਫਿਰ ਉਹ ਜੋਸ਼ ਆਉਂਦਾ ਉਹਦੇ ਵਿੱਚ, ਉਹਦੀ ਬੌਂਡਿੰਗ ਹੁੰਦੀ ਹੈ ਇੱਕ ਦੂਜੇ ਨਾਲ। तो वो अगर बॉन्डिंग नहीं होगी तो इट इज वेरी डिफिकल्ट कि अपनी जान दे रहो। देखो अग्निवीर नूं
ਅਗਨੀਵੀਰ ਨੂੰ ਅਗਰ ਡਿਸੇਬਿਲਿਟੀ ਹੋਈ ਤਾਂ ਉਹਨੂੰ ਡਿਸੇਬਿਲਿਟੀ ਪੈਨਸ਼ਨ ਨਹੀਂ ਮਿਲੇਗੀ ਜੀ। he will get one lump sum payment according to degree of disability. मैं एक और पॉइंट ਤੁਹਾਨੂੰ ਦੱਸਣਾ ਜੋ ਲੋਕਾਂ ਨੂੰ ਕੁਝ ਘੱਟ ਪਤਾ ਹੈ। 84 ਦੇ ਬਾਅਦ ਜਦ ਬਲੂ ਸਟਾਰ ਹੋਇਆ ਸੀ ਔਰ ਕੁਝ ਸਾਡੇ ਸਿੱਖ ਰੈਜੀਮੈਂਟ ਬਟਾਲੀਅਨਸ ਵਿੱਚ ਰਿਵੋਲਟ ਹੋਇਆ ਸੀਗਾ ਜੀ। ਉਹਦੇ ਬਾਅਦ ਆਰਮੀ ਨੇ ਇੱਕ ਪਾਇਲਟ ਪ੍ਰੋਜੈਕਟ ਛੱਡਿਆ ਕਿ ਜਿਹੜੇ ਪਿਓਰ ਰੈਜੀਮੈਂਟਸ ਨੇ ਜਿਸ ਤਰ੍ਹਾਂ ਸਿੱਖ ਰੈਜੀਮੈਂਟ, ਰਾਜਪੂਤ ਰੈਜੀਮੈਂਟ, ਗੜਵਾਲ ਰਾਈਫਲਸ, ਮਦਰਾਸ ਰੈਜੀਮੈਂਟ, ਉਹਦੇ ਵਿੱਚ ਇੱਕ ਬਟਾਲੀਅਨ ਚੱਕ ਕੇ ਉਹਨਾਂ ਨੇ ਉਸ ਬਟਾਲੀਅਨ ਵਿੱਚ ਹਰ ਕਿਸਮ ਦੀ कंपनीज रखते मीन डोगरा रखता, एक दूजा पलटन कंपनी रखती, एक राजपूत रखते, मिक्स करते हो ना। वो एक्सपेरिमेंट इन्हें कर लिया ने पर 1999 ਵਿੱਚ 8 ਵਿੱਚ ਇਹਨਾਂ ਨੇ ਉਹ ਐਕਸਪੈਰੀਮੈਂਟ ਨੂੰ ਡਿਸਬੈਂਡ ਕਰਤਾ ਔਰ ਵਾਪਸ ਰਿਵਰਟ ਕਰਤਾ ਟੂ ਵਨ ਕਲਾਸ ਬਟਾਲੀਅਨ ਰੈਜੀਮੈਂਟਸ। ਔਰ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ, ਜਦ ਕਾਰਗਿਲ ਯੁੱਧ ਹੋਇਆ ਤੇ 18 ਗੜਵਾਲ ਰਾਈਫਲ ਜਿਹੜੀ ਕਾਰਗਿਲ ਯੁੱਧ ਫਾਈਟ ਕੀਤੀ ਉਹ ਇੱਕ ਮਿਕਸ ਕਲਾਸ ਬਟਾਲੀਅਨ ਸੀ ਔਰ ਉਹਨੂੰ ਬੜੀ ਦਿੱਕਤ ਪਈ ਕਿਉਂਕਿ ਆਰਡਰ ਆ ਗਿਆ ਜੀ ਤੁਸੀਂ ਰਿਵਰਟ ਟੂ ਸਿੰਗਲ ਕਲਾਸ। ਸੋ 18 ਗੜਵਾਲ ਰਾਈਫਲਸ ਕੋਲ 2 ਕੰਪਨੀਆਂ ਗੜਵਾਲ ਰਾਈਫਲਸ ਸੀ, ਇੱਕ ਡੋਗਰਾ ਸੀ, ਇੱਕ ਮਰਾਠਾ ਸੀ ਐਂਡ ਦੇ ਵੈਂਟ ਇਨਟੂ ਬੈਟਲ। ਸੋ ਇਹ ਬਹੁਤ ਕੰਪਲੈਕਸ ਚੀਜ਼ਾਂ ਨੇ ਕਾਡਰ when we change cadre of something like the army, especially army. Air Force Navy are more all class ਸ਼ੁਰੂ ਤੋਂ ਹੀ ਨੇ, ਪਰ Air Force Navy ਦੀ ਟੈਕਨੀਕਲ ਰਿਕੁਆਇਰਮੈਂਟ ਬੜੀ ਹਾਈ ਹੈ ਔਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ 6 ਮਹੀਨੇ ਦੀ ਟ੍ਰੇਨਿੰਗ ਵਿੱਚ ਕਿਸ ਤਰ੍ਹਾਂ ਇੰਨੀ ਹਾਈ ਟੈਕਨੀਕਲ ਰਿਕੁਆਇਰਮੈਂਟਸ ਉਹ ਮਿਲ ਕੇ ਐਂਡ ਦੇ ਵਿਲ ਬੀ ਇਕੁਅਲ ਟੂ ਦੀ ਲੈਸ, ਕਿਉਂਕਿ ਫਿਰ ਇਹ ਪ੍ਰੋਬਲਮ ਪੈ ਸਕਦੀ ਹੈ ਕਿ ਅਗਨੀਵੀਰ ਨੂੰ ਅਲੱਗ ਸਮਝਿਆ ਜਾਏਗਾ ਕਿ ਵੀ ਇਹਨੇ ਦਾ ਕੁਝ ਇਹਦੀ ਕੋਈ ਕੈਪੇਬਿਲਿਟੀ ਜ਼ਿਆਦਾ ਨਹੀਂ ਹੈਗੀ ਹੈ, ਇਹਨੇ 4 ਸਾਲਾਂ ਚ ਨਿਕਲ ਜਾਣਾ ਇੱਥੋਂ। ਸੋ ਉਹਨੂੰ ਡਿਊਟੀ ਕੀ ਦਿੱਤੀ ਜਾਏਗੀ, what duty will he be given? ਕਿਤੇ ਨਾ ਕਿਤੇ ਉਹਨਾਂ ਦੇ ਇਮੋਸ਼ਨ ਨਾਲ ਨਹੀਂ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਮੈਨੂੰ ਲੱਗਦਾ ਹੈ ਕਿ ਇਹ ਥੋੜਾ ਜਿਹਾ we will have to give more ਸੋਚ ਵਿਚਾਰ ਕਰਨਾ ਪਏਗਾ। ਸਾਡੇ ਜਿਹੜੇ ਮੁੰਡੇ ਅੱਜ ਐਜੀਟੇਟ ਕਰ ਰਹੇ ਨੇ ਉਹ ਕੋਈ ਬੇਵਕੂਫ ਨਹੀਂ ਹੈ, ਉਹ ਹਰ ਚੀਜ਼ ਨੂੰ ਸਮਝਦੇ ਨੇ ਜੀ, ਉਹ ਸਾਲਾਂ ਤੋਂ ਪ੍ਰਪੇਅਰ ਕਰ ਰਹੇ ਨੇ। ਉਹ ਇਹਨਾਂ ਨੂੰ ਇਹ ਨਹੀਂ ਮੈਨੂੰ ਨਹੀਂ ਲੱਗਦਾ ਕਿ ਗਵਰਨਮੈਂਟ ਜਿਹੜੀ ਗੱਲ ਕਹਿ ਰਹੀ ਹੈ ਕਿ ਇਹਨਾਂ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਨਹੀਂ ਆਈ ਸਕੀਮ ਬਾਰੇ। ਨੋ ਦੇ ਨੋ ਬਟ ਦੇ ਆਰ ਨਾਟ ਕਨਵਿੰਸਡ। ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਸਹੀ ਨਹੀਂ ਲੱਗੀ। ਉਹ ਹਰ ਚੀਜ਼ ਜਾਣਦੇ ਨੇ ਕਿ ਇਹ ਰਿਕਰੂਟਮੈਂਟ ਵਿੱਚ ਆ ਹੋਏਗਾ, ਇਹ ਬੈਨੀਫਿਟ ਆਏਗਾ, ਇਹ ਬੈਨੀਫਿਟ ਆਏਗਾ, ਇਹ ਬੈਨੀਫਿਟ ਆਏਗਾ। ਕੰਪੇਅਰ ਟੂ ਦੈਟ ਅਗਨੀਵੀਰ ਵਿੱਚ ਕੀ ਬੈਨੀਫਿਟ ਨੇ। ਸੋ ਟੂ ਸੇ ਕਿ ਲੋਕ ਸਾਡੇ ਲੋਕ ਭੜਕ ਗਏ ਨੇ, ਉਹਨੂੰ ਭੜਕਾ ਰਿਹਾ ਇਸ ਇਹਦੇ ਵਿੱਚ ਸਾਨੂੰ ਗਹਿਰਾਈ ਵਿੱਚ ਜਾ ਕੇ ਇਹਨਾਂ ਦੀ ਪ੍ਰੋਬਲਮ ਦੇਖਣੀਆਂ ਪੈਣੀਆਂ ਨੇ। ਮੇਬੀ ਵੀ ਕੈਨ ਇਨਕਰੀਜ਼ ਇਟ ਟੂ 5 ਤੋਂ 7 ਸਾਲ ਦੀ ਸਰਵਿਸ। ਇਸ ਤਰ੍ਹਾਂ 71 ਵਾਰ ਅਸੀਂ ਆ ਸੋਲਜਰ 7 ਸਾਲ ਦੀ ਸਰਵਿਸ ਤੇ ਲੜੇ ਸੀ। ਸੋ ਮੇਬੀ ਵੀ ਕੈਨ ਕ੍ਰੀਏਟ ਟੂ 7 ਇਅਰਸ, ਥੋੜੀ ਬੈਨੀਫਿਟ ਹੋਰ ਦੇ ਸਕਦੇ ਹਾਂ। ਔਰ ਇੱਕ ਹੋਰ ਗੱਲ ਗਵਰਨਮੈਂਟ ਨੂੰ ਕਰਨੀ ਪੈਣੀ ਜੋ ਅੱਜ ਗਵਰਨਮੈਂਟ ਗੱਲਾਂ ਕਰ ਰਹੀ ਹੈ ਕਿ 10% ਇਹਦੇ ਵਿੱਚ ਦੇ ਦਾਂਗੇ, CRP ਵਿੱਚ ਦੇ ਦਾਂਗੇ, ਉਹਦੇ ਵਿੱਚ ਦੇ ਦਾਂਗੇ। ਗਵਰਨਮੈਂਟ ਨੂੰ ਇੱਕ ਲੈਜਿਸਲੇਸ਼ਨ ਲੈ ਕੇ ਆਣੀ ਚਾਹੀਦੀ ਹੈ ਸੋ ਦੈਟ ਇਹ ਗੱਲ ਪੱਕੀ ਹੋ ਜਾਏ। ਹੁਣ ਤੁਸੀਂ ਨੋਟ ਕਰੋ ਕਿ ਸੈਂਟਰਲ ਗਵਰਨਮੈਂਟ ਵਿੱਚ ਜਿਹੜੀਆਂ ਰਿਜ਼ਰਵੇਸ਼ਨ ਫॉर ਐਕਸ ਸਰਵਿਸਮੈਨ ਨੇ ਉਹ 10% ਨੇ ਗਰੁੱਪ C ਐਂਡ ਗਰੁੱਪ D ਪੋਸਟ ਵਿੱਚ, ਪਰ ਭਰੀਆਂ ਇਹਨਾਂ ਨੇ 1 ਔਰ 2% ਸਿਰਫ। ਉਹ ਮੀਟਿੰਗਾਂ ਕਰਦੇ ਰਹਿੰਦੇ ਨੇ ਕਿ ਜੀ ਇਹਨਾਂ ਨੂੰ ਐਕਸ ਸਰਵਿਸਮੈਨ ਨੂੰ ਹੋਰ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਗਰੁੱਪ C ਐਂਡ D, ਪਰ ਦਿੰਦੇ ਹੈ ਨਹੀਂ। ਸੋ ਸਾਨੂੰ ਕ੍ਰੈਡੀਬਿਲਿਟੀ ਵਿਲ ਹੈਵ ਟੂ ਬੀ ਇਨਸ਼ੋਰ ਕਿ ਜੋ ਗਵਰਨਮੈਂਟ ਨੇ ਕਿਹਾ ਹੈ ਉਹ ਬਾਅਦ ਵਿੱਚ ਵੀ ਜਦ ਰੌਲਾ ਖਤਮ ਹੋ ਜਾਊਗਾ ਉਹ ਸਾਡੇ ਮੁੰਡਿਆਂ ਨੂੰ ਪੂਰੀ ਜਿਹੜੀ ਉਹਨਾਂ ਨੂੰ ਬੈਨੀਫਿਟਸ ਦੇ ਰਹੇ ਆ ਪ੍ਰੋਮਿਸ ਕੀਤੇ ਉਹ ਮਿਲਣਗੇ ਉਹਨਾਂ ਨੂੰ। ਠੀਕ ਹੈ ਵਿਕਰਮ ਜੀ, ਥੋੜੇ ਸਮੇਂ ਬਾਅਦ ਆਨਾ ਤੁਹਾਡੇ ਕੋਲ ਥੋੜੇ ਸਮੇਂ ਬਾਅਦ। ਸਤਿੰਦਰ ਗਿੱਲ ਜੀ ਜੁੜ ਚੁੱਕੇ ਨੇ। ਸਤਿੰਦਰ ਗਿੱਲ ਜੀ, ਕਿਵੇਂ ਵੇਖਦੇ ਹੋ? ਖਾਸ ਕਰਕੇ ਮੈਂ ਪਹਿਲਾਂ ਸਵਾਲ ਕੀਤਾ ਸੀ, ਅਕਾਲੀ ਦਲ ਨਾ ਤਾਂ ਵਿਰੋਧ ਕਰ ਰਿਹਾ ਹੈ ਤੇ ਨਾ ਹੀ ਇਸ ਫੈਸਲੇ ਦਾ ਸਵਾਗਤ ਕਰ ਰਿਹਾ। ਕਿਤੇ ਨਾ ਕਿਤੇ ਸਿਆਸੀ ਤੌਰ ਤੇ ਇਹ ਰਣਨੀਤੀ ਤਾਂ ਨਹੀਂ ਸ਼ੁਰੂ ਹੋ ਗਈ ਕਿ ਬੀਜੇਪੀ ਦੇ ਨਾਲ ਦੁਬਾਰਾ ਤਾਨਵਾਨ ਸ਼ੁਰੂ ਹੋ ਚੁੱਕੀ ਹੈ ਅਕਾਲੀ ਦਲ ਦੀ ਕਿ ਦੁਬਾਰਾ ਗੱਠਜੋੜ ਹੋ ਸਕਦਾ ਹੈ, ਜਿਸ ਦੇ ਤਹਿਤ ਹੁਣ ਖਾਸ ਕਰਕੇ ਬੀਜੇਪੀ ਦੇ ਖਿਲਾਫ ਅਕਾਲੀ ਦਲ ਚੁੱਪ ਹੀ ਰਹਿਣਾ ਚਾਹੇਗਾ? ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ। ਮੈਂ ਅੱਗੇ ਵੀ ਜ਼ਿਕਰ ਕੀਤਾ ਹੈ ਪੰਜਾਬ ਦੇ ਹਿੱਤ ਦੀ ਗੱਲ ਹੈ, ਉੱਥੇ ਪੰਜਾਬ ਦੇ ਨਾਲ ਹੈ। ਦੇਸ਼ ਵਾਸੀਆਂ ਦੇ ਹਿੱਤ ਦੀ ਗੱਲ ਹੈ, ਅਸੀਂ ਤੇ ਉਹਨਾਂ ਦੇ ਨਾਲ ਹੈ। ਕਿਸਾਨੀ ਮੁੱਦੇ ਤੇ ਵੀ ਦੇਖੋ, ਹਾਲਾਂਕਿ ਅਸੀਂ ਮਿਨਿਸਟਰ ਸੀ ਪਰ ਅਸੀਂ ਆਪਣੇ ਕਿਸਾਨਾਂ ਦਾ ਸਾਥ ਦਿੰਦੇ ਹੋਏ ਉਹ ਮਿਨਿਸਟਰ ਤੇ ਛੱਡ ਕੇ ਆਏ ਆ। ਇਹੋ ਜੀ ਕੋਈ ਗੱਲ ਨਹੀਂ। ਰਿਹਾ ਸਵਾਲ ਵੀ ਜਿਹੜਾ ਤੁਸੀਂ ਕਹਿ ਰਹੇ ਵੀ ਰਿਐਕਸ਼ਨਸ ਨਹੀਂ ਆ ਰਹੇ ਅਕਾਲੀ ਦਲ ਦੇ, ਸਾਡੇ ਇੱਥੇ ਬਾਈ ਇਲੈਕਸ਼ਨ ਹੋ ਰਹੀ, MP ਦੀ ਇਲੈਕਸ਼ਨ ਹੈ, ਪਰਸੋਂ ਪੋਲਿੰਗ ਹੈ, ਉਹਦੇ 'ਚ
ਸੋ ਇਸ ਕਰਕੇ ਸਾਰੇ ਹੀ ਸਾਡੇ ਸੀਨੀਅਰ ਲੀਡਰਸ ਜਿਹੜੇ ਨੇ ਬਿਜ਼ੀ ਨੇ ਉੱਥੇ ਇਲੈਕਸ਼ਨਸ ਦੇ ਨਹੀਂ, ਇਲੈਕਸ਼ਨ ਦੇ ਵਿੱਚ ਤਾਂ ਮੁੱਦਾ ਬਣਾਉਣਾ ਹੁੰਦਾ, ਇਲੈਕਸ਼ਨ ਦੇ ਵਿੱਚ ਤਾਂ ਇਲੈਕਸ਼ਨ ਲਈ ਤਾਂ ਰਣਨੀਤੀ ਤਿਆਰ ਕਰਨੀ ਹੁੰਦੀ ਹੈ। ਤੁਸੀਂ ਇਲੈਕਸ਼ਨ ਦੇ ਦੌਰਾਨ ਵੀ ਸਵਾਲ ਨਹੀਂ ਚੁੱਕ ਰਹੇ ਕਿਤੇ ਨਾ ਕਿਤੇ, ਨਾ ਹੀ ਸੁਖਬੀਰ ਸਿੰਘ ਬਾਦਲ, ਨਾ ਹੀ ਹਰਸਿਮਰਤ ਕੌਰ ਬਾਦਲ ਤੇ ਨਾ ਹੀ ਬੀਬਾ ਹਰਸਿਮਰਤ ਦੇ ਨਾਲ ਕੋਈ ਇਦਾਂ ਦੀ ਕੋਈ ਗੱਲਬਾਤ ਕੀਤੀ ਗਈ ਹੈ? ਨਹੀਂ, ਮੁੱਦਾ ਇੱਕਦਮ ਨਹੀਂ ਬਣਾਇਆ ਜਾ ਸਕਦਾ। ਕਿਸੇ ਵੀ ਚੀਜ਼ ਨੂੰ ਬਿਨਾਂ ਪ੍ਰੋਪਰਲੀ ਦੇਖੇ ਸਿਆਣਾ ਲੀਡਰ ਨਾਲ ਦੇਖ ਲੈ ਫਿਰ ਰਿਐਕਸ਼ਨ ਦੇ। ਵਿਕਰਮ ਜੀ ਨੇ ਬਿਲਕੁਲ ਠੀਕ, ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਨੂੰ? ਜੀ ਜੀ, ਆਵਾਜ਼ ਆ ਰਹੀ ਹੈ ਜੀ? ਜੀ ਬਿਲਕੁਲ ਆ ਰਹੀ ਹੈ ਸਤਿੰਦਰ ਜੀ। ਚਰਨਜੀਤ ਜੀ? ਹਾਂਜੀ ਬਿਲਕੁਲ ਆਵਾਜ਼ ਆ ਰਹੀ ਹੈ ਸਤਿੰਦਰ ਗਿੱਲ ਸਾਹਿਬ, ਮੇਰੇ ਕੋਲ ਆਵਾਜ਼ ਆ ਰਹੀ ਹੈ ਤੁਹਾਡੀ, ਸੁਣ ਪਾ ਰਹੇ ਹੋ ਸਤਿੰਦਰ ਜੀ? ਸੋ ਕਿਸੇ ਤਕਨੀਕੀ ਕਾਰਨ ਜੀ ਆ ਰਹੀ ਆਵਾਜ਼? ਬਿਲਕੁਲ ਬਿਲਕੁਲ ਆ ਰਹੀ ਹੈ ਸਰ, ਪੱਖ ਰੱਖੋ ਆਪਣਾ। ਹਾਂ, ਸੋ ਇਸ ਕਰਕੇ ਕੋਈ ਇਹੋ ਜਿਹੀ ਨਹੀਂ ਗੱਲ ਹੈਗੀ। ਵਿਕਰਮ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਇਹਨਾਂ ਨੇ ਸਮਝਾ ਦਿੱਤਾ ਵੀ ਨੁਕਸਾਨ ਬਹੁਤ ਜ਼ਿਆਦਾ ਹੈ, ਫਾਇਦੇ ਤੇ ਮੈਨੂੰ ਨਹੀਂ ਕੋਈ ਦਿਖੇ ਇਹਦੇ ਵਿੱਚ। ਇਹਦੇ ਵਿਕਰਮ ਜੀ ਮੈਂ ਪੁੱਛਣਾ ਸੀ ਵੀ ਜਿਹੜੀ ਡਾਇਰੈਕਟ ਰਿਕਰੂਟਮੈਂਟ ਆਰਮੀ ਦੀ ਥਰੂ ਐਨਡੀਏ ਹੁੰਦੀ ਸੀ, ਉਹ ਸੈਪਰੇਟ ਇਹਦੇ ਨਾਲੋਂ ਕਿ ਇਹਦੇ ਥਰੂ ਹੀ ਜਾਣਗੇ ਜੀ ਹੁਣ ਸਾਰੀ ਰਿਕਰੂਟਮੈਂਟਸ? ਉਹ ਖਤਮ ਕਰਤੀ ਜੀ ਇਹਨਾਂ ਨੇ, ਖਤਮ ਕਰ ਦਿੱਤੀ ਹੈ ਨਾ ਜੀ ਉਹ। ਹਾਂਜੀ, ਜਵਾਬ ਲੈ ਲੈਣੇ ਆ ਵਿਕਰਮ ਜੀ, ਜਵਾਬ ਦੇ ਦਿਓ ਇਸ ਗੱਲ ਦਾ। ਵੀ ਐਨਡੀਏ ਦਾ ਜਿਹੜਾ ਉਹ ਆਫੀਸਰਸ ਦੀ ਹੈ, ਇਹ ਜਿਹੜੀ ਅਗਨੀਵੀਰ ਰਿਕਰੂਟਮੈਂਟ ਹੈ ਇਟ ਇਜ਼ ਆਫ ਰੈਂਕਸ ਬਿਲੋ ਆਫੀਸਰ, ਜਿਹੜੇ ਜਵਾਨਸ ਨੇ। ਠੀਕ ਹੈ ਠੀਕ ਹੈ, ਮੈਂ ਉਹਨਾਂ ਦੀ ਰਿਕਰੂਟਮੈਂਟ ਕਿਵੇਂ ਹੁੰਦੀ ਸੀ ਜੀ? ਅਰਲੀਅਰ ਰਿਕਰੂਟਮੈਂਟ ਦਾ ਪ੍ਰੋਸੈਸ ਕੀ ਸੀ? ਮੈਂ ਸਾਰਾ ਤਾਣਾ ਬਾਣੇ ਦਾ ਸਵਾਲ ਜਵਾਬ ਹੀ ਲੈ ਲੈਣਾ। ਵਿਕਰਮ ਜੀ ਜੈਬੰਤ ਸਿੰਘ ਤੋਂ ਜਵਾਬ ਲੈਣਾ। ਜੈਬੰਤ ਜੀ, ਜਿਸ ਤਰ੍ਹਾਂ ਵਿਕਰਮ ਜੀ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਗ੍ਰੈਚੁਇਟੀ ਲੈ ਕੇ 5 ਸਾਲ ਨਹੀਂ ਕੀਤੀ ਗਈ, ਪੈਨਸ਼ਨ ਦਾ ਕੋਈ ਸੁਵਿਧਾ ਨਹੀਂ ਹੈ, ਤੇ ਜੇਕਰ ਕੋਈ ਕਿਸੇ ਵੀ ਤਰ੍ਹਾਂ ਦਾ ਹੈਂਡੀਕੈਪਟ ਹੋ ਜਾਂਦਾ ਹੈ, ਉਸ ਜਵਾਨ ਦੇ ਲਈ ਵੀ ਕੋਈ ਖਾਸ ਕਰਕੇ ਕੋਈ ਪ੍ਰਾਇੋਰਟੀ ਤੇ ਖਾਸ ਨੌਕਰੀ, ਕੋਈ ਜੌਬਸ ਨਹੀਂ ਹੈ। ਇਹ ਆਖਰ ਕਿਉਂ ਹੈ? ਇਹ ਮੁੱਦਿਆਂ ਦੇ ਵਿੱਚ ਕਿੱਥੇ ਬੀਜੇਪੀ ਘਾਟ ਦੇ ਵਿੱਚ ਰਹਿ ਰਹੀ ਹੈ? ਮੈਂ ਅੱਛੀ ਡਿਬੇਟ ਹੈ, ਸਾਰਿਆਂ ਨੇ ਬਹੁਤ ਸੰਯਮ ਦੇ ਨਾਲ ਗੱਲਬਾਤ ਕੀਤੀ ਹੈ, ਮੈਂ ਸਾਰਿਆਂ ਦੀ ਗੱਲ ਬੜੀ ਅੱਛੀ ਤਰ੍ਹਾਂ ਸੁਣੀ ਹੈ। ਹੁਣ ਮੈਂ ਐਜ਼ ਅ ਬੀਜੇਪੀ ਪ੍ਰਵਕਤਾ ਨਹੀਂ, ਮੈਂ ਐਜ਼ ਅ ਡਿਫੈਂਸ ਐਕਸਪਰਟ ਤੇ ਐਕਸ ਸੋਲਜਰ ਮੈਂ ਬੋਲ ਰਿਹਾ। ਜਿਹੜੀ ਸਤਿੰਦਰ ਜੀ ਗਿੱਲ ਵੱਲੋਂ, ਸਤਿੰਦਰ ਗਿੱਲ ਸਾਹਿਬ ਵੱਲੋਂ ਸਵਾਲ ਚੁੱਕਿਆ ਗਿਆ, ਉਸ ਦਾ ਜਵਾਬ ਵੀ ਦੇ ਦਿਓ ਨਾਲ। ਸਭ ਜਵਾਬ ਦੇ ਦੇਵਾਂਗੇ। ਵਿਕਰਮ ਜੀ ਇਜ਼ ਅ ਵੈਰੀ ਲਰਨਰਡ ਡਿਫੈਂਸ ਐਨਾਲਿਸਟ ਤੇ ਉਹਨਾਂ ਦੇ ਪੁਆਇੰਟਸ ਵੈਲਿਡ ਨੇ, ਉਹਨਾਂ ਦਾ ਮੈਂ ਇੱਕ ਇੱਕ ਕਰਕੇ ਜਵਾਬ ਦਿੰਨਾ। ਸਭ ਤੋਂ ਪਹਿਲੇ ਮੈਂ ਆਪਣੇ ਕਾਂਗਰਸ ਦੇ ਪ੍ਰਵਕਤਾ ਦੇ ਜਵਾਬ ਦਿੰਨਾ, ਜਿਹੜਾ ਉਹ ਕਹਿ ਰਹੇ ਨੇ ਕਿ ਪੈਨਸ਼ਨ ਬਿੱਲ ਜਿਹੜਾ ਉਹਨੂੰ ਘੱਟ ਕਰਨ ਦੀ ਕੋਸ਼ਿਸ਼ ਹੈ। ਡਾਊਨ ਸਾਈਜ਼ਿੰਗ ਤੇ ਕਰ ਰਹੀ ਹੈ ਫੌਜ, ਹੁਣ ਤੋਂ ਨਹੀਂ ਡਾਊਨ ਸਾਈਜ਼ਿੰਗ ਕਰ ਰਹੀ, 2007 ਤੋਂ ਮੇਰੇ ਖਿਆਲ ਡਾਊਨ ਸਾਈਜ਼ਿੰਗ ਸ਼ੁਰੂ ਹੋਈ ਹੈ, ਜਦੋਂ ਮੈਂ ਹਜੇ ਤੱਕ ਫੌਜ ਦੇ ਵਿੱਚ ਹੈਗਾ ਸੀਗਾ। ਤੇ ਉਹ ਡਾਊਨ ਸਾਈਜ਼ਿੰਗ ਗ੍ਰੈਜੂਅਲੀ ਚੱਲਦੀ ਜਾ ਰਹੀ ਹੈ। ਇਹ ਪੈਨਸ਼ਨ ਦਾ ਜਿਹੜਾ ਬਰਡਨ ਹੈਗਾ ਨਾ ਚਰਨਜੀਤ ਜੀ, ਦੇਖੋ ਅੱਜ ਦੇ ਦਿਨ ਦੇ ਵਿੱਚ 2019 ਤੱਕ ਜਿਹੜੇ ਬੰਦੇ ਰੈਗੂਲਰ ਐਮਪਲੋਇਮੈਂਟ ਦੇ ਵਿੱਚ ਨੇ, ਉਹ ਜਾ ਕੇ 2039 ਦੇ ਵਿੱਚ ਰਿਟਾਇਰ ਹੋਣਗੇ। ਇਹਦਾ ਮਤਲਬ ਪੈਨਸ਼ਨ ਦਾ ਬਰਡਨ ਇਸ ਚੀਜ਼ ਦੇ ਨਾਲ 2039 ਤੱਕ ਜਿਹੜਾ ਉਹ ਘੱਟ ਨਹੀਂ ਹੋ ਸਕਦਾ। ਸੋ ਦੇਅਰਫੋਰ ਇਹ ਇੱਕ ਪੋਲੀਟੀਕਲ ਮੋਟਿਵ ਨਹੀਂ ਹੈ, ਇਹ ਇੱਕ ਕਾਡਰ ਬੇਸਡ ਮੋਟਿਵ ਹੈਗਾ, ਜਿਹਦੇ ਵਾਸਤੇ ਗਵਰਨਮੈਂਟ ਨੇ ਹਾਂ ਕਰ ਦਿੱਤੀ ਹੈ। ਕਿਉਂਕਿ 2039 ਦੇ ਉੱਤੇ ਕਿਹੜੀ ਸਰਕਾਰ ਹੋਏਗੀ, ਕੀ ਹੋਏਗਾ, ਉਦੋਂ ਤੱਕ ਹੋਰ ਕਿੰਨੀਆਂ ਕਾਡਰ ਰਿਵਿਊ ਹੋ ਜਾਣਗੀਆਂ, ਇਹਦੇ ਬਾਰੇ ਪਤਾ ਨਹੀਂ ਹੈ। ਸੋ ਦੇਅਰਫੋਰ ਓਵਰਆਲ ਇੱਕ ਲੌਂਗ ਟਰਮ ਪਰਸਪੈਕਟਿਵ ਦੇ ਵਿੱਚ ਹੋ ਸਕਦਾ ਹੈ ਕਿ ਪੈਨਸ਼ਨ ਨੂੰ ਰਿਡਿਊਸ ਕਰਨ ਦੀ ਗੱਲ ਹੋਏ, ਪਰ ਸ਼ਾਰਟ ਟਰਮ ਦੇ ਵਿੱਚ ਜਿਹੜੀ ਕਿ ਡੈਮੋਕ੍ਰੇਸੀ ਦੇ ਵਿੱਚ ਪੋਲੀਟੀਕਲੀ ਸ਼ਾਰਟ ਟਰਮ ਹੀ ਕੰਮ ਆਉਂਦੀ ਹੈ 2024 ਤੱਕ, ਉਹਦੇ ਵਿੱਚ ਕੋਈ ਪੈਨਸ਼ਨ ਦਾ ਰਿਡਕਸ਼ਨ ਨਹੀਂ ਹੋਣੀ। ਦੂਸਰੀ ਗੱਲ ਆਉਂਦੀ ਹੈ, ਇਹਨਾਂ ਨੇ ਕਿਹਾ ਪਾਇਲਟ ਪ੍ਰੋਜੈਕਟ। ਦੇਖੋ ਪਾਇਲਟ ਪ੍ਰੋਜੈਕਟ 45,000 ਬੰਦਿਆਂ ਦੇ ਵਾਸਤੇ 4 ਸਾਲ ਤੇ ਪਾਇਲਟ ਪ੍ਰੋਜੈਕਟ ਹੀ ਹੋਇਆ ਨਾ, ਇਹ ਤੇ ਏਡੀ ਛੋਟਾ ਲਿਆ। ਉੱਤੋਂ ਦੀ ਫੌਜ ਨੇ ਕਲੀਅਰ ਕਰ ਦਿੱਤਾ ਹੈ ਕਿ ਮਿਡ ਕੋਰਸ ਕਰੈਕਸ਼ਨਸ ਹਮੇਸ਼ਾ ਕੀਤੀਆਂ ਜਾਣਗੀਆਂ। ਏਦਾਂ ਵੀ ਫੌਜ ਦਾ ਤਰੀਕਾ ਹੈ ਕਿ ਉਹ ਜਦੋਂ ਇੱਕ ਪਾਲਿਸੀ ਬਣਾਉਂਦੀ ਹੈ ਤੇ ਉਹਦੇ ਵਿੱਚ ਕੋਰਸ ਕਰੈਕਸ਼ਨਸ ਕਰਦੀ ਹੈ ਜਦੋਂ ਤੱਕ ਉਹ ਪਾਲਿਸੀ ਪੂਰੀ ਤਰ੍ਹਾਂ ਇਵੋਲਵ ਨਹੀਂ ਹੋ ਜਾਂਦੀ। ਕੱਲ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਸਾਰੇ ਸੀਨੀਅਰ ਲੀਡਰਸ ਨੇ, ਉਹਨਾਂ ਨੇ ਕਿਹਾ ਹੈ ਕਿ ਇਹਨੂੰ ਟਾਈਮ ਦਿਓ, ਜੈਸਟੇਸ਼ਨ ਪੀਰੀਅਡ ਦਿਓ, ਜਿੱਦਾਂ ਜਿੱਦਾਂ ਕੰਮ ਵੱਧਦਾ ਜਾਏਗਾ ਅਸੀਂ ਸਾਰੇ ਇਹਦੇ ਜਿਹੜੇ ਨੂਕਸ ਐਂਡ ਕਾਰਨਰਸ ਨੇ ਉਹਨਾਂ ਨੂੰ ਸਾਫ਼ ਕਰ ਦੇਵਾਂਗੇ ਤੇ ਅਲਟੀਮੇਟਲੀ ਜਿਹੜੀ ਚੀਜ਼ ਆਏਗੀ ਉਹ ਸਹੀ ਆਏਗੀ। ਦੇਖੋ ਉਹ ਕੋਈ ਪੋਲੀਟੀਸ਼ੀਅਨਸ ਬੈਠੇ ਉੱਥੇ ਗੱਲ ਨਹੀਂ ਸੀ ਕਰ ਰਹੇ, ਉਹ ਬੜੇ ਸੀਨੀਅਰ ਆਰਮੀ ਅਫਸਰਸ ਕਰ ਰਹੇ ਸੀਗੇ। ਉੱਤੋਂ ਦੀ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ ਵੂਮ ਟੂ ਟੋਮ ਦੀ ਸਿਸਟਮ ਹੁੰਦਾ ਹੈ, ਅਗਰ ਅਗਨੀਵੀਰ ਸਾਡੇ ਕੋਲ ਆ ਗਏ, ਸਾਡੀ ਪੂਰੀ ਕਮਿਟਮੈਂਟ ਹੈ ਕਿ ਅਸੀਂ ਉਹਨਾਂ ਦਾ ਖਿਆਲ ਰੱਖੀਏ। ਕਿਸ ਤਰੀਕੇ ਨਾਲ ਅਸੀਂ ਖਿਆਲ ਰੱਖਦੇ ਹਾਂ, ਅਸੀਂ ਕਈ ਜਗ੍ਹਾ 'ਚ ਗੱਲ ਕਰ ਰਹੇ ਹਾਂ ਤੇ ਉਹ ਚੀਜ਼ ਹੋ ਜਾਏਗੀ, ਉਹਦੇ ਵਾਸਤੇ ਵੀ ਵੇਟ ਕਰਨਾ ਪਏਗਾ।
ਰੈਜੀਮੈਂਟਲ ਸਿਸਟਮ ਦੀ ਗੱਲ ਕਰ ਰਹੇ ਨੇ। ਹਾਂ, ਰੈਜੀਮੈਂਟਲ ਸਿਸਟਮ ਹੈਗਾ, ਪਰ ਮੈਂ ਤੁਹਾਨੂੰ ਦੱਸਾਂ ਕਿ ਇਸ ਵੇਲੇ ਜਿਹੜੀ ਆਰਮੀ ਹੈ ਉਹ 80% ਆਲ ਇੰਡੀਆ ਆਲ ਕਲਾਸ ਹੈ। ਮੈਂ ਜਦੋਂ ਗਿਆ ਸੀਗਾ ਰੈਜੀਮੈਂਟ ਦੇ ਵਿੱਚ ਉਦੋਂ ਮੈਂ ਇੱਕ ਕਲਾਸ ਕੰਪੋਜੀਸ਼ਨ ਰੈਜੀਮੈਂਟ 'ਚ ਗਿਆ ਸੀਗਾ, ਪਰ ਮੈਂ ਆਪਣੇ ਮੇਰਾ ਖਿਆਲ 16-17 ਸਾਲ ਇੱਕ ਆਲ ਇੰਡੀਆ ਆਲ ਕਲਾਸ ਯੂਨਿਟ ਦੇ ਵਿੱਚ ਕੱਟੇ ਨੇ, ਤੇ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਸੀ, ਕੋਈ ਉਹਦੀ ਫਾਈਟਿੰਗ ਐਬਿਲਿਟੀ ਕੋਈ ਘੱਟ ਨਹੀਂ ਸੀਗੀ, ਇਨਫੈਕਟ ਜ਼ਿਆਦਾ ਸੀਗੀ। ਤੇ ਕਈ ਰੈਜੀਮੈਂਟਸ ਐਸੀਆਂ ਹੈਗੀਆਂ ਨੇ ਜਿਨ੍ਹਾਂ ਵਿੱਚ 3-3 ਸਕਾਡਰਨਸ ਹੁੰਦੀਆਂ ਨੇ। ਬਾਕੀ ਜਿੱਦਾਂ ਤੁਸੀਂ ਦੇਖੋ ਮਡਰਾਸ ਰੈਜੀਮੈਂਟ ਹੈ, ਮਡਰਾਸ ਰੈਜੀਮੈਂਟ 'ਚ ਸਾਰੇ ਬੰਦੇ ਮਡਰਾਸ ਦੇ ਨਹੀਂ ਨੇ, ਉਹ ਤੇਲੰਗਾਨਾ ਦੇ ਵੀ ਹੈਗੇ ਨੇ ਤੇ ਉਹ ਕਰਨਾਟਕਾ ਦੇ ਵੀ ਹੈਗੇ ਨੇ, ਮਡਰਾਸ ਦੇ ਵੀ ਹੈਗੇ ਨੇ। ਤੋਂ ਅਗਰ ਇਹ ਜਿਹੜੀਆਂ ਆਲ ਕਲਾਸ ਕੰਪੋਜੀਸ਼ਨ ਸਿੰਗਲ ਕਲਾਸ ਕੰਪੋਜੀਸ਼ਨ ਯੂਨਿਟਸ ਨੇ, ਉਹਨਾਂ ਦੇ ਬਾਰੇ ਹਜੇ ਤੱਕ ਗ੍ਰੈਜੂਏਟਡ ਰਿਸਪੌਂਸ ਦੇ ਨਾਲ ਉਹਨਾਂ ਦਾ ਦੇਖਿਆ ਜਾਏਗਾ ਕਿ ਉਹਨਾਂ ਦਾ ਕੀ ਕਰਨਾ ਹੈ। ਪਰ ਐਸੀ ਗੱਲ ਨਹੀਂ ਹੈ ਕਿ ਸਾਰੀਆਂ ਯੂਨਿਟਸ ਆਲ ਕਲਾਸ ਨੇ ਤੇ ਇਹਨੂੰ ਤੋੜ ਦੋਗੇ ਤੇ ਸਾਰਾ ਕੁਝ ਹੀ ਖਤਮ ਹੋ ਜਾਏਗਾ। ਮੈਂ ਤੁਹਾਨੂੰ ਦੱਸ ਰਿਹਾ 80% ਯੂਨਿਟਸ ਆਫ ਦੀ ਆਰਮੀ ਆਰ ਆਲ ਇੰਡੀਆ ਆਲ ਕਲਾਸ ਮਿਕਸਡ ਯੂਨਿਟਸ, ਤੇ ਮੈਂ ਆਪਣੀ ਪੂਰੀ ਜ਼ਿੰਦਗੀ ਮਿਕਸ ਯੂਨਿਟ ਦੇ ਵਿੱਚ ਕੱਢੀ ਹੋਈ ਹੈ। ਪਾਇਲਟ ਪ੍ਰੋਜੈਕਟ ਤਾਂ ਹੋ ਗਿਆ, ਕੰਟੀਨ ਸਰਵਿਸਿਜ਼ ਵਗੈਰਾ, ਇਹ ਐਵੋਲੂਸ਼ਨਰੀ ਚੀਜ਼ਾਂ ਨੇ, ਇਹਨਾਂ ਦੇ ਬਾਰੇ ਦੇਖਿਆ ਜਾਏਗਾ ਕਿਹੜੇ ਪਾਸੇ ਚੱਲਦੀਆਂ ਨੇ। ਪੀਪਲ ਨਾਟ ਟੋਲਡ, ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਨਹੀਂ ਦੱਸਿਆ। ਦੇਖੋ, ਜਦੋਂ ਮਿਲਟਰੀ ਆਪਣੀ ਕੋਈ ਪਾਲਿਸੀ ਬਣਾਉਂਦੀ ਹੈ, ਉਹ ਐਕਸਟਰਨਲ ਡਿਸਕਸ਼ਨ ਨਹੀਂ ਕਰਦੀ ਆਪਣੀ ਪਾਲਿਸੀ ਦੀ, ਉਹ ਚੀਜ਼ਾਂ ਪੋਲਿਟਿਕਸ ਦੇ ਵਿੱਚ ਹੁੰਦੀਆਂ ਨੇ, ਆਰਮੀ ਦੇ ਵਿੱਚ ਨਹੀਂ ਹੁੰਦੀਆਂ। ਦਿਸ ਇਜ਼ ਬੇਸਿਕਲੀ ਆਰਮੀ ਕਾਡਰ ਮੈਨੇਜਮੈਂਟ ਪਾਲਿਸੀ। ਤੇ ਆਰਮੀ ਦੀ ਫ੍ਰੈਟਰਨਿਟੀ ਐਸੀ ਹੁੰਦੀ ਹੈ ਚਰਨਜੀਤ ਜੀ ਕਿ ਜਿੰਨੇ ਇਹ ਪੁਰਾਣੇ ਸੀਓਜ਼ ਨੇ ਵਗੈਰਾ ਨੇ, ਉਹ ਸਾਰੇ ਇਹਦੇ ਵਿੱਚ ਇਨਵੋਲਵਡ ਹੋਏ ਹੋਣਗੇ। ਜਿਹੜੇ ਸਾਡੇ ਪੁਰਾਣੇ ਚੀਫਸ ਨੇ ਉਹ ਇਨਵੋਲਵਡ ਹੋਏ ਹੋਣਗੇ, ਉਹਨਾਂ ਨੇ ਕਿਹਾ ਹੋਏਗਾ। ਪਰ ਆਰਮੀ ਪਰ ਬੀਜੇਪੀ, ਮੈਂ ਕਈ ਡਿਬੇਟਸ ਸੁਣੇ ਨੇ, ਬੀਜੇਪੀ ਦੇ ਕਈ ਲੀਡਰਾਂ ਵੱਲੋਂ ਇਹ ਗੱਲ ਰੱਖੀ ਗਈ ਹੈ ਕਿ ਜਿਹੜੇ ਐਕਸ ਸਰਵਿਸਮੈਨ ਹੋ ਚੁੱਕੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਨੌਲੇਜ, ਇਸ ਕਰਕੇ ਅਸੀਂ ਉਹਨਾਂ ਦੇ ਨਾਲ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਇਹ ਬੀਜੇਪੀ ਦੇ ਵੱਡੇ ਲੀਡਰਾਂ ਦੇ ਬਿਆਨ ਨੇ। ਅੱਛਾ, ਹੋਣਗੇ, ਮੈਂ ਤੇ ਉਹ ਬਿਆਨ ਨਹੀਂ ਸੁਣੇ, ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਮੈਨੂੰ ਤੇ ਇਸ ਚੀਜ਼ ਦੇ ਬਾਰੇ 4 ਸਾਲ ਤੋਂ ਪਤਾ ਹੈ। ਇਹਦੇ ਵਿੱਚ ਕੀ ਹੋਣਾ ਹੈ, ਇਹਦੀਆਂ ਡਿਸਕਸ਼ਨਸ ਕਿਹੜੇ ਪਾਸੇ ਚੱਲ ਰਹੀਆਂ ਨੇ, ਕੀ ਹੋ ਰਿਹਾ। ਮੈਂ ਤੇ ਕਰਨਲ ਹੀ ਹਾਂ, ਮੈਨੂੰ ਤੇ 4 ਸਾਲ ਤੋਂ ਪੂਰੀ ਤਰ੍ਹਾਂ ਪਤਾ ਹੈ ਕਿ ਕਿਹੜੇ ਤਰੀਕੇ ਨਾਲ ਇਹ ਕੰਮ ਚੱਲ ਰਿਹਾ। ਕਈ ਵਾਰ ਡਿਸਕਸ਼ਨਸ ਹੋਈਆਂ ਨੇ ਸਾਡੇ ਅਫਸਰ ਦੇ ਨਾਲ। ਅਲਟੀਮੇਟਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਆਰਮੀ ਸਭ ਦੇ ਰਾਏ ਲੈ ਕੇ, ਹੁੰਦਾ ਇਹ ਹੈ ਕਿ ਇੱਕ ਡਿਸੀਜਨ ਹੋ ਜਾਂਦੀ ਹੈ। ਉਹਦੇ ਬਾਅਦ ਸਾਡਾ ਤਰੀਕਾ ਹੈ ਕਿ ਇੱਕ ਵਾਰ ਡਿਸੀਜਨ ਹੋ ਗਈ ਤੇ ਉਸ ਡਿਸੀਜਨ ਨੂੰ ਅਪਲਾਈ ਕਰਨਾ, ਅਸੀਂ ਉਹਨੂੰ ਆਪਣਾ ਆਨਰ ਸਮਝਦੇ ਹਾਂ ਕਿ ਜਿਹੜਾ ਕਿਸੇ ਨੇ ਕਰ ਦਿੱਤਾ ਹੈ। ਇਸ ਵਾਸਤੇ ਅੱਜ ਦੇ ਦਿਨ ਦੇ ਵਿੱਚ ਜਿਹੜੇ ਐਕਸ ਸਰਵਿਸਮੈਨ ਨੇ, ਮੈਂ ਕਈ ਗਰੁੱਪਸ ਦੇ ਵਿੱਚ ਹੈਗਾ, ਉਹਨਾਂ ਨੇ ਡਿਸਾਈਡ ਕਰ ਲਿਆ ਕਿ ਹੁਣ ਪੱਕਾ ਹੋ ਗਿਆ ਕਿ ਇਹ ਅਗਨੀਵੀਰ ਲੱਗੇਗਾ। ਤੋਂ ਅਸੀਂ ਉਹੀ ਗੱਲ ਦੱਸਾਂਗੇ ਜਿਹੜੀ ਇਹਨੂੰ ਫਰਦਰ ਰਿਫਾਈਨ ਤੇ ਇਵੋਲਵ ਕਰਨ ਵਾਸਤੇ ਠੀਕ ਹੋਏਗੀ। ਇਸ ਵਾਸਤੇ ਤੁਸੀਂ ਦੇਖਿਆ ਹੋਏਗਾ ਕਿ ਵੈਟਰਨਸ ਦੀ ਜਿਹੜੇ ਟਿੱਪਣੀ ਹੈ ਉਹ ਥੋੜੀ ਘੱਟ ਹੋ ਗਈ ਹੈ। ਤੇ ਬਾਕੀ ਕਾਂਗਰਸ ਨੇ ਕਿਹਾ ਕਿ ਜੀਡੀਪੀ ਦੀ ਗੱਲ ਕੀਤੀ ਇਹਨਾਂ ਨੇ, 3% ਆਫ ਦਾ ਜੀਡੀਪੀ। ਜਦੋਂ ਕਾਂਗਰਸ ਇੱਥੇ ਸੀਗੀ ਏਡੇ ਸਾਲ ਵਾਸਤੇ 1.2% ਆਫ ਦਾ ਜੀਡੀਪੀ ਦੇ ਉੱਤੇ ਕਦੀ ਕਾਂਗਰਸ ਗਈ ਨਹੀਂ, ਤੇ ਉਦੋਂ ਤੇ ਸਾਡਾ ਜਿਹੜਾ 1.2 ਆਫ ਦਾ ਜੀਡੀਪੀ ਡਿਫੈਂਸ ਬਜਟ ਦੇ ਉੱਤੇ ਗਈ ਨਹੀਂ, ਤੇ ਉਦੋਂ ਸਾਡਾ ਓਵਰਆਲ ਬਜਟ ਵੀ ਬਹੁਤ ਘੱਟ ਸੀਗਾ। ਉਸ ਵੇਲੇ ਮੈਂ ਇਹਨਾਂ ਨੂੰ ਯਾਦ ਕਰਾ ਦਾਂ ਕਿ ਸਾਡੇ ਕੋਲ, ਵਿਕਰਮ ਜੀ ਇਸ ਗੱਲ ਨੂੰ ਦੱਸਣਗੇ, ਵੈਪਨਸ ਦੀ ਕਮੀ ਸੀਗੀ, ਸਾਡੇ ਕਾਡਰ ਰਿਵਿਊਜ਼ ਨਹੀਂ ਹੋਏ, ਸਾਡੇ ਬਾਰਡਰ ਇਨਫਰਾਸਟ੍ਰਕਚਰ ਬਹੁਤ ਘੱਟ ਸੀਗੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੀ ਆਰਮੀ ਨੂੰ ਮਾਡਰਨਾਈਜ਼ ਤੇ ਵੈਪਨਸ ਦੇਣ ਵਾਸਤੇ, ਇਹ ਬੀਜੇਪੀ ਨੇ ਪਿਛਲੇ 8 ਸਾਲਾਂ ਦੇ ਵਿੱਚ ਆ ਕੇ ਬਹੁਤ ਕੰਮ ਕੀਤਾ ਹੈ, ਤੇ ਇਹਦੇ ਬਾਰੇ ਤਾਂ ਸਭ ਨੂੰ ਪਤਾ ਹੈ। ਤੇ ਮੇਰਾ ਖਿਆਲ ਮੈਂ ਜਿੰਨੇ ਕੁ ਪੁਆਇੰਟ, ਅੱਛਾ ਇੱਕ ਉਹ ਪੁਆਇੰਟ ਸੀਗਾ ਆਪਣੇ ਸ਼੍ਰੋਮਣੀ ਅਕਾਲੀ ਦਲ ਦਾ, ਉਹ ਮੇਰੇ ਖਿਆਲ ਵਿਕਰਮ ਜੀ ਨੇ ਜਵਾਬ ਦੇ ਦਿੱਤਾ ਸੀਗਾ। ਦੇਖੋ, ਇਹ ਦੋ ਚੀਜ਼ਾਂ ਬਿਲਕੁਲ ਅਲੱਗ ਨੇ। ਜਿਹੜਾ ਐਨਡੀਏ ਆਈਐਮਏ ਦੇ ਬੰਦੇ ਨੇ ਉਹ ਉੱਥੇ ਅਫਸਰ ਜਾਂਦੇ ਨੇ, ਤੇ ਅਫਸਰਸ ਦਾ ਜਿਹੜਾ ਅਫਸਰਸ ਦੀ ਗੱਲ ਇਹ ਅਗਨੀਵੀਰ ਦੇ ਨਾਲ ਬਿਲਕੁਲ ਮੈਚ ਨਹੀਂ ਕਰਦੀ। ਇਹ ਜਵਾਨ ਕਾਡਰ ਦੇ ਬੰਦੇ ਨੇ, ਤੇ ਇਹ ਜਿਹੜੇ ਨੇ ਬੜੇ ਛੋਟੇ ਤਬਕੇ ਤੋਂ ਬੰਦੇ ਆਉਂਦੇ ਨੇ। ਮੈਂ ਤੁਹਾਨੂੰ ਇਹ ਗੱਲ ਦੱਸਦਾ ਵਾਂ, ਬੜੇ ਅੱਛੇ ਬੰਦੇ ਹੁੰਦੇ ਨੇ, ਸਾਰੇ ਤਬਕੇ ਹੀ ਅੱਛੇ ਹੁੰਦੇ ਨੇ, ਪਰ ਇਹਨਾਂ ਦੇ ਘਰ ਦੇ ਵਿੱਚ ਫਾਈਨੈਂਸ਼ੀਅਲ ਕੰਸਟ੍ਰੇਂਟਸ ਹੁੰਦੇ ਨੇ। 17 ਸਾਲ ਦੇ ਵਿੱਚ ਐਸੇ ਘਰ ਦੇ ਬੰਦੇ ਜਿਹੜੇ ਨੇ ਉਹ ਮੁਸ਼ਕਲ ਦੇ ਨਾਲ ਆਪਣੀ 12ਵੀਂ ਵੀ ਪਾਸ ਕਰਦੇ ਨੇ, ਤੇ ਉਹਨਾਂ ਦੇ ਕੋਲ ਕਾਲਜ ਜਾਣ ਵਾਸਤੇ ਜਾਂ ਤੇ ਨੰਬਰ ਨਹੀਂ ਹੁੰਦੇ, ਤੇ ਜਾਂ ਉਹਨਾਂ ਕੋਲ ਫਾਈਨੈਂਸ਼ੀਅਲ ਸਟਰੈਂਥ ਨਹੀਂ ਹੁੰਦੀ। ਐਸੇ ਟਾਈਮ ਦੇ ਉੱਤੇ ਅਗਰ ਉਹਨਾਂ ਨੂੰ ਇੱਕ ਮੌਕਾ ਮਿਲ ਜਾਏ ਕਿ ਉਹ ਇੱਕ ਅੱਛੀ ਜਗ੍ਹਾ ਚਲੇ ਜਾਣ, ਉੱਥੇ ਜਾ ਕੇ ਆਪਣੀ ਪੜ੍ਹਾਈ ਕਰਨ, ਆਪਣੀ ਟ੍ਰੇਨਿੰਗ ਲੈਣ, ਕੌਨਫੀਡੈਂਸ ਵਧਾਉਣ, ਤੇ ਉੱਥੋਂ ਦੀ ਕੁਝ ਪੈਸੇ ਕਮਾ ਕੇ ਵਾਪਸ ਵੀ ਆ ਜਾਣ, 4-5 ਲੱਖ ਰੁਪਇਆ, ਇਹ ਉਸ ਤਬਕੇ ਦੇ ਲੋਕਾਂ ਦੇ ਵਾਸਤੇ ਬਹੁਤ ਹੀ ਵੱਡੀ ਇੱਕ ਉਪਲਬਧੀ ਹੈ। ਤੇ ਅੱਜ ਹੀ ਕਿਸੇ ਨੇ ਮੈਨੂੰ ਦੱਸਿਆ, ਕਿਤੇ ਗੱਲ ਹੋਈ ਹੈ ਕਿ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਤੇ ਮੌਜਾਂ ਲੱਗ ਗਈਆਂ, ਪਹਿਲੇ 4 ਸਾਲ ਲਗਾਓ ਆਰਮੀ ਦੇ ਵਿੱਚ ਤੇ ਉੱਥੋਂ ਦੀ ਪੈਸੇ ਕਮਾਓ ਤੇ ਉਹਦੇ ਬਾਅਦ ਫੌਰਨ ਜਾਓ।
12-13 ਲੱਖ ਰੁਪਏ ਦਾ ਜਿਹੜਾ ਕਿੱਲਾ ਵੇਚਣਾ ਹੁੰਦਾ ਸੀ 20 ਲੱਖ ਦਾ, ਉਹ ਵੀ ਵੇਚਣ ਦੀ ਜ਼ਰੂਰਤ ਨਹੀਂ। ਇਸ ਵੇਲੇ ਮੈਨੂੰ ਤੇ ਇਹ ਸ਼ੱਕ ਹੋ ਰਿਹਾ ਹੈ ਕਿ 4 ਸਾਲ ਦੇ ਬਾਅਦ ਜਿਹੜੇ ਬੰਦੇ ਉੱਥੋਂ ਦੀ ਐਡੇ ਵੈਲ ਟ੍ਰੇਨਡ ਹੋਣਗੇ, ਉਹ ਆਰਮੀ ਦੇ ਵਿੱਚ ਰਹਿਣਾ ਵੀ ਚਾਹਣਗੇ ਕਿ ਨਹੀਂ ਰਹਿਣਾ ਚਾਹਣਗੇ। ਪਰ ਜੈਵੰਤ ਸਿੰਘ ਜੀ, ਉਸ ਪਾਸੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੀ ਮੈਂ ਰੋਕਣਾ ਚਾਹਾਂਗਾ, ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ WTA ਦੀ ਪਾਲਿਸੀਆਂ ਨੇ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ, ਉਹਨਾਂ ਵੱਲ ਜਿਹੜੀ ਫੌਜ ਹੈ ਉਹ ਵੀ ਵੱਧਦੀ ਦਿਖਾਈ ਦੇ ਰਹੀ ਹੈ। ਕਿ ਇਸ ਚੀਜ਼ ਦੇ ਨਾਲ ਸਹਿਮਤੀ ਜਤਾਉਂਦੇ ਹੋ ਕਿ WTA ਦੀ ਪਾਲਿਸੀ ਦੇ ਉੱਤੇ ਕਿਤੇ ਨਾ ਕਿਤੇ ਕੰਮ ਹੋਣਾ ਸ਼ੁਰੂ ਹੋ ਗਿਆ? ਨਹੀਂ ਜੀ ਨਹੀਂ, WTO ਦੀ ਪਾਲਿਸੀ ਜਿਹੜੀ ਆ ਉਹ ਸਿਰਫ ਟ੍ਰੇਡ ਦੇ ਉੱਤੇ ਚੱਲਦੀ ਹੈ, ਉਹ ਆਰਮੀ ਦੇ ਉੱਤੇ ਉਹਦਾ ਕੋਈ ਇਫੈਕਟ ਨਹੀਂ ਹੁੰਦਾ। ਅਸੀਂ ਤੇ ਬੈਸਟ ਪ੍ਰੈਕਟਿਸਿਸ ਆਫ ਦ ਵਰਲਡ ਐਸ ਫਾਰ ਐਜ਼ ਮਿਲਟਰੀ ਸਰਵਿਸਿਜ਼ ਆਰ ਕੰਸਰਨਡ, ਉਹਦੇ ਨਾਲ ਹੀ ਆਪਣਾ ਖਿਆਲ ਰੱਖਨੇ ਆ। WTO ਦਾ ਸਾਡੇ ਨਾਲ, ਆਰਮੀ ਦੇ ਨਾਲ, ਨਾ ਸਾਡੀ ਆਰਮੀ ਦੇ ਨਾਲ ਤੇ ਨਾ ਕਿਸੇ ਹੋਰ ਆਰਮੀ ਦੇ ਨਾਲ, ਕਿਸੇ ਆਰਮੀ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ। ਪਰ ਸਵਾਲ ਇਹ ਹੈ ਨਾ, ਇੱਕ ਚੀਜ਼ ਪ੍ਰਾਈਵੇਟੇਸ਼ਨ ਹੀ ਹੋਗੀ। 4 ਸਾਲ ਤੁਸੀਂ ਜੌਬ ਕਰ ਰਹੇ ਹੋ, ਉਸ ਤੋਂ ਬਾਅਦ ਕੋਈ ਸ਼ੋਰਟੀ ਨਹੀਂ, ਤੁਹਾਨੂੰ ਜੌਬ ਅੱਗੇ ਹੈ ਜਾਂ ਨਹੀਂ ਹੈ, ਉਹਦੇ ਵਾਸਤੇ ਕੋਈ ਸ਼ੋਰਟੀ ਨਹੀਂ। ਖਾਸ ਕਰਕੇ ਜੇ ਮੈਂ ਫੌਜ ਦੀ ਗੱਲ ਕਰਾਂ ਤਾਂ ਫੌਜ ਦੇ ਵਿੱਚ ਮੈਕਸਿਮਮ ਦਬਕਾ ਉਹ ਹੁੰਦਾ ਹੈ ਜੋ ਕਾਫੀ ਨੀਵੇਂ ਪੱਧਰ ਦਾ ਹੁੰਦਾ ਹੈ, ਭਾਵੇਂ ਉਹ ਪੰਜਾਬ ਹੋਵੇ, ਕਿਸੇ ਹੋਰ ਦੀ ਸਟੇਟ ਦੀ ਗੱਲ ਕੀਤੀ ਜਾਵੇ। ਤੇ ਉਹਨਾਂ ਬੱਚਿਆਂ ਦਾ ਫਿਊਚਰ ਕਿਵੇਂ ਹੋਏਗਾ? ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਕਿ ਉਹ ਬੱਚੇ ਉਸ ਸਮੇਂ ਹੁੰਦੇ ਨੇ 17 17.5 ਸਾਲ ਦੀ ਉਮਰ ਦੇ ਵਿੱਚ, ਜਾਂ ਤਾਂ ਨੰਬਰ ਨਹੀਂ ਹੁੰਦੇ ਜਾਂ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਵੀਕ ਹੁੰਦੇ ਆ। ਨੰਬਰ ਉਹਨਾਂ ਦੇ ਹੀ ਨਹੀਂ ਹੁੰਦੇ ਜੋ ਘਰੋਂ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਵੀਕ ਹੁੰਦੇ ਨੇ, ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਰਹਿੰਦੇ ਨੇ, ਉਸ ਕਰਕੇ ਉਹਨਾਂ ਦੇ ਨੰਬਰ, ਉਹਨਾਂ ਦੀ ਪੜ੍ਹਾਈ ਦੇ ਵਿੱਚ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਸਹੂਲਤ ਨਹੀਂ ਮਿਲਦੀ। ਪਰੰਤੂ ਸਵਾਲ ਇਹੀ ਖੜਾ ਹੁੰਦਾ ਨਾ ਕਿ ਉਹਨਾਂ ਦਾ ਰੋਜ਼ਗਾਰ ਅੱਗੇ ਕੀ ਹੋਵੇਗਾ, ਉਹਨਾਂ ਦਾ ਭਵਿੱਖ ਕੀ ਹੋਵੇਗਾ, ਜਾਂ 17 ਤੋਂ ਲੈ ਕੇ 23 ਸਾਲ ਤੱਕ ਉਹਨਾਂ ਦਾ ਭਵਿੱਖ ਇਹੀ ਆ, ਉਸ ਤੋਂ ਬਾਅਦ ਜਿੱਥੇ ਜਾਣਾ ਜਾਓ, ਉਸ ਤੋਂ ਬਾਅਦ ਉਹ ਕਿੱਥੇ ਜਾਣਗੇ ਨਾ? ਸਵਾਲ ਇਹ ਵੀ ਖੜਾ ਹੁੰਦਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਬਹੁਤ ਲੋਕ ਇਹ ਸਵਾਲ ਪੁੱਛ ਰਹੇ ਨੇ। ਦੇਖੋ, ਇਹ ਸਵਾਲ ਦਾ ਜਵਾਬ ਤੇ ਜਦੋਂ ਇਹ ਪਾਲਿਸੀ ਅਪਲਾਈ ਹੋਏਗੀ 4 ਸਾਲ ਦੇ ਬਾਅਦ, ਉਹਦੇ ਬਾਅਦ ਪੂਰੀ ਤਰ੍ਹਾਂ ਦੇ ਨਾਲ ਉਹ ਕ੍ਰਿਸਟਲਾਈਜ਼ ਹੋਏਗਾ ਕਿ ਹੁੰਦਾ ਕੀ ਹੈ, ਕਿੰਨੇ ਬੰਦੇ ਰਿਟੇਨ ਹੋਣਾ ਚਾਹੁੰਦੇ ਨੇ, ਕਿੰਨੇ। ਦੇਖੋ, ਮੈਂ ਤੁਹਾਨੂੰ ਪਹਿਲੇ ਵੀ ਇੱਕ ਵਾਰ ਦੱਸਿਆ ਹੈ ਕਿ 1.3 ਮਿਲੀਅਨ ਦੀ ਆਰਮੀ ਰੱਖਣੀ ਸਾਡੇ ਵਾਸਤੇ ਬਿਲਕੁਲ ਜ਼ਰੂਰੀ ਹੈ। ਇਸ ਵੇਲੇ ਤੇ ਅਸੀਂ ਕਹਿ ਰਹੇ ਹਾਂ ਕਿ ਅਸੀਂ 25% ਬੰਦੇ ਲਵਾਂਗੇ, ਪਰ ਸ਼ਾਰਟ ਸਰਵਿਸ ਦੇ ਵਿੱਚ ਵੀ ਅਸੀਂ ਪਹਿਲੇ ਕਹਿੰਦੇ ਸੀਗੇ ਕਿ 5 ਸਾਲ ਦੇ ਬਾਅਦ ਕਰ ਦੇਵਾਂਗੇ, ਉਹਦੇ ਬਾਅਦ ਅਸੀਂ 10 ਸਾਲ ਕੀਤਾ, 14 ਸਾਲ ਕੀਤਾ, ਉਹਦੇ ਬਾਅਦ ਅਲਟੀਮੇਟਲੀ ਇੱਕ ਲੈਫਟੀਨੈਂਟ ਜਨਰਲ ਰਿਟਾਇਰ ਹੋਇਆ ਸ਼ਾਰਟ ਸਰਵਿਸ ਦਾ, ਆਰਮੀ ਦੀ ਮੈਂ ਗੱਲ ਕਰ ਰਿਹਾ। ਸੋ ਇਹ ਕਾਡਰ ਰਿਵਿਊ ਜਿਹੜੀ ਹੈ ਇਹ ਕਨਸਟੈਂਟਲੀ ਹੁੰਦੀ ਰਹੇਗੀ, ਤੇ ਆਫਿਸਰਸ ਦੇ ਵਿੱਚ ਵੀ ਸ਼ਾਰਟ ਸਰਵਿਸ ਲੋਕ ਆਉਂਦੇ ਸੀਗੇ, ਉਹ ਬਾਹਰ ਜਾ ਕੇ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ। ਮੈਨੂੰ ਪੱਕਾ ਯਕੀਨ ਹੈ ਕਿ ਇਹ ਜਵਾਨ ਵੀ ਕਰਨਗੇ। ਮੇਰੇ ਹਿਸਾਬ ਦੇ ਨਾਲ ਚਰਨਜੀਤ ਜੀ, ਸਾਨੂੰ ਆਪਣੀ ਆਰਮੀ ਦੀਆਂ ਪਾਲਿਸੀਜ਼ ਦੇ ਨਾਲ ਏਡਾ ਜ਼ਿਆਦਾ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਆਪਣਾ ਕਾਡਰ ਰਿਵਿਊ ਕੀਤਾ ਹੈ, ਤੇ ਉਹਨਾਂ ਨੂੰ ਮੇਰਾ ਖਿਆਲ ਉਹ ਜਿਹੜੇ ਤਰੀਕੇ ਨਾਲ ਚੱਲ ਰਹੇ ਨੇ, ਸਾਨੂੰ ਉਹਨਾਂ ਦਾ ਤਰੀਕਾ ਰਿਸਪੈਕਟ ਕਰਨਾ ਚਾਹੀਦਾ ਹੈ। ਉਹਨੂੰ ਪੋਲਿਟਿਕਸ ਦੇ ਦਾਇਰੇ ਵਿੱਚ ਨਾ ਹੀ ਲੈ ਕੇ ਆਈਏ ਤੇ ਚੰਗਾ ਹੈ। ਐਂਡ ਫਾਈਨਲੀ ਇਹ ਗੱਲ ਹੈ ਕਿ ਜਿਹੜੇ ਮੁੰਡੇ ਵਾਇਲੈਂਸ ਕਰ ਰਹੇ ਨੇ, ਇਹ ਤੇ ਬਿਲਕੁਲ ਗਲਤ ਹੈ। ਇਹ ਮੇਰਾ ਖਿਆਲ ਸਭ ਨੂੰ ਇਕੱਠੇ ਮਿਲ ਕੇ, ਸਭ ਹੀ ਕਹਿ ਰਹੇ ਨੇ ਕਿ ਨਹੀਂ ਹੋਣੀ ਚਾਹੀਦੀ, ਸਾਨੂੰ ਸਭ ਨੂੰ ਇਕੱਠੇ ਮਿਲ ਕੇ ਇਸ ਵਾਇਲੈਂਸ ਨੂੰ ਬੰਦ ਕਰਨਾ ਚਾਹੀਦਾ ਹੈ। ਲੈਟ ਅਸ ਨਾਟ ਅਲਾਓ ਦੀ ਆਰਮੀ ਟੂ ਬੀ ਐਮਬੈਰਸਡ ਇਨ ਦਿਸ ਮੈਨਰ। ਠੀਕ ਹੈ, ਇੰਦਰਜੀਤ ਸੰਧੂ ਦਾ ਜਵਾਬ ਲੈ ਲੈਣੇ। ਇੰਦਰਜੀਤ ਸੰਧੂ ਜੀ, ਮੇਰਾ ਸਵਾਲ ਹੈ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਦੱਬੇ ਕੁਚਲੇ ਲੋਕ ਕਿਤੇ ਨਾ ਕਿਤੇ ਫੌਜ ਉਹਨਾਂ ਦਾ ਸਹਾਰਾ ਬਣਦੀ ਹੈ। ਜਦੋਂ ਫੌਜ ਦੇ ਵਿੱਚ ਜਾਂਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਬੈਟਰ ਫਿਊਚਰ ਦੀ, ਵਧੀਆ ਕਿਸਮਤ ਦੀ ਇੱਕ ਤਾਰ ਮਿਲਦੀ ਹੈ, ਜਿੱਥੋਂ ਜਾ ਕੇ ਉਹ ਆਪਣੇ ਆਪ ਨੂੰ, ਆਪਣੇ ਭਵਿੱਖ ਨੂੰ ਸਵਾਰ ਸਕਦੇ ਨੇ। ਇਸ ਸਵਾਲ ਦੇ ਨਾਲ ਤੁਸੀਂ ਕਿੰਨੀ ਸਹਿਮਤੀ ਜਤਾਉਂਦੇ ਹੋ? ਤੇ ਜਿਸ ਤਰ੍ਹਾਂ ਜੈਵੰਤ ਸਿੰਘ ਵੱਲੋਂ ਦੱਸਿਆ ਗਿਆ, ਇਸ ਦੇ ਫਾਇਦੇ ਗਿਣਾਏ ਗਏ ਨੇ। ਜੇਕਰ ਇਹ ਸਕੀਮ ਹੁਣ ਲਾਗੂ ਕਰ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਕਿੰਨੀ ਕੁ ਬੇਰੁਜ਼ਗਾਰੀ ਖਤਮ ਹੋਵੇਗੀ ਜਾਂ ਬੇਰੁਜ਼ਗਾਰੀ ਵਧੇਗੀ? ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਜ਼ਿਮੀਂਦਾਰ ਲੋਕ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਉਹ ਫੌਜ ਦੇ ਵਿੱਚ ਆਮ ਕਰਕੇ ਭਰਤੀ ਹੋ ਜਾ ਕਰਦੇ ਸੀ, ਔਰ ਉਹਨਾਂ ਦੀ ਜਿਹੜੀ ਪੂਰੀ ਲਾਈਫ, ਉਹਨਾਂ ਦਾ ਸਾਰਾ ਕੁਝ ਜਿਹੜੀ ਉਹਦੇ ਨਾਲ ਸਿਕਿਉਰ ਮਹਿਸੂਸ ਕਰਦੇ ਸੀ। ਔਰ ਦੇ ਵਿੱਚ ਇੱਕ ਅੱਧਾ ਨੌਜਵਾਨ ਤਾਂ ਹੋਇਆ ਹੀ ਕਰਦਾ ਸੀ ਫੌਜ ਵਿੱਚ। ਔਰ ਜਦੋਂ ਇਹ 4 ਸਾਲ ਦੀ ਸਰਵਿਸ ਨਾਲ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰ ਰਹੇ ਨੇ। ਦੂਜੀ ਗੱਲ ਵੀ ਮੈਂ ਮਹਿਸੂਸ ਕਰਦਾ ਕਿ ਇਹ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀ ਹੈ ਮੋਦੀ ਸਰਕਾਰ ਦੀ, ਇਹਨੂੰ ਵੀ ਦਰਸਾਉਂਦੀ ਹੈ। ਸ਼ਾਇਦ ਖਜ਼ਾਨਾ ਜਿਹੜਾ ਮੋਦੀ ਸਰਕਾਰ ਦਾ ਖਾਲੀ ਹੈ। ਦੂਜੀ ਗੱਲ ਵੀ ਇਹ ਬੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਵੀ ਮਿਕਸ ਰੈਜੀਮੈਂਟ ਕਰਕੇ ਜਿਹੜਾ ਪੁਰਾਣਾ ਰੈਜੀਮੈਂਟ ਸਿਸਟਮ ਇਹ ਟੁੱਟੇਗਾ, ਔਰ ਜਿਹੜੇ ਵੱਖ-ਵੱਖ ਰੈਜੀਮੈਂਟ ਨਾਲ ਸੰਬੰਧਿਤ ਜਿਹੜੇ ਵੀ
ਫੌਜ ਨਾਲ ਸੰਬੰਧਿਤ ਹੈ ਨੇ। ਹੂੰ ਜਿੱਥੇ ਕਿਤੇ ਕਿਸੇ ਦੀ ਜ਼ਰੂਰਤ ਹੁੰਦੀ ਹੈ ਉੱਥੇ ਉਹਨਾਂ ਨੂੰ ਵਰਤਿਆ ਜਾਂਦਾ। ਹੂੰ ਪਰ ਉਹ ਸੰਬੰਧਿਤ ਉਸ ਖੇਤਰ ਨਾਲ ਜਿਵੇਂ ਐਕਸਪਰਟ ਨਹੀਂ ਹੁੰਦਾ। ਜਿਵੇਂ ਡੋਗਰਿਆਂ ਦੀ ਜਿਹੜੀ ਆਪਣੀ ਮੁਹਾਰਤ ਹੈ, ਸਿੱਖ ਰੈਜੀਮੈਂਟ ਦੀ ਆਪਣੀ ਮੁਹਾਰਤ ਹੈ, ਹਰ ਰੈਜੀਮੈਂਟ ਦੀ ਕਿਤੇ ਆਪਣੀ ਮੁਹਾਰਤ ਹੈ। ਉਹ ਜਿਹੜੀ ਨਿਪੁੰਨਤਾ ਹੈ ਜਿਹੜੀ ਉਹ ਮਿਕਸ ਰੈਜੀਮੈਂਟ ਵਿੱਚ ਮੈਨੂੰ ਲੱਗਦਾ ਵੀ ਜਿੱਥੇ ਸੰਬੰਧਿਤ ਕੈਟਾਗਰੀ ਦੀ ਲੋੜ ਹੋਏਗੀ ਉੱਥੇ ਆਪਾਂ ਨੂੰ ਜ਼ਰੂਰ ਘਾਟਾ ਪਊਗਾ। ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਰੱਖੀ ਹੈ ਬੀਜੇਪੀ ਪ੍ਰਵਕਤਾ ਜੀ ਨੇ, ਮੈਂ ਤਾਂ ਇਹ ਮਹਿਸੂਸ ਕਰਦਾ ਕਿ ਜਿਹੜੀ ਲੋਅਰ ਕਲਾਸ ਹੈ ਉਹਨੂੰ ਸਰਕਾਰ ਜਿਹੜੀ ਲੋਅਰ ਹੀ ਰੱਖਣਾ ਚਾਹੁੰਦੀ ਹੈ। ਉਹਨਾਂ ਦੇ ਵਿੱਚੋਂ IAS IPS ਹੋਰ ਜਿਹੜੇ ਉੱਚ ਅਹੁਦਿਆਂ ਤੇ ਨਹੀਂ ਜਾਣਗੇ ਕਿਉਂਕਿ ਉਹਨਾਂ ਦੀ ਜਿਹੜੀ ਉਹ ਆਮਦਨ ਜਿਹੜੀ ਘੱਟ ਹੁੰਦੀ ਹੈ ਉਹਦਾ ਫਿਰ ਇਸੇ ਦੇ ਦਵਾਈ ਜਿਹੜੇ ਨੇ ਉਹਨਾਂ ਦੀ ਲਾਈਫ ਜਿਹੜੀ ਬੜੀ ਸੀਮਤ ਹੋ ਜਾਊਗੀ। ਅਗਲੀ ਗੱਲ ਜਿਹੜੀ ਪੰਜਾਬ ਦੇ ਵਿੱਚ ਜਿਵੇਂ ਹੋਮਗਾਰਡ ਦੀ ਲਾਈਫ ਸੀ ਔਰ ਉਹਨਾਂ ਦੀ ਲਾਈਫ ਉਹਦੇ ਦੁਆਲੇ ਹੀ ਰਹਿ ਗਈ ਸੀ ਜੀ, ਬਿਲਕੁਲ ਇੱਥੇ ਵੀ ਉਸ ਤਰ੍ਹਾਂ ਹੀ ਹੋਏਗਾ। ਠੀਕ ਹੈ, ਸਤਿੰਦਰ ਗਿੱਲ ਜੀ ਦਾ ਜਵਾਬ ਲੈ ਲੈਂਦੇ ਆ। ਸਤਿੰਦਰ ਗਿੱਲ ਜੀ, ਖਾਸ ਕਰਕੇ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖ ਰਹੇ ਹੋ ਕਿ ਇੱਕ ਵਿਅਕਤੀ ਨੇ ਸਿਰਫ ਮੈਜ 4 ਸਾਲਾਂ ਦੇ ਲਈ ਭਰਤੀ ਹੋਣਾ, ਉਸਦੇ ਦਿਮਾਗ ਦੇ ਵਿੱਚ ਕੀ ਸਟੇਟਸ ਰਹੇਗਾ? ਕਿ ਉਸਦੇ ਦਿਮਾਗ ਦੇ ਵਿੱਚ ਇਹ ਸਟੇਟਸ ਰਹੇਗਾ ਕਿ ਮੈਂ ਆਪਣੇ ਦੇਸ਼ ਲਈ ਕੁਝ ਕਰਾਂ, ਜਾਂ ਉਸਦੇ ਦਿਮਾਗ ਦੇ ਵਿੱਚ ਸਿਰਫ ਤੇ ਸਿਰਫ ਇਹੀ ਕੁਝ ਰਹੇਗਾ ਕਿ 4 ਸਾਲ ਨੇ ਮੇਰੇ ਕੋਲ, 4 ਸਾਲ ਦੇ ਵਿੱਚ ਮੈਨੂੰ ਇੰਨੇ ਕੁ ਪੈਸੇ ਮਿਲ ਜਾਣੇ ਆ, ਉਸ ਤੋਂ ਬਾਅਦ ਠੀਕ ਹੈ, ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਵੇਗੀ ਉਹ ਸੋਚਾਂਗੇ। ਇਸ ਨੂੰ ਵੇਖਦੇ ਹੋਏ ਕਿਸ ਤਰ੍ਹਾਂ ਵੇਖਦੇ ਹੋ ਕਿ ਮਾਨਸਿਕ ਤੌਰ ਤੇ, ਪੂਰਨ ਤੌਰ ਤੇ, ਆਪਣੇ ਦਿਮਾਗੀ ਤੌਰ ਤੇ ਸੰਤੁਸ਼ਟ ਹੋਣਗੇ ਜਿਹੜੇ ਵੀ ਵਿਅਕਤੀ ਇਸ ਭਰਤੀ ਦੇ ਵਿੱਚ ਭਰਤੀ ਹੋਣਗੇ? ਸਵਾਲ ਬਹੁਤ ਅੱਛਾ ਹੈ ਤੁਹਾਡਾ, ਬਹੁਤ ਹੀ ਅੱਛਾ ਸਵਾਲ ਹੈ। ਬਿਲਕੁਲ ਠੀਕ ਗੱਲ ਹੈ ਵੀ ਪਹਿਲਾਂ ਜਦੋਂ ਸਿਪਾਹੀ ਦੀ ਰਿਕਰੂਟਮੈਂਟ ਲਈ ਕੋਈ ਜਾਂਦਾ ਸੀ ਤੇ ਉਹ ਸੋਚ ਕੇ ਜਾਂਦਾ ਸੀ ਮੈਂ ਫੌਜ ਵਿੱਚ ਜਾਣਾ ਹੈ, ਉਹਦੀ ਇੱਕ ਵਿਲ ਪਾਵਰ ਹੁੰਦੀ ਸੀ। ਠੀਕ ਹੈ ਤੁਹਾਡੀ ਗੱਲ ਵੀ ਇਹਨਾਂ ਦੇ ਵਿੱਚ ਕੁਝ ਪਰਸੈਂਟੇਜ ਉਹੋ ਜਿਹੀ ਵੀ ਹੋਏਗੀ ਜਿਹੜੀ ਇਹ ਸੋਚ ਕੇ ਜਾਏਗੀ ਬਾਹਰ ਨੌਕਰੀ ਨਹੀਂ ਮਿਲ ਰਹੀ, ਚਲੋ ਮੈਂ ਉੱਥੇ ਚਲੇ ਜਾਣਾ, ਉਹਦੇ 'ਚ ਐਜੂਕੇਸ਼ਨ ਕੰਪਲੀਟ ਹੋ ਜੇ, ਉਹਦੇ ਤੋਂ ਬਾਅਦ ਉਹ ਫੌਜ 'ਚ ਰਹੇ ਨਾ ਰਹੇ। ਦੇਖੋ ਵਿਕਰਮ ਜੀ ਨੇ ਵੀ ਬੜੀ ਅੱਛੀ ਤਰ੍ਹਾਂ ਐਕਸਪਲੇਨ ਕੀਤਾ, ਕਰਨਲ ਸਾਹਿਬ ਨੇ ਵੀ ਬੜੀ ਅੱਛੀ ਤਰ੍ਹਾਂ ਐਕਸਪਲੇਨ ਕੀਤਾ। ਮੈਂ ਤੇ ਫਿਲਹਾਲ ਜੋ ਮੇਰੀ ਸੋਚ ਇਹੀ ਆ ਵੀ ਰਾਜਨੀਤੀ ਨੂੰ ਇੱਕ ਪਾਸੇ ਰੱਖ ਕੇ ਇਹਨੂੰ ਥੋੜਾ ਸਮਾਂ ਦੇ ਦਿੱਤਾ ਜਾਏ। ਦੇਖ ਲੈਂਦੇ ਆ ਇੰਡੀਅਨ ਆਰਮੀ ਇਹਦੇ 'ਚ ਕੀ ਹਲੇ ਇਹਦੀ ਰੂਪ ਰੇਖਾ ਕਿਵੇਂ ਲੈ ਕੇ ਆਉਂਦੀ ਹੈ। ਇਹ ਵੀ ਇੱਕ ਵੇਟ ਕਰਨ ਵਾਲੀ ਗੱਲ ਹੈ। ਕਾਹਲੇ ਪੈ ਕੇ ਆਪਾਂ ਜਵਾਬ ਦੇ ਦਈਏ ਕਿਸੇ ਗੱਲ ਦਾ ਮੈਂ ਤੇ ਨਹੀਂ ਉਹਨੂੰ ਠੀਕ ਸਮਝਦਾ, ਕਿਉਂਕਿ ਸਾਡੇ ਵਿੱਚ ਜਿਹੜੇ ਤੁਸੀਂ ਐਕਸਪਰਟਸ ਲਿਆਂਦੇ ਨੇ ਬੜੇ ਸਿਆਣੇ ਨੇ, ਬੜੀ ਅੱਛੀ ਗੱਲਾਂ ਕੀਤੀਆਂ ਉਹਨਾਂ ਨੇ, ਵਿਊਅਰਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਸਾਨੂੰ ਤੇ ਲੋਕ ਰਾਜਨੀਤਿਕ ਲੈ ਲੈਂਦੇ ਆ ਵੀ ਇਹਨਾਂ ਨੇ ਉਹਨਾਂ ਦੇ ਖਿਲਾਫ ਹੀ ਜਾਣਾ, ਸਾਡੀ ਕੋਈ ਉਹੋ ਜਿਹੀ ਸੋਚ ਨਹੀਂ ਹੈਗੀ। ਮੈਂ ਤੇ ਇਹੀ ਕਹਿਣਾ ਵੀ ਜਿਹੜੇ ਆਪਣੇ ਯੰਗਸਟਰਸ ਨੇ ਵਾਇਲੈਂਸ ਨੂੰ ਛੱਡ ਦੇਣ, ਇਹਦੇ 'ਚ ਕੋਈ ਅੱਛੀ ਗੱਲ ਨਹੀਂ। ਤੁਹਾਡੀ ਉਮਰ ਛੋਟੀ ਉਮਰ ਹੈ, ਕਿਸੇ ਪੋਲੀਟੀਕਲੀ ਮੋਟੀਵੇਟਡ ਹੋ ਕੇ ਤੁਸੀਂ ਇਹਨਾਂ ਦੇ ਹੁਣ ਐਕਸ਼ਨਸ ਵਿੱਚ ਨਾ ਆਓ, ਵਾਇਲੈਂਸ ਪੋਲੀਟੀਕਲ ਮੋਟੀਵੇਟਡ ਨਾ ਹੋਣ, ਤੇ ਨੌਜਵਾਨ ਵੀ ਜਿਹੜੇ ਵਾਇਲੈਂਸ 'ਚ ਆਏ ਨੇ ਉਹ ਇਸ ਚੀਜ਼ ਨੂੰ ਛੱਡ ਦਿਓ। ਜੇ ਤੁਹਾਡਾ ਜੀ ਹੈ ਤੇ ਜਾਓ, ਨਹੀਂ ਜੀ ਹੈ ਤੇ ਕੋਈ ਧੱਕੇ ਨਾਲ ਤੇ ਲੈ ਕੇ ਜਾਂਦਾ ਨਹੀਂ ਤੁਹਾਨੂੰ, ਪਰ ਥੋੜਾ ਸਮਾਂ ਦਿਓ। ਆਰਮੀ ਉਹਨੂੰ ਸਮਝਾਏਗੀ ਅੱਛੀ ਤਰ੍ਹਾਂ ਇਹਦੇ ਲੂਪਹੋਲਸ, ਮਤਲਬ ਆਈ ਮੀਨ ਟੂ ਸੇ ਲੂਪਹੋਲਸ ਨਹੀਂ ਵੀ ਇਹਦੇ ਫਾਇਦੇ ਨਾ ਫਾਇਦੇ ਕੀ ਨੇ, ਕਾਹਲਾ ਨਹੀਂ ਪੈਣਾ ਚਾਹੀਦਾ ਥੋੜਾ। ਵਾਇਲੈਂਸ ਰਸਤਾ ਨਹੀਂ ਹੈਗਾ, ਨਹੀਂ ਤੁਹਾਡਾ ਜੀ ਕਰਦਾ ਨਾ ਜਾਓ ਤੁਸੀਂ, ਪਰ ਸਰਕਾਰ ਦਾ, ਪਬਲਿਕ ਪ੍ਰਾਪਰਟੀ ਦਾ, ਲੋਕਾਂ ਦਾ ਨੁਕਸਾਨ ਕਿਉਂ ਕਰ ਰਹੇ ਹੋ, ਉਹ ਕੋਈ ਚੰਗੀ ਗੱਲ ਨਹੀਂ। ਠੀਕ ਹੈ, ਵਿਨੋਦ ਭਾਰਤੀ ਜੀ ਦਾ ਪੱਖ ਜਾਣ ਲੈਂਦੇ ਆ। ਵਿਨੋਦ ਭਾਰਤੀ ਜੀ, ਕਿਵੇਂ ਵੇਖਦੇ ਹੋ ਕਿ ਇਸ ਸਥਿਤੀ ਦੇ ਨਾਲ ਜਿਹੜੇ ਭਰਤੀ ਹੋਣਗੇ ਨੌਜਵਾਨ, ਉਹਨਾਂ ਦਾ ਮੋਰਲ ਡਾਊਨ ਹੋਏਗਾ, ਜਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਸਤਿੰਦਰ ਗਿੱਲ ਜੀ ਵੱਲੋਂ ਕਿਹਾ ਗਿਆ ਕਿ ਸਮਾਂ ਦੇਣਾ ਚਾਹੀਦਾ, ਜਿਸ ਤਰ੍ਹਾਂ ਜੈਬੰਦ ਸਿੰਘ ਜੀ ਵੱਲੋਂ ਵੀ ਕਿਹਾ ਗਿਆ ਕਿ 4 ਸਾਲਾਂ ਬਾਅਦ ਹੀ ਅਸਲ ਨਤੀਜੇ ਤਾਂ ਸਾਹਮਣੇ ਆਉਣਗੇ, ਤੇ ਤੁਸੀਂ ਇਸ ਨੂੰ ਕਿਵੇਂ ਪੱਖ ਨਾਲ ਦੇਖਦੇ ਹੋ? ਚਰਨਜੀਤ ਜੀ, ਜੈਵੀਰ ਜੀ ਬੈਠੇ, ਮੈਨੂੰ ਲੱਗਦਾ ਵਿਕਰਮ ਜੀ ਸ਼ਾਇਦ ਚਲੇ ਗਏ ਜੀ। ਜੈਵੀਰ ਜੀ, ਜਿਹੜੇ ਬੰਦੇ ਪਹਿਲਾਂ ਭਰਤੀ ਹੋ ਚੁੱਕੇ ਆ, ਉਹਨਾਂ ਦੇ ਨੰਬਰ ਆ ਗਏ ਆ, ਉਹ ਫਿਜ਼ੀਕਲੀ ਟੈਸਟ ਪਾਸ ਕਰ ਚੁੱਕੇ ਆ, ਰਿਟਨ ਟੈਸਟ ਪਾਸ ਕਰ ਚੁੱਕੇ ਆ, ਉਹਨਾਂ ਦਾ ਫਿਊਚਰ ਕੀ ਹੋਇਆ? ਉਹਨਾਂ ਨੂੰ ਤਾਂ ਇੱਕ ਸਾਈਡ ਤੇ ਨੁੱਕਰੇ ਲਾਤਾ ਗਿਆ।
ਹੁਣ ਅਗਨੀਵੀਰ ਇਹਨਾਂ ਨੇ ਇੱਕ ਨਵਾਂ ਇੰਟਰੋਡਿਊਸ ਕਰਾਤਾ ਔਰ ਤੁਸੀਂ ਕਹਿੰਦੇ ਹੋ ਕਿ ਬਹੁਤ ਸਾਰੇ ਮਿਲਟਰੀ ਜਨਰਲਸ ਨੇ ਇਹਦੇ ਹੱਕ 'ਚ ਲਿਖਿਆ। ਮੇਰੇ ਕੋਲ ਅਖਬਾਰ ਪਈ ਹੈ ਟ੍ਰਿਬਿਊਨ, ਜਿਹਦੇ ਵਿੱਚ ਮਿਲਟਰੀ ਅਫਸਰਾਂ ਨੇ ਇਸ ਸਕੀਮ ਦੇ ਖਿਲਾਫ ਲਿਖਿਆ। ਉਹ ਕਹਿੰਦੇ ਵੀ ਇਹਦੇ ਵਿੱਚ ਤਾਂ ਤੁਸੀਂ ਮਿਲਟਰੀ ਜਿਹੜਾ ਸੋਲਜਰ ਹੈ ਉਹਨੂੰ ਇੱਕ ਪੀਐਨ ਬਣਾਤਾ। 30-40 ਹਜ਼ਾਰ ਰੁਪਏ ਦੇ ਵਿੱਚੋਂ 30,000 ਚੋਂ ਉਹਦਾ 30% ਕੱਟ ਕੇ 12,000 ਰੁਪਏ ਕੱਟ ਕੇ ਬਾਕੀ ਜਿਹੜਾ ਮਿਲਣਾ ਉਹ ਪੀਐਨ ਨਾਲੋਂ ਘੱਟ ਤਨਖਾਹ ਹੈ। ਔਰ ਦੂਸਰੀ ਗੱਲ ਇਹ ਹੈ ਵੀ ਇਹ ਜਿਹੜਾ ਰੋਹ ਹੈ, ਜਿਹੜਾ ਨੌਜਵਾਨਾਂ ਦੇ ਅੰਦਰ ਗੁੱਸਾ ਹੈ, ਉਹ ਇਸ ਗੱਲ ਦਾ ਹੀ ਤਾਂ ਗੁੱਸਾ ਹੈ ਕਿ ਸਾਨੂੰ ਇੰਨੇ ਸਾਲ ਖਰਾਬ ਕਰਨ ਤੋਂ ਬਾਅਦ ਸਾਨੂੰ ਅੱਜ ਨੁਕਰੇ ਲਾਤਾ ਗਿਆ। ਇੱਕ ਨਵੀਂ ਸਕੀਮ ਅਗਨੀਵੀਰ ਦੀ ਕੱਢ ਲਈ। ਜਿਹੜਾ ਅਗਨੀਵੀਰ ਹੈ ਉਹਨੇ ਜਾ ਕੇ ਬਾਰਡਰ ਤੇ ਲੜਨਾ। ਸਾਡੇ ਬੜੇ ਹੀ ਸ਼ਾਤਰ ਦੁਸ਼ਮਣ ਨੇ ਪਾਕਿਸਤਾਨ ਔਰ ਚਾਈਨਾ, ਜਿਨ੍ਹਾਂ ਨੇ ਪੈਰ ਪੈਰ ਤੇ ਸਾਡੀ ਕਮਜ਼ੋਰੀ ਦਾ ਕਿਤੇ ਵੀ ਫਾਇਦਾ ਉਠਾਣਾ। ਲੇਕਿਨ ਸਾਡੀ ਜਿਹੜੀ ਤਕੜੀ ਬਹਾਦਰ ਤੇ ਦਲੇਰ ਫੌਜ ਹੈ ਉਹ ਉਹਨਾਂ ਦੀ ਇੱਕ ਨਹੀਂ ਚੱਲਣ ਦਿੰਦੀ। 71 ਦੀ ਜੰਗ ਇਹਦਾ ਇੱਕ ਬੜਾ ਵੱਡਾ ਐਗਜ਼ਾਮਪਲ ਹੈ। ਉਹ ਸ਼ਾਇਦ ਚਾਈਨਾ ਇਸੇ ਕਰਕੇ ਸਾਡੇ ਲੀਡਰ ਬਾਰ-ਬਾਰ ਚਾਈਨਾ ਨੂੰ ਕਹਿੰਦੇ ਨੇ ਕਿ ਉਹ 1962 ਨਾ ਸਮਝੇ। 58 ਸਾਲ ਬਾਅਦ ਵੀ ਅੱਜ ਵੀ ਚਾਈਨਾ ਅੱਖਾਂ ਕੱਢਦਾ, ਸਿਰਫ ਇਸ ਕਰਕੇ ਹੀ ਕੱਢਦਾ ਕਿ ਸ਼ਾਇਦ ਇਹਨਾਂ ਵਿੱਚ ਉਹੀ 1962 ਵਾਲਾ ਕੋਈ ਅੰਸ਼ ਹੋਵੇ। ਔਰ ਇਸ ਗੱਲ ਲਈ ਸਾਡੀ ਮਿਲਟਰੀ ਦਾ ਸਟਰੋਂਗੈਸਟ ਮਿਲਟਰੀ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਜਦੋਂ ਬਰੂਟਲ ਫੀਲਡ ਜਿਹੜਾ ਬੈਟਲ ਹੈ ਉੱਥੇ ਹੁੰਦੀ ਹੈ ਤਾਂ ਉੱਥੇ ਆਲੇ ਦੁਆਲੇ ਜੋ ਮਾਹੌਲ ਹੁੰਦਾ ਹੈ ਉਹਨੂੰ ਇੱਕ ਤਕੜੇ ਦਿਲ ਵਾਲਾ ਫੌਜੀ ਹੀ ਸਮਝ ਸਕਦਾ ਹੈ, ਸੰਭਾਲ ਸਕਦਾ ਹੈ ਔਰ ਸਹਿਣ ਕਰ ਸਕਦਾ ਹੈ। ਜਿਸ ਵਕਤ ਜੰਗ ਦੇ ਮੈਦਾਨ ਵਿੱਚ ਜੈਵੀਰ ਜੀ ਮੇਰੇ ਨਾਲ ਸਹਿਮਤ ਹੋਣਗੇ, ਆਲੇ ਦੁਆਲੇ ਲਾਸ਼ਾਂ ਖਿਲ ਰਹੀਆਂ ਹੁੰਦੀਆਂ ਨੇ, ਆਪਣੇ ਫੌਜੀਆਂ ਦੇ ਅੰਗ ਖਿਲ ਰਹੇ ਹੁੰਦੇ ਨੇ, ਦੁਸ਼ਮਣਾਂ ਦੇ ਅੰਗ ਖਿਲ ਰਹੇ ਹੁੰਦੇ ਨੇ ਔਰ ਖੂਨ ਦੀਆਂ ਨਦੀਆਂ ਬਹਿ ਰਹੀਆਂ ਹੁੰਦੀਆਂ ਨੇ। ਇਹੋ ਜਿਹੇ ਮਾਹੌਲ ਦੇ ਵਿੱਚੋਂ ਸਾਡਾ ਫੌਜੀ ਉੱਠ ਕੇ ਦੁਸ਼ਮਣ ਦੇ ਨਾਲ ਮੁਕਾਬਲਾ ਕਰਦਾ ਹੈ ਤਾਂ ਉਸ ਮੁਕਾਬਲੇ ਲਈ ਜਿਹੜਾ 4 ਸਾਲ ਦੇ ਵਿੱਚੋਂ 6 ਮਹੀਨੇ ਟ੍ਰੇਨਿੰਗ ਲਿੱਤੀ ਹੈ ਔਰ 6 ਮਹੀਨੇ ਉਹ ਪਹਿਲਾਂ ਰਿਟਾਇਰਮੈਂਟ ਦੀ ਵੇਟ ਕਰਦਾ ਹੈ, 1 ਸਾਲ ਤਾਂ ਉਹਦਾ ਉਹੀ ਵੇਸਟ ਹੋ ਗਿਆ। ਬਾਕੀ ਰਹਿ ਗਏ 2 ਸਾਲ 'ਚ ਉਹਨੇ ਕੀ ਕਰਨਾ ਹੈ। ਇਸ ਕਰਕੇ ਮਿਲਟਰੀ ਨੂੰ ਜਿਹੜਾ ਹੈ ਉਹ ਮੈਕਸਿਮਮ ਸਟਰੋਂਗ ਕਰਨ ਲਈ, ਮੈਕਸਿਮਮ ਤਾਕਤਵਰ ਕਰਨ ਲਈ ਉਹਦੇ ਅੰਦਰ ਜਨੂਨ ਔਰ ਜੋਸ਼ ਜਿਹੜਾ ਉਹ ਜਦ ਤੱਕ ਉਹਦੇ ਅੰਦਰ ਜਨੂਨ ਔਰ ਜੋਸ਼ ਤਿਆਰ ਹੋਣਾ ਉਹਨੇ ਰਿਟਾਇਰ ਹੋ ਜਾਣਾ। ਉਹਦਾ ਫਿਰ ਫਿਊਚਰ ਜਿਹੜਾ ਉਹਨੂੰ ਆਪਣਾ ਡਾਰਕ ਨਜ਼ਰ ਆਉਂਦਾ ਹੈ। 11,71,000 ਜਿਹੜੀ ਅਮਾਉਂਟ ਹੈ, ਨਾ ਉਹਦੇ ਨਾਲ ਕੋਈ ਵਪਾਰ ਸ਼ੁਰੂ ਕਰ ਸਕਦਾ, ਨਾ ਉਹਦੇ ਨਾਲ ਕੋਈ ਹੋਰ ਦੁਕਾਨਦਾਰੀ ਸ਼ੁਰੂ ਕਰ ਸਕਦਾ। ਉਹ ਬੜਾ ਮੁਸ਼ਕਲ ਚ ਆ ਜਾਏਗਾ। ਸਾਨੂੰ ਉਹਨਾਂ ਬੱਚਿਆਂ ਦੇ ਫਿਊਚਰ ਦੀ ਚਿੰਤਾ, ਇਸ ਕਰਕੇ ਇਹਦੇ ਉੱਪਰ ਸਰਕਾਰ ਨਜ਼ਰਸਾਨੀ ਕਰੇ। ਜੇ ਜਿਵੇਂ ਵਿਕਰਮ ਜੀ ਨੇ ਦੱਸਿਆ ਵੀ 5 ਸਾਲ ਕਰ ਸਕਦੇ ਸੀ, ਇਹਨਾਂ ਨੇ 5 ਸਾਲ ਨਹੀਂ ਕੀਤਾ, ਨਹੀਂ ਤਾਂ ਉਹਨਾਂ ਨੂੰ ਗ੍ਰੈਚੁਇਟੀ ਦੇਣੀ ਪੈਣੀ ਸੀ। ਗੱਲ ਤਾਂ ਮੇਰੇ ਵਾਲੀ ਉਹੀ ਉੱਥੇ ਹੀ ਆ ਗਈ ਨਾ ਵੀ ਸਰਕਾਰ ਆਪਣਾ ਇਕਨੋਮਿਕ ਬਰਡਨ ਜਿਹੜਾ ਉਹਨੂੰ ਘਟਾਉਣਾ ਚਾਹੁੰਦੀ ਹੈ। ਨੌਜਵਾਨਾਂ ਨਾਲ ਹਮਦਰਦੀ ਕਰਨ। ਜਿਹੜੇ ਪੈਸੇ ਹੈ ਇਹ ਤਾਂ ਜਦੋਂ ਫੌਜ ਦੀ ਸਾਡਾ ਜਦੋਂ ਵੀ ਕਿਸੇ ਵਿਦੇਸ਼ੀ ਤਾਕਤ ਦੇ ਨਾਲ ਸਾਹਮਣਾ ਹੁੰਦਾ, ਸਾਰਾ ਦੇਸ਼ ਇੱਕ ਪਲੇਟਫਾਰਮ ਤੇ ਇਕੱਠਾ ਹੋ ਜਾਂਦਾ। ਪੋਲੀਟੀਕਲ ਪਾਰਟੀਆਂ ਆਪਣੇ ਡਿਫਰੈਂਸਿਸ ਭੁੱਲ ਕੇ ਆਪਣੀ ਫੌਜ ਦੇ ਪਿੱਛੇ ਖੜ ਜਾਂਦੀਆਂ। ਤਾਂ ਇਸ ਕਰਕੇ ਮੇਰੀ ਇਹ ਰਿਕੁਐਸਟ ਹੈ ਕਿ ਜਿਹੜਾ ਇਹ ਸਾਡਾ ਯੂਥ ਹੈ ਇਹਦੀ એનર્ਜੀ ਨੂੰ ਇਦਾਂ ਵੇਸਟ ਨਾ ਕੀਤਾ ਜਾਏ। ਇਹੋ ਜਿਹੀਆਂ ਸਕੀਮਾਂ ਜਿਹੜੀਆਂ ਨੇ ਇਹਨਾਂ ਨੂੰ ਸੋਚ ਸਮਝ ਕੇ ਲਾਗੂ ਕੀਤਾ ਜਾਵੇ। ਹੁਣੇ ਜੈਵੀਰ ਜੀ ਨੇ ਕਿਹਾ ਵੀ ਇਹ ਜਿਹੜੀ ਸਕੀਮ ਹੈ ਇਹ ਫੌਜੀ ਅਫਸਰਾਂ ਨੇ ਬੜੇ ਤਨਮਇਤਾ ਦੇ ਨਾਲ, ਬੜੀ ਸੁਹਿਰਦਤਾ ਦੇ ਨਾਲ ਲਾਗੂ ਕੀਤੀ ਹੈ। ਪਰ ਉਹ ਚਰਨਜੀਤ ਜੀ ਨੇ ਜਵਾਬ ਦਿੱਤਾ ਸੀ ਕਿ ਫੌਜ ਨਾਲ ਇਹਦੀ ਕੋਈ ਸਲਾਹ ਨਹੀਂ ਕੀਤੀ ਗਈ, ਕਿਉਂਕਿ ਇਹ ਬੀਜੇਪੀ ਦੀ ਲੀਡਰਸ਼ਿਪ ਨੇ ਹੀ ਇਕਨੋਮਿਕ ਬਰਡਨ ਜਿਹੜਾ ਘੱਟ ਕਰਨ ਲਈ ਇਹ ਸਕੀਮ ਇੰਟਰੋਡਿਊਸ ਕੀਤੀ ਹੈ। ਠੀਕ ਹੈ, ਜਵਾਬ ਲੈ ਲੈਣੇ ਆ। ਮੇਰੇ ਕੋਲ ਵਿਨੋਦ ਜੀ ਸਮਾਂ ਘੱਟ ਹੈ, ਜਵਾਬ ਲੈ ਲੈਣੇ ਆ। ਜੈਵੰਤ ਜੀ 2 ਮਿੰਟ ਦੇ ਵਿੱਚ ਆਪਣਾ ਜਵਾਬ ਪੂਰਾ ਕੰਪਲੀਟ ਕਰ ਦਿਓ। ਸਵਾਲ ਜਿਹੜਾ ਵਿਨੋਦ ਭੋਰਤੀ ਵੱਲੋਂ ਵੀ ਉਠਾਇਆ ਗਿਆ ਕਿ ਸਿੱਧੇ ਤੌਰ ਤੇ ਜਦੋਂ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਹੁੰਦੇ ਆ, ਆਪਣੇ ਹੀ ਸਹਿਯੋਗੀ, ਆਪਣੇ ਹੀ ਸਾਥੀ ਭਾਵੇਂ ਦੁਸ਼ਮਣ ਹੋਵੇ, ਉਹਨਾਂ ਦੀਆਂ ਲਾਸ਼ਾਂ ਖਿੱਲੀਆਂ ਹੁੰਦੀਆਂ ਨੇ ਤੇ ਜਿਸ ਬੱਚੇ ਨੂੰ ਪਤਾ ਹੈ ਕਿ ਮੈਂ ਮਹਿਜ਼ 4 ਸਾਲ ਦੇ ਲਈਆਂ, ਨਾ ਤੇ ਮੈਨੂੰ ਕੋਈ ਪੈਨਸ਼ਨ ਹੈ ਤੇ ਨਾ ਹੀ ਮੈਨੂੰ ਕੋਈ ਹੋਰ ਸਕੀਮ ਹੈ। ਖਾਸ ਕਰਕੇ ਜੇ ਮੈਂ ਥੋੜਾ ਪਿੱਛੇ ਜਾਵਾਂ, ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਦੋਂ ਉਹ ਰੰਗਰੂਟਾਂ ਨੇ ਵੀ ਬੈਰਕਾਂ ਛੱਡ ਦਿੱਤੀਆਂ ਸੀ, ਜਿਨ੍ਹਾਂ ਨੂੰ ਪਤਾ ਸੀ ਕਿ ਸਾਨੂੰ ਪੈਨਸ਼ਨ ਵੀ ਮਿਲੇਗੀ, ਸਭ ਕੁਝ ਮਿਲੇ ਸੀ। ਇਹਨਾਂ ਇਦਾਂ ਦੇ ਦਾਅਵਿਆਂ ਨੂੰ ਕਿਵੇਂ ਝੁਠਲਾ ਰਹੀ ਹੈ ਭਾਜਪਾ? ਖਾਸ ਕਰਕੇ ਤੁਸੀਂ ਡਿਫੈਂਸ ਦੇ ਵਿੱਚ ਰਹੇ ਹੋ, ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? 2 ਮਿੰਟ ਦੇ ਵਿੱਚ ਮੇਰਾ ਜਵਾਬ ਕੰਪਲੀਟ ਕਰ ਦਿਓ। ਨਾਲ ਮੈਂ ਇਹ ਵੀ ਐਡ ਕਰਨਾ ਚਾਹੁੰਦਾ ਕਿ ਜੇਕਰ ਪੈਨਸ਼ਨ ਦਾ ਕਿਤੇ ਨਾ ਕਿਤੇ ਦਬਾਅ ਲੱਗਦਾ ਹੈ ਤਾਂ ਜਿਹੜੇ ਲੀਡਰ ਨੇ ਉਹਨਾਂ ਦੀ 1 ਰੈਂਕ 1 ਪੈਨਸ਼ਨ ਕਿਉਂ ਨਹੀਂ ਕੀਤੀ ਜਾ ਰਹੀ?
ਹਾਂ ਜੀ, 2 ਮਿੰਟ ਦੇ ਵਿੱਚ ਕਰ ਦੇਵਾਂਗਾ। ਪਹਿਲੀ ਗੱਲ ਤੇ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਸਾਰੇ ਜਿਹੜੇ ਸਾਡੇ ਨਾਲ ਬੈਠੇ ਕੋ ਪੈਨਲਿਸਟ ਨੇ ਉਹਨਾਂ ਨੇ ਫੌਜ ਨੂੰ ਬੜੇ ਇੱਜ਼ਤ ਦੇ ਨਾਲ ਫੌਜ ਦੀ ਗੱਲ ਕੀਤੀ ਹੈ ਤੇ ਮੇਰੀ ਗੱਲ ਵੀ ਬੜੇ ਆਰਾਮ ਦੇ ਨਾਲ ਸੁਣੀ ਹੈ। ਇਹ ਜਿਹੜੀ ਖਿਲਾਫ ਵਰਜੀ ਕਹਿ ਰਹੇ ਹੋ ਨਾ ਵੈਟਰਨਸ ਦੇ ਵਿੱਚ, ਇਹ ਜਿੰਨੇ ਕੁ ਖਿਲਾਫ ਬੋਲ ਰਹੇ ਨੇ ਉਦੋਂ ਜ਼ਿਆਦਾ ਇਹਦੇ ਫੇਵਰ 'ਚ ਵੀ ਬੋਲ ਰਹੇ ਨੇ। ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਮੈਂ ਪੂਰੇ ਮਤਲਬ ਮਾਹੌਲ ਦੀ ਗੱਲ ਕਰ ਰਿਹਾ। ਤੇ ਇਸ ਵੇਲੇ ਵੈਟਰਨ ਦੇ ਮੰਨ ਚੁੱਕੇ ਨੇ ਕਿ ਜਦੋਂ ਇਹ ਸਕੀਮ ਅਪਲਾਈ ਹੋ ਗਈ ਹੈ ਤੇ ਇਹਨੂੰ ਬੈਸਟ ਤਰੀਕੇ ਦੇ ਨਾਲ ਕਿੱਦਾਂ ਅਪਲਾਈ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਜੀ। ਹੁਣ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਮੈਂ 1 ਸੈਕਿੰਡ ਦੇ ਵਿੱਚ ਤੁਹਾਨੂੰ ਦੱਸਣਾ, ਇੱਕ ਰੈਜੀਮੈਂਟ ਦੇ ਵਿੱਚ ਅਗਨੀਵੀਰ ਜਿਹੜੇ ਨੇ, ਇੱਕ 700 ਬੰਦਿਆਂ ਦੀ ਰੈਜੀਮੈਂਟ ਦੇ ਵਿੱਚ ਉਹਨਾਂ ਦੀ ਸਟਰੈਂਥ ਜਿਹੜੀ ਆ ਉਹ 100 ਕੋਲੋਂ ਵੀ ਘੱਟ ਹੋਣੀ ਹੈ ਤੇ ਬਾਕੀ ਜਿਹੜੇ ਨੇ ਉਹ ਸਾਰੇ ਟ੍ਰੇਨਡ ਨੇ। ਉਹਦੇ ਬਾਅਦ ਜਿਹੜੇ 25% ਵਾਪਸ ਉੱਥੇ ਜਾਣਗੇ ਉਹ ਪ੍ਰੋਫੈਸ਼ਨਲ ਸੋਲਜਰ ਬਣ ਜਾਣਗੇ। ਸੋ ਕਿਸੇ ਵੀ ਟਾਈਮ ਦੇ ਵਿੱਚ ਕਿਸੇ ਯੂਨਿਟ ਦੇ ਵਿੱਚ ਅਗਨੀਵੀਰ ਜਿਹੜੇ ਨੇ ਉਹਨਾਂ ਦੀ ਸਟਰੈਂਥ ਜਿਹੜੀ ਹੈ ਉਹ 50-100 ਕੋਲੋਂ ਜ਼ਿਆਦਾ ਨਹੀਂ ਹੋਣੀ। ਇੰਟਰਨਲ ਲੀਡਰਸ਼ਿਪ ਦੇ ਨਾਲ, ਮੋਟੀਵੇਸ਼ਨ ਦੇ ਨਾਲ, ਇੱਕ ਯੂਨਿਟ ਦੇ ਵਿੱਚ ਮੋਟੀਵੇਸ਼ਨ ਏਡੀ ਜ਼ਿਆਦਾ ਹੁੰਦੀ ਹੈ ਕਿ ਕਿਹੜਾ ਬੰਦਾ ਕਿਹੜਾ ਇੱਕ ਬੜੀ ਵੱਡੀ ਐਕਟ ਆਫ ਬਰੇਵਰੀ ਕਰ ਦੇਗਾ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ। ਤੇ ਉਸ ਵੇਲੇ ਕੋਈ ਇਹ ਨਹੀਂ ਸੋਚਦਾ ਕਿ ਮੈਨੂੰ 4,000 ਰੁਪਇਆ ਮਿਲ ਰਿਹਾ, ਕਿ ਮੈਨੂੰ 5,000 ਮਿਲ ਰਿਹਾ, ਕਿ ਮੈਂ 4 ਸਾਲ ਵਾਸਤੇ ਆਇਆ। ਉਹ ਜਜ਼ਬਾ ਹੀ ਅਲੱਗ ਹੁੰਦਾ ਹੈ। ਸੋ ਇਹ ਲੀਡਰਸ਼ਿਪ ਕੁਆਲਿਟੀ ਦੀ ਹੁੰਦੀ ਹੈ। ਸਾਡੀ ਬੜੀ ਤਗੜੀ ਫੌਜ ਹੈ, ਲੀਡਰਸ਼ਿਪ ਕੁਆਲਿਟੀ ਪ੍ਰੋਡਿਊਸ ਕਰ ਦੇਗੀ, ਲੋਕਾਂ ਨੂੰ ਮੋਟੀਵੇਟ ਕਰ ਦੇਗੀ। ਇਹਦੇ ਬਾਰੇ ਮੇਰਾ ਖਿਆਲ ਜ਼ਿਆਦਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਬਾਕੀ ਗੱਲ ਸੀਗੀ ਗ੍ਰੈਚੁਇਟੀ ਦੀ। ਦੇਖੋ PDF ਦੇ ਉਹ ਦੇ ਰਹੇ ਨੇ ਨਾ, ਉਹ ਕੀ ਵਾਟ ਯੂ ਕਾਲ ਦੈਟ ਫੰਡ, ਜਿਹੜਾ PF ਫੰਡ ਹੁੰਦਾ, ਪ੍ਰੋਵੀਡੈਂਟ ਫੰਡ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਕੀਤਾ ਹੈ। ਅਲਟੀਮੇਟਲੀ ਮੈਂ ਤੁਹਾਨੂੰ ਦੁਬਾਰਾ ਇਹ ਕਹਾਂਗਾ ਕਿ ਇਹ ਕੋਈ ਉਹ ਲੈਜਿਸਲੇਸ਼ਨ ਨਹੀਂ ਹੈ, ਇਹ ਕੋਈ ਐਸਾ ਐਕਟ ਨਹੀਂ ਹੈ ਜਿਹੜਾ ਪਾਸ ਹੋ ਚੁੱਕਾ ਹੈ ਕਿਸੇ ਪਾਰਲੀਮੈਂਟ ਦੇ ਵਿੱਚ। ਇਹ ਇੱਕ ਇੰਟਰਨਲ ਕਾਡਰ ਰਿਵਿਊ ਹੈ। ਹਰ ਮੌਕੇ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਇਹਨੂੰ ਰਿਵਿਊ ਕਰਕੇ ਰਿਫਾਈਨ ਕੀਤਾ ਜਾਏਗਾ। ਅਮੈਂਡਮੈਂਟ ਹੋ ਸਕਦੀ ਹੈ ਇਸ ਦੇ ਵਿੱਚ, ਜੇਕਰ ਸਮਾਂ ਦਰ ਸਮਾਂ ਕੋਈ ਹੋਵੇ ਤਾਂ ਅਮੈਂਡਮੈਂਟ ਹੋਵੇਗੀ। ਇਹਦੇ ਵਿੱਚ ਕਈ ਅਮੈਂਡਮੈਂਟਸ ਹੋਣਗੀਆਂ, ਇੱਕ ਅਮੈਂਡਮੈਂਟ ਦੀ ਥੋੜਾ ਨਾ ਗੱਲ ਕਰ ਰਹੇ ਹੋ ਤੁਸੀਂ। ਇਹ ਕੋਈ ਲੈਜਿਸਲੇਸ਼ਨ ਥੋੜਾ ਨਾ, ਇਹ ਕਾਡਰ ਰਿਵਿਊ ਹੈਗਾ। ਕਾਡਰ ਰਿਵਿਊ ਫੌਜ ਦੇ ਵਿੱਚ ਇੱਕ ਕਨਸਟੈਂਟ ਕੰਮ ਹੁੰਦਾ ਹੈ, ਕੋਈ ਕਦੀ ਰੁਕਦਾ ਨਹੀਂ ਹੈ ਕਿ ਅੱਜ ਤੁਹਾਡਾ ਕਾਡਰ ਏਦਾਂ ਹੋਏਗਾ, ਕੱਲ ਤੁਹਾਡਾ ਕਾਡਰ ਏਦਾਂ ਹੋਏਗਾ। ਇਹਦੇ ਵਿੱਚ ਕੋਈ ਗਵਰਨਮੈਂਟ ਦਾ ਕੋਈ ਰੋਲ ਨਹੀਂ ਹੈ, ਇਹਦੇ ਵਿੱਚ ਸਿਰਫ ਡਿਫੈਂਸ ਫੋਰਸਿਸ ਦਾ ਰੋਲ ਹੈ। ਉਹਨਾਂ ਨੂੰ ਜੋ ਚਾਹੀਦਾ ਹੈ, ਜਿਹੜਾ ਬੈਸਟ ਟੈਲੈਂਟ ਚਾਹੀਦਾ ਹੈ, ਉਹ ਆਪਣੇ ਕੋਲ ਰਿਟੇਨ ਕਰਨਗੇ। ਤੇ ਅਗਰ ਉਹਨਾਂ ਨੂੰ ਲੱਗਿਆ ਕਿ ਅਗਨੀਵੀਰ ਉਹਨਾਂ ਨੂੰ ਚੰਗੇ ਲੱਗੇ ਤੇ ਉਹਦੇ ਵਿੱਚੋਂ 50% ਟੈਲੈਂਟ ਰਿਟੇਨ ਕਰਨਾ, ਉਹ 50% ਵੀ ਕਰਨਗੇ। ਸੋ ਇਹ ਗੱਲਾਂ ਜਿਹੜੀਆਂ ਨੇ ਨਾ ਚਰਨਜੀਤ ਜੀ, ਇਹਨੂੰ ਟਾਈਮ ਦੇਣਾ ਪਏਗਾ। ਇੱਕ ਪ੍ਰੋਗਰੈਸਿਵ ਸਟੈਪ ਲਿਆ ਫੌਜ ਨੇ ਮੇਰੇ ਹਿਸਾਬ ਦੇ ਨਾਲ। ਫੌਜ ਨੂੰ, ਮੈਂ ਤੇ ਹੁਣ ਫੌਜ ਤੋਂ ਬਾਹਰ ਹੋ ਗਿਆ ਤੇ ਮੇਰੇ ਹਿਸਾਬ ਦੇ ਨਾਲ ਮੇਰੀ ਪੂਰੀ ਆਪਣੀ ਜਿਹੜੀ ਕੌਨਫੀਡੈਂਸ ਹੈ ਆਪਣੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਹੈਗੀ ਹੈ। ਜੋ ਇਸ ਵੇਲੇ ਲੀਡਰਸ਼ਿਪ ਉਹ ਸਾਡੇ ਟ੍ਰੇਨ ਕੀਤੇ ਹੋਏ ਨੇ, ਕਿ ਮਾੜੇ ਥੋੜਾ ਨਾ ਹੋ ਸਕਦੇ ਨੇ। ਉਹਨਾਂ ਦੀ ਕਮਿਟਮੈਂਟ ਟੂ ਦਾ ਆਰਮੀ, ਉਹਨਾਂ ਦੀ ਪ੍ਰੋਫੈਸ਼ਨਲਿਜ਼ਮ, ਉਹਨਾਂ ਦੀ ਵਿਜ਼ਨ ਜਿਹੜੀ ਹੈ, ਉਹਦੇ ਉੱਤੇ ਸਾਨੂੰ ਉਹਦਾ ਬਹੁਤ ਕਦਰ ਕਰਨਾ ਚਾਹੀਦਾ ਹੈ। ਉਹ ਆਪਣੇ ਆਪ ਆਪਣੀ ਫੌਜ ਨੂੰ ਕਦੀ ਥੱਲੇ ਨਹੀਂ ਜਾਣ ਦੇਣਗੇ। ਦੇ ਵਿਲ ਨੈਵਰ, ਨਾਟ ਫॉर ਐਨੀ ਪੋਲਿਟਿਕਸ, ਨਾਟ ਫॉर ਐਨੀ ਪਰਸਨ, ਨਾਟ ਫॉर ਐਨੀ ਪਾਰਟੀ, ਕਦੀ ਨਹੀਂ ਕਰੇਗਾ ਫੌਜੀ। ਏਦਾਂ ਤੇ ਸਾਨੂੰ ਆਪਣੇ ਫੌਜੀ ਦੇ ਉੱਤੇ ਇਤਬਾਰ ਹੋਣਾ ਚਾਹੀਦਾ ਹੈ ਮੇਰੇ ਹਿਸਾਬ ਦੇ ਨਾਲ। ਜੀ ਜੈਬੰਦ ਜੀ, ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਅਲੱਗ-ਅਲੱਗ ਬੁਲਾਰੇ ਜੁੜੇ ਸਨ। ਆਮ ਆਦਮੀ ਪਾਰਟੀ ਤੋਂ ਇੰਦਰਜੀਤ ਸਿੰਧੂ, ਜੈਬੰਦ ਜੀ BJP ਤੋਂ, ਵਿਕਰਮ ਜੀ ਡਿਫੈਂਸ ਜਰਨਲਿਸਟ ਜੀ, ਸਤਿੰਦਰ ਗਿੱਲ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਵਿਨੋਦ ਭਾਰਤੀ ਜੀ ਕਾਂਗਰਸ ਤੋਂ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਅੱਜ ਦੇ ਮੁੱਦੇ ਦੇ ਵਿੱਚ ਖਾਸ ਕਰਕੇ ਜੇਕਰ BJP ਦਾ ਪੱਖ ਜਾਣਿਆ ਜਾਵੇ ਤਾਂ BJP ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੈਬੰਦ ਜੀ ਜਿਹੜੇ ਜੁੜੇ ਸੀ ਉਹ ਆਪ ਵੀ ਕਰਨਲ ਰਿਟਾਇਰ ਨੇ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਅਮੈਂਡਮੈਂਟ ਹੋ ਸਕਦੀ ਹੈ। ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਰਣਨੀਤੀ ਹੋਵੇਗੀ ਉਸ ਦੇ ਵਿੱਚ ਅਮੈਂਡਮੈਂਟ ਹੋਵੇਗੀ। ਹਾਲਾਂਕਿ ਪਹਿਲੀ ਭਰਤੀ ਦੇ ਵਿੱਚ ਇਹ ਗੱਲ ਰੱਖੀ ਜਾ ਰਹੀ ਹੈ ਕਿ 25% ਨੂੰ ਪੱਕੇ ਤੌਰ ਤੇ, ਪੂਰਨ ਤੌਰ ਤੇ ਅੱਗੇ ਵਧਾਇਆ ਜਾਵੇਗਾ। ਜੇਕਰ ਇਸ ਦੇ ਵਿੱਚ ਅਮੈਂਡਮੈਂਟ ਦੀ ਲੋੜ ਪਵੇਗੀ ਤਾਂ 50% ਨੂੰ ਵੀ ਅੱਗੇ ਵਧਾਇਆ ਜਾ ਸਕਦਾ ਹੈ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ 4 ਸਾਲਾਂ ਤੋਂ ਬਾਅਦ ਫੌਜ ਦਾ ਸਿਨੈਰੀਓ ਕਿਸ ਤਰ੍ਹਾਂ ਦਾ ਹੋਵੇਗਾ। ਖਾਸ ਕਰਕੇ ਇੱਕ ਗ੍ਰੈਚੁਇਟੀ ਨੂੰ ਲੈ ਕੇ ਵੀ ਵਿਕਰਮ ਜੀ ਵੱਲੋਂ ਸਵਾਲ ਚੁੱਕਿਆ ਗਿਆ ਸੀ ਕਿ ਗ੍ਰੈਚੁਇਟੀ ਨਾ ਦੇਣ ਦੇ ਚੱਕਰ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਦੀ ਜਿਹੜੀ ਸਾਲ ਹੈ ਉਹ 4 ਸਾਲ ਕੀਤੇ ਗਏ। ਜੇਕਰ ਉਹਨੂੰ 5 ਸਾਲ ਕੀਤਾ ਜਾਂਦਾ ਤਾਂ ਗ੍ਰੈਚੁਇਟੀ ਦੇਣੀ ਪੈਣੀ ਸੀ। ਖਾਸ ਕਰਕੇ ਸਰਕਾਰ ਵੱਲੋਂ ਵੀ ਇਹ ਆਪਣਾ ਪੱਖ ਰੱਖਿਆ ਗਿਆ ਕਿ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਤਾਂ ਕਾਫੀ ਲੰਬੇ ਸਮੇਂ ਤੋਂ ਫੌਜ ਪਿੱਛੇ ਖਿੱਚਦੀ ਆ ਰਹੀ ਹੈ ਕਿ ਕਿਤੇ ਨਾ ਕਿਤੇ ਪੈਨਸ਼ਨ ਤੇ ਕਾਟ ਲਾਈ ਜਾਵੇ। ਖਾਸ ਕਰਕੇ ਵਨ ਰੱਖ ਵੈਨ ਪੈਨਸ਼ਨ ਵੀ ਅਜੇ ਤੱਕ ਪੂਰਨ ਤੌਰ ਤੇ ਫੌਜੀਆਂ ਨੂੰ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਵੀ ਧਰਨੇ ਮੁਜ਼ਾਹਰੇ ਦਿੱਤੇ ਜਾਂਦੇ ਨੇ। ਖਾਸ ਕਰਕੇ ਹੁਣ ਵੇਖਣਾ ਹੋਵੇਗਾ ਕਿ 4 ਸਾਲਾਂ ਦਾ ਵਕਫਾ ਕਿੱਦਾਂ ਦਾ ਰਹੇਗਾ। 4 ਸਾਲਾਂ ਦੇ ਵਕਫੇ ਤੋਂ ਬਾਅਦ ਫੌਜ ਦਾ ਸਰਕੂਲੇਸ਼ਨ ਕੀ ਰਹੇਗਾ, ਕਿੰਨੀ ਕੁ ਅਮੈਂਡਮੈਂਟ ਅਗਨੀਪਥ ਦੇ ਵਿੱਚ ਹੁੰਦੀਆਂ ਨੇ, ਇਹ 4 ਸਾਲ ਬਾਅਦ ਹੀ ਖਾਸ ਕਰਕੇ ਪਤਾ ਲੱਗ ਜਾਵੇਗਾ।
ਕਿਉਂਕਿ ਜੇਕਰ ਦੇਖਿਆ ਜਾਵੇ ਮੱਧ ਵਰਗੀ ਪਰਿਵਾਰ ਹੀ ਜ਼ਿਆਦਾਤਰ ਫੌਜ ਦੇ ਨਾਲ ਜੁੜਦੇ ਨੇ, ਭਾਵੇਂ ਉਹ ਕਿਸੇ ਵੀ ਖੇਤੇ ਤੇ ਹੋਣ, ਕਿਸੇ ਵੀ ਸੂਬੇ ਦੇ ਹੋਣ। ਹੁਣ ਵੇਖਣਾ ਹੋਵੇਗਾ ਕਿ ਜੇਕਰ ਅਗਨੀਪਥ ਦੇ ਵਿੱਚ ਕੋਈ ਵੀ ਨੌਜਵਾਨ ਭਰਤੀ ਹੁੰਦਾ ਹੈ ਤਾਂ ਉਸ ਦਾ ਅਗਲਾ ਫਿਊਚਰ, ਅਗਲਾ ਭਵਿੱਖ ਕੀ ਰਹੇਗਾ, ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।